ਸਾਹਿਬ ਤੁਹਾਡਾ ਕਰਦੇ ਹਾਂ ਜੀ ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਹੀ। ਬਹੁਤ ਸ਼ੁਕਰੀਆ ਜੀ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ। ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਤੇ ਹਰਜੀਤ ਗਿੱਲ ਜੀ। ਮੈਂ ਤੇ ਹਰਜੀਤ ਗਿੱਲ ਤੁਹਾਡੇ ਨਾਲ ਲਗਾਤਾਰ ਹੁਣ 1 ਘੰਟਾ ਲਗਭਗ ਰਵਾਂਗੇ ਤੇ ਕੁਝ ਗੱਲਾਂ ਬਾਤਾਂ ਕਰਾਂਗੇ ਪੰਜਾਬ ਦੀਆਂ, ਦੇਸ਼ ਦੀਆਂ। ਤੇ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਹੀ ਜਿਹੜੀ ਖਬਰ ਮੈਨੂੰ ਭੇਜੀ ਆ ਉੱਤੇ ਹੀ ਚਰਚਾ ਕਰ ਲੈਂਦੇ ਥੋੜੀ ਜੀ ਕਿ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਦੇ ਘਰ ਹਮਲਾ ਹੋਇਆ। ਕੱਲ ਪਰਸੋਂ ਤੋਂ ਇੱਕ ਵੱਡਾ ਮੁੱਦਾ ਉੱਠ ਰਿਹਾ ਸੀਗਾ, ਰਾਮ ਮੰਦਿਰ ਦੀ ਜ਼ਮੀਨ ਦੀ ਖਰੀਦਦਾਰੀ 'ਚ ਜਿਹੜਾ ਭ੍ਰਿਸ਼ਟਾਚਾਰ ਹੋਇਆ, ਜਿਹੜੀ ਠੱਗੀ ਵੱਜੀ ਆ, ਉਹਨੂੰ ਲੈ ਕੇ ਇਹ ਮੁੱਦਾ ਸੰਜੇ ਸਿੰਘ ਨੇ ਵੀ ਉਠਾਇਆ ਸੀ, ਸਮਾਜਵਾਦੀ ਪਾਰਟੀ ਨੇ ਵੀ ਉਠਾਇਆ ਸੀਗਾ। ਤੇ ਕੀ ਇਹਦੇ ਪਿੱਛੇ ਇਹ ਵਜ੍ਹਾ ਬਣੀ ਜਾਂ ਕੋਈ ਹੋਰ ਕਾਰਨ ਵੀ ਆ ਜੀ? ਦੇਖੋ, ਕਿਹਾ ਤਾਂ ਸੰਜੇ ਸਿੰਘ ਨੇ ਇਹੀ ਹੈ ਕਿ ਮੈਂ ਡਰਨ ਵਾਲਾ ਨਹੀਂ ਹੈ, ਵੀ ਮੈਂ ਜਿਹੜਾ ਇਹ ਰਾਮ ਮੰਦਿਰ ਦੀ ਉਸਾਰੀ ਦਾ ਜਿਹੜਾ ਮਾਮਲਾ ਹੈ, ਜਿਹਦੇ 'ਚ ਬਹੁਤ ਵੱਡਾ ਘਪਲਾ ਹੋਇਆ, ਵੀ ਇਹ ਮੁੱਦਾ ਉਠਾਉਂਦਾ ਹੀ ਰਹਿਣਾ, ਮੈਂ ਸੱਚ ਉਜਾਗਰ ਕਰਦਾ ਰਹਾਂਗਾ। ਸੰਜੇ ਸਿੰਘ ਹੋਰਾਂ ਦੇ ਘਰ ਤੇ ਜਿਹੜਾ ਹਮਲਾ ਹੋਇਆ, ਉਹ ਜੋ ਦਿੱਲੀ ਦੀ ਪੁਲਿਸ ਕਹਿ ਰਹੀ, ਉਹ ਤਾਂ ਕਹਿੰਦੀ ਹੈ ਕਿ ਉਹਨਾਂ ਦੀ ਜਿਹੜੀ ਬਾਹਰ ਘਰ ਦੇ ਨੇਮ ਪਲੇਟ ਲੱਗੀ ਹੈ, ਉਹਦੀ ਭੰਨਤੋੜ ਹੋਈ ਹੈ, ਜਦਕਿ ਸੰਜੇ ਸਿੰਘ ਹੋਰਾਂ ਦਾ ਇਲਜ਼ਾਮ ਹੈ ਕਿ ਘਰ ਦੇ ਅੰਦਰ ਵੀ ਭੰਨਤੋੜ ਕੀਤੀ ਗਈ ਹੈ। ਪਰ ਕੋਈ ਡਿਟੇਲਸ ਇਦਾਂ ਦੀਆਂ ਨਹੀਂ ਦਿੱਤੀਆਂ ਗਈਆਂ ਕਿ ਘਰ 'ਚ ਕੋਈ ਸੀਗਾ ਜਾਂ ਨਹੀਂ ਸੀਗਾ। ਸੱਟ ਫੇਟ ਕਿਸੇ ਦੀ ਨਹੀਂ ਲੱਗੀ। ਪਰ ਮਸਲਾ ਬੜਾ ਗੰਭੀਰ ਹੈ ਜਿਹੜਾ ਉਹਨਾਂ ਨੇ ਉਠਾਇਆ ਸੀ। ਜਿੱਦਾਂ ਤੁਸੀਂ ਜ਼ਿਕਰ ਕੀਤਾ, ਰਾਮ ਮੰਦਿਰ ਦੀ ਉਸਾਰੀ ਵਾਸਤੇ ਜਿਹੜੀ ਜ਼ਮੀਨ ਖਰੀਦੀ ਗਈ ਹੈ, ਤੇ ਉਹ ਜ਼ਮੀਨ ਦਾ ਵੱਡਾ ਘੁਟਾਲਾ ਹੈ। 2 ਕਰੋੜ ਦੀ ਜ਼ਮੀਨ 18.5 ਕਰੋੜ ਰੁਪਏ 'ਚ ਖਰੀਦੀ ਗਈ। ਤੇ ਜਿੱਥੇ ਕਾਂਗਰਸ ਪਾਰਟੀ ਨੇ ਵੀ ਇਹ ਮੁੱਦਾ ਉਠਾਇਆ, ਸਮਾਜਵਾਦੀ ਪਾਰਟੀ ਨੇ ਵੀ, ਉੱਥੇ ਸੰਜੇ ਸਿੰਘ ਦੇ ਕੁਝ ਡਾਕੂਮੈਂਟਸ ਜਿਹੜੇ ਪੇਸ਼ ਕੀਤੇ ਆ। ਸੰਜੇ ਸਿੰਘ ਹੋਰਾਂ ਨੇ ਜਿਹੜੇ ਡਾਕੂਮੈਂਟਸ ਪੇਸ਼ ਕੀਤੇ, ਉਹਦੇ 'ਚ ਇਹ ਵੀ ਰਾਮ ਜਨਮ ਜਿਹੜਾ ਟਰਸਟ ਬਣਿਆ, ਰਾਮ ਜਨਮ ਭੂਮੀ ਟਰਸਟ ਜਿਹੜਾ ਆ, ਉਹਨੇ ਜਿਹੜੀ ਇਹ ਜ਼ਮੀਨ ਖਰੀਦੀ ਹੈ, ਜਿਸ ਦਿਨ ਇਹਦਾ ਸੌਦਾ ਹੋਇਆ, ਉਹਦੇ ਜਿਹੜੇ ਸੰਬੰਧ ਦੂਸਰੇ ਜਿਹੜੇ ਸਟਾਂਪ ਪੇਪਰ ਹੈ, ਉਹਨਾਂ ਸਮਾਂ ਤੱਕ ਵੀ ਦੱਸਿਆ ਡਾਕੂਮੈਂਟਸ ਦਿਖਾ ਕੇ, ਵੀ 5:11 ਦੇ ਉੱਤੇ ਜਿਹੜੇ ਸਟਾਂਪ ਪੇਪਰ ਬਣੇ ਉਹ 2 ਕਰੋੜ ਦੇ ਸੀ, ਜਾਣੀ ਪਹਿਲੀ ਜਿਹੜੀ ਖਰੀਦ ਹੋਏਗੀ ਉਹਦੀ। ਤੇ 11 ਮਿੰਟ ਦੇ ਬਾਅਦ 5 ਮਿੰਟ ਤੇ 5:22 ਤੇ ਜਿਹੜੇ ਸਟਾਂਪ ਪੇਪਰ ਬਣੇ ਉਹ 18.5 ਕਰੋੜ ਦੇ ਸੀ, ਜਾਣੀ 11 ਮਿੰਟਾਂ ਦੇ ਵਿੱਚ 16 ਕਰੋੜ ਦੀ ਹੇਰਾਫੇਰੀ ਹੋ ਗਈ। ਤੇ ਇਹਦਾ ਕੋਈ ਹੁਣ ਵਾਜਬ ਕਿਸਮ ਦਾ ਜਵਾਬ ਤਾਂ ਕੋਈ ਦੇ ਨਹੀਂ ਸਕਿਆ। ਅੱਜ ਜਿਹੜੀ ਉਹ ਰਾਮ ਜਨਮ ਭੂਮੀ ਟਰਸਟ ਹੈ, ਉਹਨੇ RSS ਨੂੰ ਰਿਪੋਰਟ ਜ਼ਰੂਰ ਕੀਤੀ ਹੈ ਵੀ ਨਹੀਂ ਜੀ, ਇਹ ਸਾਡੇ ਤੇ ਜਿਹੜੇ ਦੋਸ਼ ਲੱਗੇ ਆ ਇਹ ਗਲਤ ਨੇ, ਇਦਾਂ ਦਾ ਕੋਈ ਘਪਲਾ ਇੱਥੇ ਨਹੀਂ ਹੋਇਆ। ਪਰ ਕਾਂਗਰਸ ਪਾਰਟੀ ਨੇ ਵੀ ਇਹਦੇ ਤੇ ਜਿਹੜੀ ਗੱਲ ਕਹੀ ਆ, ਉਹ ਬੜੀ ਜ਼ੋਰ ਦੇ ਕੇ ਕਹੀ ਹੈ ਕਿ ਇਹਦੀ ਜਿਹੜੀ ਜਾਂਚ ਹੈ ਉਹ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਹੋਣੀ ਚਾਹੀਦੀ ਹੈ, ਕਿਉਂਕਿ ਰਾਮ ਜਨਮ ਭੂਮੀ ਜਾਂ ਰਾਮ ਮੰਦਿਰ ਦੀ ਉਸਾਰੀ ਦਾ ਜਿਹੜਾ ਮਾਮਲਾ ਹੈ ਸੁਪਰੀਮ ਕੋਰਟ ਸੀ, ਤੇ ਸੁਪਰੀਮ ਕੋਰਟ ਦੀ ਹਦਾਇਤ ਦੇ ਉੱਤੇ ਹੀ ਇਹ ਸਾਰਾ ਕੁਝ ਜਿਹੜਾ ਹੈ ਇਹਦੀ ਉਸਾਰੀ ਵੱਲ ਕਦਮ ਵਧੇ ਹੈ। ਤੇ ਕਾਂਗਰਸ ਪਾਰਟੀ ਨੇ ਵੀ ਕਿਹਾ ਕਿ ਇਹਦੀ ਉਸਾਰੀ ਰੁਕਣੀ ਨਹੀਂ ਚਾਹੀਦੀ, ਪਰ ਜਿਹੜਾ ਐਡਾ ਵੱਡਾ ਇਹ ਘਪਲਾ ਹੋਇਆ ਤੇ ਇਹਦੀ ਜਾਂਚ ਜਿਹੜੀ ਹੈ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਹੋਈ। ਸੰਜੇ ਸਿੰਘ ਨੇ ਕਿਹਾ ਕਿ ਇਹਦੀ ਜਾਂਚ CBI ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਕਰੇ। ਸੋ ਮੁੱਦਾ ਤਾਂ ਬੜਾ ਅਹਿਮ ਹੈ, ਤੇ ਜਿਹੜੇ ਦਸਤਾਵੇਜ਼ ਪੇਸ਼ ਕੀਤੇ ਨੇ ਸੰਜੇ ਸਿੰਘ ਨੇ, ਉਹਦੀ ਕਾਠ ਤਾਂ ਕੋਈ ਹੈ ਨਹੀਂ ਉਹਨਾਂ ਦੇ ਕੋਲ। ਉਲਟਾ ਉਹਦੇ ਘਰ ਤੇ ਇੱਕ ਹਮਲਾ ਹੋਇਆ, ਤੇ ਸੰਜੇ ਸਿੰਘ ਦਾ ਕਹਿਣਾ ਇਹੀ ਹੈ ਕਿ ਇਸੇ ਕਰਕੇ ਹਮਲਾ ਕੀਤਾ ਗਿਆ, ਇਹਨਾਂ ਲੋਕਾਂ ਵੱਲੋਂ ਹੀ ਇਹ ਹਮਲਾ ਕੀਤਾ ਗਿਆ, ਤੇ ਦਿੱਲੀ ਪੁਲਿਸ ਹੁਣ ਇਹਦੀ ਜਾਂਚ ਕਰ ਰਹੀ ਹੈ। ਤੇ ਪਰ ਜਿਸ ਤਰ੍ਹਾਂ ਇਹ ਸਾਰਾ ਕੁਝ ਹੈ, ਉਹਦੇ 'ਚ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਜੇ ਕੋਈ ਵੀ ਮੁੱਦਾ ਉਠਾਉਂਦਾ ਹੈ ਤੇ ਉਹਨੂੰ ਡਰਾਉਣ ਤੇ ਧਮਕਾਉਣ ਦੀ ਜਿਹੜੀ ਇੱਕ ਕਹਿ ਲਓ ਪੂਰੀ ਰੀਤ ਜੀ ਚੱਲੀ ਹੋਈ ਹੈ, ਸਿਲਸਿਲਾ ਚੱਲਿਆ ਹੋਇਆ, ਉਹਦੀ ਕੜੀ ਦੇ ਰੂਪ ਦੇ ਵਿੱਚ ਇਸ ਹਮਲੇ ਨੂੰ ਵੀ ਦੇਖਿਆ ਜਾਣਾ ਚਾਹੀਦਾ ਜੀ। ਦੋਸਾਂਝ ਸਾਹਿਬ, ਕਿਸਾਨ ਅੰਦੋਲਨ ਨੂੰ ਚੱਲਦੇ ਨੂੰ ਦਿੱਲੀ ਦੇ ਵਿੱਚ ਵੀ 6 ਮਹੀਨਿਆਂ ਤੋਂ ਵੱਧ ਹੋ ਗਿਆ, ਤੇ BJP ਵੱਲ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਆਪੋ ਆਪਣੇ ਹਿਸਾਬ ਨਾਲ ਇਹਨੂੰ ਵਰਤਣ ਦੀ ਕੋਸ਼ਿਸ਼ ਜ਼ਰੂਰ ਕੀਤੀ ਆ, ਪਰ ਕੋਈ ਸਿੱਧੇ ਤੌਰ 'ਤੇ ਮਦਦ ਕੀਤੀ ਨਹੀਂ, ਤੇ ਨਾ ਹੀ ਕਿਸਾਨਾਂ ਨੇ ਉਹਨਾਂ ਨੂੰ ਆਪਣੀਆਂ ਸਟੇਜਾਂ ਨੂੰ ਵਰਤਣ ਦੀ ਆਗਿਆ ਦਿੱਤੀ ਆ। ਪਰ ਹੁਣ ਪਿਛਲੇ ਕੁਝ ਦਿਨਾਂ ਤੋਂ BJP ਦੇ ਵਿੱਚ ਬੜੀ ਹਿਲਜੁਲ ਆਈ ਆ, ਜਦੋਂ 2-3 ਉਹਨਾਂ ਦੇ ਉੱਘੇ ਆਗੂ ਨੇ, ਚਲੋ ਮਾਸਟਰ ਮੋਹਨ ਲਾਲ ਰਾਂ ਦਾ ਜ਼ਿਕਰ ਕਰਦੇ ਹਾਂ, ਉਹ ਤੇ ਬਜ਼ੁਰਗ ਨੇ, ਮੇਰੇ ਖਿਆਲ ਹੁਣ ਸਿਆਸਤ ਦਾ ਹਿੱਸਾ ਵੀ ਨਹੀਂ, ਬਹੁਤੇ ਸਿੱਧੇ ਤੌਰ 'ਤੇ ਇਲੈਕਸ਼ਨ ਦਾ ਹਿੱਸਾ ਵੀ ਨਹੀਂ ਰਹਿੰਦੇ, ਤੇ ਜੋਸ਼ੀ ਰਾਂ ਦਾ
ਬੋਲਣਾ ਤੇ ਕੁਝ ਹੋਰ ਲੀਡਰਾਂ ਦਾ ਬੋਲਣਾ, ਤੇ ਉਸ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਦਾ ਬੀਜੇਪੀ ਦੇ ਆਗੂਆਂ ਨੂੰ ਦਿੱਲੀ ਸੱਦ ਕੇ ਗੱਲਬਾਤ ਕਰਨਾ, ਜਿਹਦੇ ਵਿੱਚ ਅਮਿਤ ਸ਼ਾਹ ਤੇ ਜਿਹੜਾ ਉਹਨਾਂ ਦੇ ਪ੍ਰਧਾਨ ਨੇ JP ਨੱਡਾ, ਉਹਨਾਂ ਨਾਲ ਗੱਲਬਾਤ ਹੋਈ ਆ, ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਆਉਣ ਵਾਲੀ ਇਲੈਕਸ਼ਨ ਤੋਂ ਇਲਾਵਾ ਕਿਸਾਨਾਂ ਦੇ ਨਾਲ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਵੀ ਨਜਿੱਠਣ ਲਈ ਕੋਈ ਗੱਲਬਾਤ ਹੋਈ ਆ। ਉਹਦੇ ਬਾਰੇ ਕੋਈ ਜਾਣਕਾਰੀ ਤੁਸੀਂ ਦੇ ਸਕਦੇ ਹੋ? ਇਹਦੇ 'ਚ ਇਹ ਹੈ ਜੀ, ਪਹਿਲੀ ਗੱਲ ਤਾਂ ਇਹ ਆ ਕਿ 26 ਜੂਨ ਨੂੰ 7 ਮਹੀਨੇ ਹੋ ਜਾਣੇ ਨੇ ਦਿੱਲੀ ਦੇ ਬਾਰਡਰਸ ਦੇ ਉੱਤੇ ਕਿਸਾਨਾਂ ਨੂੰ, ਤੇ ਕਿਸਾਨ ਜਥੇਬੰਦੀਆਂ ਨੇ 26 ਜੂਨ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਉਹਦੇ 'ਚ ਇਹੀ ਹੈ ਕਿ ਦੇਸ਼ ਭਰ ਦੇ ਸੂਬਿਆਂ ਦੇ ਰਾਜਪਾਲਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ, ਰਾਜ ਭਵਨਾਂ ਵੱਲ ਜਿਹੜੇ ਗਵਰਨਰ ਹਾਊਸ ਜਿਹੜੇ ਨੇ ਉਹਨਾਂ ਵੱਲ ਮਾਰਚ ਕੀਤਾ ਜਾਏਗਾ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ 'ਚ, ਤੇ 7 ਮਹੀਨੇ ਹੋ ਜਾਣੇ ਨੇ। ਸੋ ਕਿਸਾਨ ਅੰਦੋਲਨ ਜਿਹੜਾ ਆ ਉਹ ਆਪਣੇ ਢੰਗ ਨਾਲ ਚੱਲ ਰਿਹਾ ਹੈ, ਤੇ ਇਨ ਬਿਟਵੀਨ ਝੋਨੇ ਦਾ ਸੀਜ਼ਨ ਹੈ, ਤੇ ਕਿਸਾਨ ਜਿਹੜੇ ਨੇ ਝੋਨੇ ਦੀ ਲਵਾਈ ਦੇ ਵਿੱਚ ਵੀ ਰੁੱਝੇ ਹੋਏ ਨੇ। ਹੋਰ 10-12 ਦਿਨਾਂ ਤੱਕ ਉੱਥੋਂ ਵਿਹਲੇ ਹੋਣਗੇ, ਮੌਸਮ ਵੀ ਬਦਲ ਜਾਏਗਾ। ਐਤਕਾਂ ਜਿਹੜਾ ਮੌਨਸੂਨ ਵੀ 15 ਕੁ ਦਿਨ ਪਹਿਲਾਂ ਆ ਰਿਹਾ ਹੈ। ਹੁਣ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਥੋੜ੍ਹੀ ਥੋੜ੍ਹੀ ਬਾਰਿਸ਼ ਹੋ ਰਹੀ ਹੈ, ਮੀਂਹ ਪੈ ਰਿਹਾ ਹੈ, ਤੇ ਕਿਹਾ ਜਾ ਰਿਹਾ ਹੈ ਕਿ ਮੌਨਸੂਨ ਜਿਹੜਾ ਆ ਉਹ 15 ਕੁ ਦਿਨ ਪਹਿਲਾਂ, ਅੱਗੇ 1 ਜੁਲਾਈ ਤੱਕ ਸਾਡੇ ਪੰਜਾਬ ਚੰਡੀਗੜ੍ਹ 'ਚ ਮੌਨਸੂਨ ਆਉਂਦਾ ਹੈ। ਅੱਜ 16 ਜੂਨ ਹੋ ਗਈ ਹੈ, ਤੇ ਨੀਅਰ ਅਬਾਊਟ ਕਹਿ ਲਓ 15 ਕੁ ਦਿਨ ਪਹਿਲਾਂ ਮੌਨਸੂਨ ਆ ਗਿਆ। ਲੋਕ ਵਿਹਲੇ ਹੋਣਗੇ ਝੋਨੇ ਦੀ ਲਵਾਈ ਤੋਂ, ਝੋਨੇ ਦੀ ਲਵਾਈ ਵੀ ਸੌਖੀ ਹੋ ਜਾਏਗੀ। ਬਿਜਲੀ ਦਾ ਸੰਕਟ ਵੀ ਹੈ, ਸਾਰੇ ਦਾਅਵਿਆਂ ਦੇ ਬਾਵਜੂਦ ਬਿਜਲੀ ਜਿਹੜੀ 8 ਘੰਟੇ ਨਿਰਵਿਘਨ ਨਹੀਂ ਮਿਲ ਰਹੀ, ਤਾਂ ਫਿਰ ਮੀਂਹ ਦੇ ਨਾਲ ਥੋੜ੍ਹੀ ਰਾਹਤ ਹੈ ਕਿਸਾਨਾਂ ਨੂੰ। ਸੋ ਜਦੋਂ ਇਹ ਝੋਨੇ ਦਾ ਕੰਮ ਮੁੱਕੇਗਾ ਤੇ ਤਦਾਦ ਹੋਰ ਵਧੇਗੀ ਬਾਰਡਰਸ ਦੇ ਉੱਤੇ, ਤੇ ਉਹਦਾ ਪ੍ਰੈਸ਼ਰ ਵੀ ਵਧੇਗਾ ਸਰਕਾਰ ਤੇ। ਦੂਜੀ ਗੱਲ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਮਾਮਲਾ ਆ ਪੰਜਾਬ ਦੇ ਵਿੱਚ, ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਈ ਬਹੁਤ ਮੁਸ਼ਕਲ ਹਾਲਾਤ ਹੈ। ਰਿਐਲਿਟੀ ਇਹ ਹੈ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ, ਤੇ ਜਿਵੇਂ ਕਿਸਾਨ ਅੰਦੋਲਨ ਨੂੰ ਲੀਡ ਕਰ ਰਹੀਆਂ ਜਥੇਬੰਦੀਆਂ ਨੇ ਵੱਖ-ਵੱਖ ਥਾਵਾਂ ਤੇ, ਖਾਸ ਤੌਰ ਤੇ ਪੰਜਾਬ ਤੇ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਕਿਸਮ ਦਾ ਬਾਈਕਾਟ ਕੀਤਾ ਹੋਇਆ ਹੈ। ਜਿੱਥੇ ਕਿਤੇ ਵੀ ਉਹਨਾਂ ਦੇ ਲੀਡਰ ਜਾਂਦੇ ਨੇ, ਉਹਨਾਂ ਦਾ ਵਿਰੋਧ ਹੁੰਦਾ ਹੈ, ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਦੇ ਘਰਾਓ ਹੁੰਦੇ ਨੇ, ਉਹਨਾਂ ਦੇ ਘਰਾਂ ਦੇ ਮੂਹਰੇ ਧਰਨੇ ਆ, ਉਹਨਾਂ ਦੇ ਦਫ਼ਤਰਾਂ ਦੇ ਮੂਹਰੇ ਧਰਨੇ ਆ। ਉਹਦੇ ਕਰਕੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਘਰਾਂ ਚੋਂ ਨਿਕਲਣਾ ਮੁਸ਼ਕਲ ਹੋਇਆ ਹਰਿਆਣੇ ਤੇ ਪੰਜਾਬ 'ਚ ਖਾਸ ਤੌਰ ਦੇ ਉੱਤੇ। ਤੇ ਪੰਜਾਬ ਦੇ ਵਿੱਚ ਬਹੁਤੇ ਨਹੀਂ, 1-2 ਲੀਡਰ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬਹੁਤ ਵੋਕਲ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ, ਤੇ ਲਗਾਤਾਰ ਉਹ ਕਿਸਾਨਾਂ ਦੇ ਖਿਲਾਫ ਬੋਲਦੇ ਨੇ, ਖਾਸ ਤੌਰ ਤੇ ਹਰਜੀਤ ਗਿੱਲ। ਉਹਦੇ ਨਾਲ ਮਾਹੌਲ ਜਿਹੜਾ ਆ ਹੋਰ ਜ਼ਿਆਦਾ ਤੱਤਾ ਹੁੰਦਾ ਹੈ, ਤੇ ਫਿਰ ਟਕਰਾਅ ਦੀ ਸਥਿਤੀ ਜ਼ਿਆਦਾ ਵੱਧ ਜਾਂਦੀ ਹੈ, ਤੇ ਫਿਰ ਜਿਹੜੀ ਬਾਕੀ ਲੀਡਰਸ਼ਿਪ ਹੈ ਉਹਨਾਂ ਨੂੰ ਸ਼ਾਇਦ ਮੁਸ਼ਕਲ ਆ ਰਹੀ ਹੈ। ਤੇ ਉਹ ਫਿਰ ਜਿਹੜਾ ਤੁਸੀਂ ਮਾਸਟਰ ਮੋਹਨ ਲਾਲ ਦਾ ਜ਼ਿਕਰ ਕੀਤਾ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕਿਸਾਨ ਅੰਦੋਲਨ ਬਾਰੇ ਗੱਲ ਕੀਤੀ ਹੈ, ਤੇ ਜਿਹੜੇ ਨਾਲ ਦੀ ਨਾਲ ਇੱਕ ਹੋਰ ਲੀਡਰ ਦਾ ਨਾਮ ਆਪਾਂ ਲਿਆ ਸੀ, ਮੈਂ ਜੋਸ਼ੀ ਅੰਮ੍ਰਿਤਸਰ ਤੋਂ ਨੇ ਜੀ, ਕਾਫੀ ਅਨਿਲ ਜੋਸ਼ੀ, ਹਾਂਜੀ ਜੀ, ਸਾਬਕਾ ਮਿਨਿਸਟਰ ਨੇ ਅਨਿਲ ਜੋਸ਼ੀ। ਤੇ ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਹੈ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਇਹਨੂੰ ਥੋੜਾ ਸਮਝਣ ਦੀ ਜ਼ਰੂਰਤ ਹੈ, ਤੇ ਥੋੜੀ ਫਰਾਖਦਿਲੀ ਦੇ ਨਾਲ ਸੈਂਟਰਲ ਲੀਡਰਸ਼ਿਪ ਵੀ, ਸਰਕਾਰ ਨੂੰ ਵੀ ਇਹਦੇ ਤੇ ਕੋਈ ਨਾ ਕੋਈ ਫੈਸਲਾ ਕਰਨਾ ਚਾਹੀਦਾ ਹੈ। ਤੇ ਫਿਰ ਉਹ ਟਕਰਾਅ ਦੀ ਸਥਿਤੀ ਬਣੀ ਹੈ ਪੰਜਾਬ 'ਚ। ਹਰਜੀਤ ਗਿੱਲ ਜਿਹੜੇ ਆ ਉਹ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਕਈ ਵਾਰ ਗਰੇਵਾਲ ਨੇ ਸਰ, ਤੇ ਫਿਰ ਹਰਜੀਤ ਗਰੇਵਾਲ ਨੇ, ਹਾਂਜੀ ਤੁਸੀਂ ਸਾਹਮਣੇ ਬੈਠੇ ਹੋ, ਹਰਜੀਤ ਗਰੇਵਾਲ। ਤੇ ਇਹ ਮੈਨੂੰ ਲੱਗਦਾ ਗਰੇਵਾਲ ਗੇਲੇ ਇੱਕੋ ਕਿਤੇ ਤਾਂ ਨਹੀਂ, ਉਹ ਥੋੜਾ ਬਹੁਤ ਇਹਦਾ ਤਾਂ ਜਿੱਥੇ ਗੋਤ ਹੁੰਦੇ ਆ ਥੋੜੇ ਨੇੜੇ ਤੇੜੇ ਹੁੰਦੇ ਆ, ਤੇ ਚਲੋ ਖੈਰ ਤੇ ਉਹ ਨਾ ਜੀ, ਉਹ ਫਿਰ ਹੁਣ ਜਿਹੜੇ ਅਨਿਲ ਜੋਸ਼ੀ ਆ ਉਹਨਾਂ ਨੇ ਬਹੁਤ ਸੌਫਟਲੀ ਇਹ ਗੱਲ ਕਹੀ ਹੈ ਕਿ ਹਰਜੀਤ ਗਰੇਵਾਲ ਨੂੰ ਜਿਹੜਾ ਆ ਏਦਾਂ ਨਹੀਂ ਕਰਨਾ ਚਾਹੀਦਾ, ਤੇ ਹਰਜੀਤ ਗਰੇਵਾਲ ਉਹਨਾਂ ਨੂੰ ਪਾਰਟੀ ਚੋਂ ਬਾਹਰ ਜਾਣ ਦੀਆਂ ਸਲਾਹਾਂ ਦੇ ਰਹੇ ਆ, ਤੇ ਇਦਾਂ ਦਾ ਕੁਝ ਚੱਲ ਰਿਹਾ। ਤੇ ਉਹ ਨੈਸ਼ਨਲ ਲੀਡਰਸ਼ਿਪ ਨੇ ਬੁਲਾਇਆ, ਸਾਰੀਆਂ ਲੀਡਰਸ਼ਿਪ ਜਿਹੜੀਆਂ ਹੈਗੀਆਂ ਵੱਖ-ਵੱਖ ਸਟੇਟਸ ਦੀਆਂ, ਖਾਸ ਤੌਰ ਤੇ 5 ਸਟੇਟਾਂ ਦੇ ਜਿਹੜੇ ਅਹੁਦੇਦਾਰ ਆ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੇ, ਜਿੱਥੇ ਚੋਣਾਂ ਹੋਣੀਆਂ, ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ, ਤੇ ਸ਼ਾਇਦ ਗੋਆ 'ਚ ਵੀ ਚੋਣਾਂ ਹੋਣੀਆਂ, ਤੇ ਪੰਜਾਬ। ਤੇ ਉਹਨਾਂ ਨੂੰ ਕੁਝ ਹਦਾਇਤਾਂ ਦਿੱਤੀਆਂ ਉਹਨਾਂ ਨੇ ਵੀ ਕਿਵੇਂ ਹੋ ਸਕਦਾ। ਉਹ 'ਚ ਕਿਸਾਨ ਅੰਦੋਲਨ ਬਾਰੇ ਵੀ ਗੱਲ ਹੈ, ਤੇ ਉਹ ਡਿਟੇਲਸ ਤਾਂ ਨਹੀਂ ਹੈ ਵੀ ਕਿਸਾਨ ਅੰਦੋਲਨ ਬਾਰੇ ਕੀ ਸੋਚਦੀ ਹੈ ਭਾਰਤੀ ਜਨਤਾ ਪਾਰਟੀ,
ਪਰ ਪਹਿਲਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਸੀ ਉਹ ਇਹੀ ਆ ਰਹੀਆਂ ਸੀ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਥੱਲੇ ਲੀਡਰ ਨੇ ਪੰਜਾਬ ਤੇ ਹਰਿਆਣੇ 'ਚ ਖਾਸ ਤੌਰ ਦੇ ਉੱਤੇ ਜਿਹੜੇ ਕੰਮ ਕਰ ਰਹੇ ਆ, ਉਹਨਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਕੰਮ ਕਰਦਿਆਂ ਜਾਂ ਲੋਕਾਂ 'ਚ ਜਾਂਦਿਆਂ ਹੋਇਆਂ, ਉਹਨਾਂ ਨੇ ਬਹੁਤ ਜ਼ੋਰ ਨਾਲ ਇਹ ਗੱਲ ਰੱਖੀ ਹੈ ਵੀ ਸਾਡੀ ਮੁਸ਼ਕਲ ਬਣੀ ਹੋਈ ਹੈ, ਇਸ ਮਸਲੇ ਦਾ ਕੋਈ ਹੱਲ ਕਰੋ। ਪਰ ਸਰਕਾਰ ਹਾਲੇ ਵੀ ਢੀਠਤਾਈ ਤੇ ਹੈ, ਬੇਈਮਾਨੀ ਤੇ ਹੈ। ਪਤਾ ਨਹੀਂ ਸਰਕਾਰ ਦੇ ਮਨ 'ਚ ਕੀ ਹੈ। ਸਾਨੂੰ ਤਾਂ ਲੱਗਦਾ ਸੀ ਵੀ ਹਾਂ, ਜਿਹੜੀਆਂ ਇਲੈਕਸ਼ਨਸ ਹੈਗੀਆਂ 5 ਸੂਬਿਆਂ ਦੀਆਂ, ਉਹਨਾਂ ਦੇ ਨਤੀਜਿਆਂ ਤੋਂ ਬਾਅਦ ਸਰਕਾਰ ਜ਼ਰੂਰ ਸੰਵਾਦ ਕਰੇਗੀ। ਤੇ ਸਰਕਾਰ ਵੱਲੋਂ ਕਿਹਾ ਵੀ ਗਿਆ ਬਾਰ-ਬਾਰ, ਤੇ ਸਪੈਸ਼ਲੀ ਪਿੱਛੇ ਨਰਿੰਦਰ ਤੋਮਰ ਨੇ ਕਿਹਾ ਕਿ ਅਸੀਂ ਗੱਲ ਕਰਨ ਨੂੰ ਤਿਆਰ ਹੈ, ਤੇ ਪਰ ਹਾਲੇ ਤੱਕ ਨਾ ਸਮਾਂ ਦੱਸਿਆ ਗਿਆ, ਨਾ ਥਾਂ ਦੱਸੀ ਗਈ ਹੈ। ਸੋ ਕਿਸਾਨ ਕਿਹਦੇ ਨਾਲ ਗੱਲ ਕਰਨ? ਸੋ ਡੈਡਲੌਕ ਦੀ ਸਥਿਤੀ ਬਣੀ ਹੋਈ ਹੈ ਜੀ। ਦਸਾਂਝ ਸਾਹਿਬ, ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੀ ਆ, ਪੋਲੀਟੀਕਲ ਪਾਰਟੀਆਂ ਦੀਆਂ ਸਰਗਰਮੀਆਂ ਵੱਧ ਰਹੀਆਂ ਨੇ। ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ ਸੀਗਾ, ਤੇ ਹੁਣ ਜਿਹੜੀ ਨਵਾਂ ਗੁੱਟਬੰਦੀ ਹੋਈ ਆ, ਨਵਾਂ ਸਮਝੌਤਾ ਆ ਬਸਪਾ ਤੇ ਅਕਾਲੀ ਦਲ ਦਾ, ਉਹਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਹਿ ਲਓ ਕੀਤਾ ਆ। ਜਿਹੜੇ ਕੋਵਿਡ ਨਾਲ ਨਿਪਟਣ ਲਈ ਪੰਜਾਬ ਗੌਰਮੈਂਟ ਦੇ ਜਿਹੜੇ ਕੰਮ ਹੋਏ ਨੇ, ਜਿਵੇਂ ਟੀਕੇ ਵੇਚੇ ਨੇ, ਫਤਿਹ ਕਿੱਟ ਦਾ ਮਾਮਲਾ ਆ, ਉਹਨਾਂ ਨੂੰ ਲੈ ਕੇ ਉਹਨਾਂ ਨੇ ਕੀਤਾ ਆ। ਪੋਲੀਟੀਕਲ ਸਰਗਰਮੀਆਂ ਦਾ ਦੌਰ ਜਿਹੜਾ ਉਹ ਸ਼ੁਰੂ ਹੋ ਗਿਆ ਆ। ਤੇ ਦੂਜੇ ਪਾਸੇ ਕਾਂਗਰਸ ਦਾ ਕਾਟੋ ਕਲੇਸ਼ ਜਿਹੜਾ ਆ ਉਹ ਵੀ ਕਿਤੇ ਥੰਮਿਆ ਹੋਇਆ ਨਜ਼ਰ ਆ ਰਿਹਾ। ਪਿਛਲੇ 2 ਦਿਨ ਤੋਂ ਕੋਈ ਇੱਦਾਂ ਦੀ ਵੱਡੀ ਖਬਰ ਸਾਹਮਣੇ ਨਹੀਂ ਆਈ, ਸਿਵਾਏ ਇਸ ਗੱਲ ਦੇ ਕਿ ਜਿਹੜੀ ਆਪਾਂ ਕੱਲ੍ਹ ਡਿਸਕਸ ਕੀਤਾ ਸੀ ਕਿ ਪ੍ਰਗਟ ਸਿੰਘ ਹਰਾਂ ਦਾ ਨੁਕਸਾਨ ਹੋ ਸਕਦਾ, ਤੇ ਜਾਂ ਫਿਰ ਪ੍ਰਧਾਨਗੀ ਜਿਹੜੀ ਆ ਉਹ ਜਾਖੜ ਸਾਹਿਬ ਦੀ ਜਾ ਸਕਦੀ ਆ। ਉਸ ਤੋਂ ਬਾਅਦ ਜਿਹੜੀ ਆ ਉਹ ਚੁੱਪ ਛਾ ਗਈ ਆ। ਇਹਦੇ ਪਿੱਛੇ ਕੀ ਕਾਰਨ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜ਼ਰੂਰ ਹੈ ਕਿ ਹੁਣ ਜੇ ਉਹਨਾਂ ਦਾ ਗੱਠਜੋੜ ਹੈ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ, ਤੇ ਉਹਨਾਂ ਨੇ ਸਮਾਂ ਰਹਿੰਦੇ ਆਪਣਾ ਗੱਠਜੋੜ ਦਾ ਐਲਾਨ ਕਰ ਦਿੱਤਾ ਹੈ। ਸੀਟਾਂ ਵੀ 20 ਜਿਹੜੀਆਂ ਆ ਉਹ ਦੱਸ ਦਿੱਤਾ ਗਿਆ ਵੀ ਕਿਹੜੀ ਕਿਹੜੀ ਸੀਟ ਜਿਹੜੀ ਆ ਬਹੁਜਨ ਸਮਾਜ ਪਾਰਟੀ ਕੋ ਗਈ ਹੈ। ਤੇ ਉਹਨਾਂ ਨੇ ਤਾਂ ਲਾਜ਼ਮੀ ਤੌਰ ਦੇ ਉੱਤੇ ਆਪਣੀ ਜਿਹੜੀ ਐਕਟੀਵਿਟੀਜ਼ ਜਿਹੜੀ ਆ ਉਹ ਸਟਾਰਟ ਕਰਨੀ ਸੀ, ਸ਼ੁਰੂ ਕਰਨੀ ਸੀ ਸਾਂਝੇ ਤੌਰ ਦੇ ਉੱਤੇ, ਤੇ ਉਹਨਾਂ ਨੇ ਕਰ ਦਿੱਤੀ ਹੈ। ਤੇ ਉਹਦੇ 'ਚ ਕੁਝ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਉਹ ਐਕਟਿਵ ਹੋ ਗਏ ਨੇ ਸਰਕਾਰ ਦੇ ਖਿਲਾਫ। ਤੇ ਕੱਲ ਸਿਸਮਾ ਦੇ ਵਿੱਚ ਫਾਰਮ ਹਾਊਸ ਦੇ ਸਾਹਮਣੇ ਜਿਹੜਾ ਫਾਰਮ ਹਾਊਸ ਹੈਗਾ ਕੈਪਟਨ ਅਮਰਿੰਦਰ ਦਾ, ਉੱਥੇ ਉਹਨਾਂ ਨੇ ਧਰਨਾ ਵੀ ਲਾਇਆ, ਤੇ ਉਹਨਾਂ ਤੇ ਪਾਣੀ ਦੀਆਂ ਬਾਛੜਾਂ ਵੀ ਮਾਰੀਆਂ ਗਈਆਂ ਸੁਖਬੀਰ ਸਿੰਘ ਬਾਦਲ ਨੂੰ, ਤੇ ਜਿਹੜਾ ਗੜੀ ਹੈ ਉਹਨਾਂ ਦਾ ਬਹੁਜਨ ਸਮਾਜ ਪਾਰਟੀ ਦਾ ਪ੍ਰਧਾਨ, ਉਹਨਾਂ ਨੂੰ ਥੋੜ੍ਹੀ ਦੇਰ ਦੇ ਹਿਰਾਸਤ ਵਿੱਚ ਵੀ ਲਿਆ ਗਿਆ। ਸੋ ਇਹ ਸਾਰਾ ਕੁਝ ਚੱਲ ਰਿਹਾ ਕਿਉਂਕਿ ਉਹਨਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰਨੀਆਂ, ਤੇ ਕਾਂਗਰਸ ਪਾਰਟੀ ਦਾ ਆਪਣਾ ਕਾਟੋ ਕਲੇਸ਼ ਹਾਲੇ ਚੱਲ ਰਿਹਾ ਹੈ, ਜਿਹੜਾ ਹਾਲ ਫਿਲਹਾਲ ਸ਼ਾਂਤ ਦਿਖਾਈ ਦੇ ਰਿਹਾ ਹੈ। ਪਰ ਜਦੋਂ ਹਾਈ ਕਮਾਨ ਵੱਲੋਂ ਕੋਈ ਅੰਤਮ ਫੈਸਲਾ ਸਾਹਮਣੇ ਆਏਗਾ ਤੇ ਫਿਰ ਨਵੀਆਂ ਸਥਿਤੀਆਂ ਪੈਦਾ ਹੋਣਗੀਆਂ। ਪਰ ਇਹਦੇ 'ਚ ਮੈਂ ਗੱਲ ਕਰਨੀ ਇਹ ਚਾਹੁੰਦਾ ਹੈ ਕਿ ਅਕਸਰ ਇਹ ਹੁੰਦਾ ਹੈ ਵੀ ਜਿਹੜੀ ਕਾਂਗਰਸ ਹੈ ਉਹ ਪਛੜ ਜਾਂਦੀ ਹੈ ਆਪਣੇ ਉਮੀਦਵਾਰ ਫਾਈਨਲ ਕਰਨ ਦੇ ਵਿੱਚ, ਤੇ ਜਿਹੜੇ ਬਾਕੀ ਧਿਰਾਂ ਹੁੰਦੀਆਂ ਆਪਣੇ ਉਮੀਦਵਾਰ ਫਾਈਨਲ ਕਰਕੇ, ਖਾਸ ਤੌਰ ਤੇ ਅਕਾਲੀ ਦਲ ਬੀਜੇਪੀ ਗੱਠਜੋੜ ਵੀ ਜਿਹੜਾ ਪਹਿਲਾਂ ਰਿਹਾ, ਉਹ ਆਪਣੇ ਉਮੀਦਵਾਰ ਜਿਹੜੇ ਆ ਪਹਿਲਾਂ ਤੈਅ ਕਰ ਲੈਂਦੇ ਆ। ਤੇ ਹਾਲੇ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਤੈਅ ਨਹੀਂ ਕੀਤੇ ਹੁੰਦੇ, ਤੇ ਉਹਨਾਂ ਦਾ ਇੱਕ ਗੇੜਾ ਪਿੰਡਾਂ ਦੇ ਵਿੱਚ ਹੋ ਵੀ ਚੁੱਕਾ ਹੁੰਦਾ ਉਹਨਾਂ ਦੇ ਕੈਂਡੀਡੇਟਸ ਦਾ। ਹੁਣ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਵੱਲੋਂ ਵੀ ਇਸੇ ਕਿਸਮ ਨਾਲ ਅੱਗੇ ਵਧਣ ਦੀ ਤਿਆਰੀ ਹੈ। ਭਾਵੇਂ ਜਿਹੜਾ ਬਹੁਜਨ ਸਮਾਜ ਪਾਰਟੀ ਨੂੰ ਸੀਟਾਂ ਦੀ ਵੰਡ ਹੋਈ ਆ, ਤੇ ਉਹਦੇ ਤੋਂ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਉਹ ਬਹੁਤਾ ਖੁਸ਼ ਨਹੀਂ ਹੈ। ਤੇ ਇਸ ਕਰਕੇ ਥੱਲੇ ਬਹੁਤ ਵਿਰੋਧ ਵੀ ਹੋ ਰਿਹਾ ਇਸ ਗੱਲ ਦਾ ਵੀ ਜਿਹੜੀਆਂ ਸੀਟਾਂ ਦਿੱਤੀਆਂ ਗਈਆਂ ਬਹੁਜਨ ਸਮਾਜ ਪਾਰਟੀ ਨੂੰ, ਉਹ ਸੀਟਾਂ ਜਿਹੜੀਆਂ ਬਹੁਤੀਆਂ ਜਿੱਤਣ ਵਾਲੀਆਂ ਨਹੀਂ ਹੈ। ਈਵਨ ਮਾਝੇ ਤੇ ਮਾਲਵੇ ਦੀਆਂ ਸੀਟਾਂ ਤਾਂ ਇਸ ਕਿਸਮ ਦੀਆਂ ਜਿਹਦੇ ਤੋਂ 0% ਉਮੀਦ ਹੈ ਕਿ ਉੱਥੋਂ ਕੋਈ ਬਹੁਜਨ ਸਮਾਜ ਪਾਰਟੀ ਦਾ ਕੈਂਡੀਡੇਟ ਜਿੱਤੇਗਾ। ਦੁਆਬੇ ਦੇ ਵਿੱਚ ਵੀ ਜਿਹੜੀਆਂ ਸੀਟਾਂ ਦੇ ਉੱਤੇ ਜਿੱਤਣ ਦੀ ਪੋਜੀਸ਼ਨ ਸੀ, ਉਹਦੀ ਥਾਂ ਦੇ ਉੱਤੇ ਹੋਰ ਸੀਟਾਂ ਦਿੱਤੀਆਂ ਗਈਆਂ, ਜਿਹਦੇ ਕਰਕੇ ਇੱਕ ਕਾਫੀ ਜ਼ਿਆਦਾ ਹਲਚਲ ਹੈ ਬਹੁਜਨ ਸਮਾਜ ਪਾਰਟੀ ਦੇ ਹੇਠਲੇ ਕਾਡਰ ਦੇ ਵਿੱਚ। ਪਰ ਉਹਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਇਹਨਾਂ ਨੇ ਆਪਣੇ ਕੈਂਡੀਡੇਟ ਫਾਈਨਲ ਕਰਕੇ ਪਿੰਡਾਂ 'ਚ ਇੱਕ ਦੋ ਦੌਰੇ ਵੀ ਮੁਕੰਮਲ ਕਰ ਲੈਣੇ ਆ। ਤੇ ਕਾਂਗਰਸ ਪਾਰਟੀ ਨੇ ਹਾਲੇ ਉਲਝੇ ਰਹਿਣਾ ਆ। ਇੱਕ ਤਾਂ ਉਹਨਾਂ ਦਾ ਮਾਮਲਾ ਨਹੀਂ ਸੁਲਝ ਰਿਹਾ, ਉਹਦੇ 'ਚ ਹਾਈ ਕਮਾਨ ਪਤਾ ਨਹੀਂ ਕਿਉਂ ਇੰਨੀ ਦੇਰੀ ਕਰ ਰਹੀ ਹੈ। ਦੂਜਾ ਜਿਹੜਾ ਅੰਦਰੂਨੀ ਜਿਹੜੇ ਕਾਟੋ ਕਲੇਸ਼ ਹੈ, ਜੇ ਉਹ ਅੰਤਮ ਫੈਸਲਾ ਵੀ ਆਉਂਦਾ, ਉਹਦੀ ਹੋਰ ਵਧਣ ਦੀ ਵੀ ਸੰਭਾਵਨਾ ਪੈਦਾ ਹੋ ਸਕਦੀ ਹੈ। ਤੇ ਉਧਰ ਆਮ ਆਦਮੀ ਪਾਰਟੀ ਦਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ, ਜਿੱਥੇ ਉਹ ਧਰਨੇ ਮੁਜ਼ਾਹਰੇ ਕਰ ਰਹੇ ਆ ਉਹ ਤਾਂ ਠੀਕ ਹੈ, ਉਹਨਾਂ ਨੇ ਕਰਨਾ ਹੈ। ਪ੍ਰੈਸ ਕਾਨਫਰੰਸਾਂ ਲਗਭਗ ਰੋਜ਼ ਹੀ ਭਗਵੰਤ ਮਾਨ ਦੀਆਂ, ਰਾਘਵ ਚੱਡੇ ਦੀਆਂ ਹੋ ਜਾਂਦੀਆਂ,
ਔਰ ਜ਼ਿਆਦਾ ਜ਼ੋਰ ਉਹਨਾਂ ਦਾ ਇਹ ਲੱਗਾ ਹੈ ਕਿ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਬੰਦੇ ਹੁਣ ਆਮ ਆਦਮੀ ਪਾਰਟੀ ਸ਼ਾਮਲ ਕੀਤੇ ਜਾਣ। ਸੱਜਣ ਸਿੰਘ ਚੀਮੇ ਨੂੰ ਸ਼ਾਮਲ ਕੀਤਾ ਗਿਆ ਸੀ, ਇੱਕ ਵੱਡੇ ਪੁਲਿਸ ਅਫਸਰ ਨੂੰ, ਸੇਵਾ ਮੁਕਤ ਪੁਲਿਸ ਅਫਸਰ ਜਿਹੜਾ, ਉਹਨੂੰ ਵੀ ਕੱਲ ਸ਼ਾਮਲ ਕੀਤਾ ਗਿਆ ਆਮ ਆਦਮੀ ਬਲਕਾਰ ਸਿੰਘ ਪਾਰਟੀ ਨਾਂ ਦੇ ਦਾ ਕੋਈ ਵਿੱਚ। ਅਫਸਰ ਹੈ ਮੇਰੇ ਖਿਆਲ ਜੀ ਇਹ। ਜੀ ਉਹ ਬਲਕਾਰ ਸਿੰਘ ਨਾਂ ਦਾ, ਤੇ ਉੱਥੇ ਉਹ ਹਾਜ਼ਰੀ ਜਿਹੜੀ ਸੀ ਉਹਦੇ ਚ ਸੁਰਿੰਦਰ ਸਿੰਘ ਸੋਢੀ ਓਲੰਪੀਅਨ ਵੀ ਬੈਠੇ ਸੀ ਜਦੋਂ ਉਹਨੂੰ ਸ਼ਾਮਲ ਕੀਤਾ ਗਿਆ। ਦੋ ਚਾਰ ਹੋਰ ਜਿਹੜੇ ਵੱਡੇ ਨਾਂ ਵੀ ਆਏ ਆ। ਤੋ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ ਵੀ ਵੱਧ ਤੋਂ ਵੱਧ ਚਿਹਰੇ ਜਿਹੜੇ ਆਮ ਆਦਮੀ ਪਾਰਟੀ 'ਚ ਲਿਆਂਦੇ ਜਾਣ। ਉਹਨਾਂ ਦੀ ਇਹ ਪੋਲਿਟਿਕਸ ਹੈ। ਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਨੇ ਲਗਭਗ ਕਮਰ ਕੱਸ ਲਈ ਹੈ ਤੇ ਆਪੋ ਆਪਣੇ ਕੈਂਡੀਡੇਟ ਉਹਨਾਂ ਨੇ ਛੇਤੀ ਫਾਈਨਲ ਕਰ ਲੈਣੇ। ਸ਼ਾਇਦ ਸਭ ਤੋਂ ਪਹਿਲਾਂ ਉਹਨਾਂ ਦੇ ਕੈਂਡੀਡੇਟ ਫਾਈਨਲ ਹੋਣਗੇ। ਤੇ ਉਹਨਾਂ ਨੇ ਕੁਝ ਉਮੀਦਵਾਰ ਤਾਂ ਪਹਿਲਾਂ ਹੀ ਉਹਨੇ ਸੁਖਬੀਰ ਬਾਦਲ ਨੇ ਐਲਾਨ ਦਿੱਤੇ ਸੀਗੇ, ਤੇ ਇੱਕ ਦੋ ਚਾਰ, ਤੇ ਦੇਖਦੇ ਆ ਕੀ ਹੁੰਦਾ। ਪਰ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਕੋਈ ਇਸ ਪੱਖ ਦਾ ਨਹੀਂ ਹੈ ਕਿ ਇਸ ਚੋਣ ਸਿਆਸਤ ਦੇ ਵਿੱਚੋਂ ਪੰਜਾਬੀਆਂ ਦੀ ਤਕਦੀਰ ਜਿਹੜੀ ਆ ਕੋਈ ਬਦਲਣ ਦਾ ਕੋਈ ਸਵਾਲ ਪੈਦਾ ਹੁੰਦਾ ਹੋਵੇ, ਇਦਾਂ ਦੀ ਸੰਭਾਵਨਾ ਨਹੀਂ ਹੈ ਜੀ। ਦਸਾਂਝ ਸਾਹਿਬ, ਤੁਸੀਂ ਕਿਹਾ ਕਿ ਵੱਧ ਤੋਂ ਵੱਧ ਚਿਹਰੇ ਲਿਆਉਣ ਦੀ ਸਿਆਸਤ ਕਰ ਰਹੀ ਆ ਆਮ ਆਦਮੀ ਪਾਰਟੀ, ਪਰ ਆਮ ਆਦਮੀ ਪਾਰਟੀ ਦੀ ਫੇਲਰ ਜਦੋਂ ਗਣਾਉਂਦੇ ਨੇ ਤੇ ਉਦੋਂ ਸਭ ਤੋਂ ਵੱਡਾ ਉਹਨਾਂ ਦਾ ਇਹ ਗਿਣਾਇਆ ਜਾਂਦਾ ਹੈ ਕਿ ਉਹਨਾਂ ਕੋਲ ਪੰਜਾਬ ਦੇ ਵਿੱਚ ਅਗਵਾਈ ਕਰਨ ਵਾਲਾ, ਯਾਨੀ ਕਿ ਸੀਐਮ ਦੀ ਪੋਸਟ ਦੇ ਬਰਾਬਰ ਦਾ ਕੋਈ ਕੈਂਡੀਡੇਟ ਹੈ ਨਹੀਂ। ਤੇ ਜੇ ਕੋਈ ਆਉਣਾ ਚਾਹੁੰਦਾ ਸੀ ਤੇ ਭਗਵੰਤ ਮਾਨ ਜਾਂ ਜਿਹੜੇ ਪਹਿਲਾਂ ਆਏ ਕੁਝ ਲੋਕ ਸੀ ਜਿਨ੍ਹਾਂ ਦੀ ਸੌੜੀ ਸਿਆਸਤ ਕਰਕੇ ਉਹ ਉਹਨਾਂ ਨੇ ਆਉਣ ਨਹੀਂ ਦਿੱਤਾ। ਤੇ ਖੁਦ ਭਗਵੰਤ ਮਾਨ ਜਾਂ ਕੁਝ ਇੱਕ ਦੋ ਹੋਰ ਲੋਕ ਸੀ ਜਿਹੜੇ ਸੀਐਮ ਦੇ ਦਾਅਵੇਦਾਰੀ ਕਰਦੇ ਸੀ, ਪਰ ਉਹਨਾਂ ਦਾ ਕੱਦ ਏਡਾ ਵੱਡਾ ਨਹੀਂ ਕਿ ਲੋਕ ਉਹਨਾਂ ਨੂੰ ਸੀਐਮ ਦੇ ਤੌਰ ਤੇ ਐਕਸੈਪਟ ਕਰ ਲੈਣ। ਇਹ 'ਚ ਕੋਈ ਸ਼ੱਕ ਨਹੀਂ ਕਿ ਕਲਾਕਾਰ ਦੇ ਤੌਰ ਤੇ ਉਹਦਾ ਕਾਫੀ ਨਾਂ ਸੀਗਾ ਔਰ ਭਗਵੰਤ ਦੇ ਬਾਰੇ ਜਿਸ ਤਰ੍ਹਾਂ ਦਾ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ। ਪਰ ਜਿਹੜਾ ਸੀਐਮ ਦਾ ਕੈਂਡੀਡੇਟ ਆ ਉਸ ਪਾਏ ਦਾ ਕੋਈ ਲੀਡਰ ਅਜੇ ਵੀ ਆਮ ਆਦਮੀ ਪਾਰਟੀ 'ਚ ਕਿਤੇ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ। ਤੇ ਫਿਰ ਲੋਕਾਂ ਨੂੰ ਭਰਮ ਪੈਦਾ ਹੋ ਜਾਂਦਾ ਹੈ ਕਿ ਸ਼ਾਇਦ ਕੇਜਰੀਵਾਲ ਵਿੰਗੇ ਟੇਢੇ ਢੰਗ ਨਾਲ ਪੰਜਾਬ ਦਾ ਸੀਐਮ ਬਣਨਾ ਚਾਹੁੰਦੇ ਨੇ, ਜਿਹਨੂੰ ਪੰਜਾਬ ਦਾ ਵੋਟਰ ਸ਼ਾਇਦ ਪਸੰਦ ਨਹੀਂ ਕਰਦਾ। ਹਾਲਾਂਕਿ ਮੇਰੇ ਹਿਸਾਬ ਨਾਲ ਤਾਂ ਪਤਾ ਨਹੀਂ ਇੱਦਾਂ ਕਿਉਂ ਇਹ ਪਾਬੰਦੀ ਆ ਕਿ ਜਿਹੜੀ ਸਟੇਟ ਤੋਂ ਕਿਸੇ ਨੇ ਐਮਐਲਏ ਲੜਨਾ ਉਹ ਸਟੇਟ 'ਚ ਉਹਦੀ ਵੋਟ ਹੋਣੀ ਜ਼ਰੂਰੀ ਆ, ਜਦੋਂ ਕਿ ਭਾਰਤ ਦਾ ਨਾਗਰਿਕ ਹੋਵੇ। ਮੈਂ ਸਮਝਦਾ ਕਿਤੋਂ ਵੀ ਕੋਈ ਲੜ ਲਵੇ ਤੇ ਕੋਈ ਹਰਜ ਨਹੀਂ ਜੇ ਟਰੂ ਡੈਮੋਕ੍ਰੇਸੀ ਆ ਤਾਂ। ਤੇ ਇਹ ਤੋਂ ਸਬਕ ਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਆਮ ਆਦਮੀ ਪਾਰਟੀ ਨੇ ਸਿੱਖਿਆ ਹੋਵੇ। ਜੇ ਅੱਜ ਵੀ ਆਪਾਂ ਗੱਲ ਕਰ ਲਈਏ, ਨਵੇਂ ਚਿਹਰੇ ਭਾਵੇਂ ਜਿੰਨੇ ਮਰਜ਼ੀ ਲੈ ਆਉਣ, ਪਰ ਜਿਹੜਾ ਉਹਨਾਂ ਦਾ ਅਗਵਾਈ ਕਰਨ ਵਾਲਾ ਇੱਕ ਵਿਅਕਤੀ ਜਿਵੇਂ ਹਰ ਪਾਰਟੀ 'ਚ ਹੁੰਦਾ ਆ, ਜਿਹਦੇ ਤੋਂ ਪ੍ਰੇਰਨਾ ਵੀ ਲਈ ਜਾਂਦੀ ਆ, ਜਿਹੜਾ ਬੰਦਾ ਉਹਨਾਂ ਦਾ ਦਿਮਾਗ ਵੀ ਹੁੰਦਾ ਤੇ ਜਿਹੜਾ ਅੱਗੇ ਚੱਲ ਕੇ ਪਾਰਟੀ ਨੂੰ ਅਗਵਾਈ ਦੇ ਸਕੇ, ਕੋਈ ਲੀਡਰ ਨਜ਼ਰ ਆ ਰਿਹਾ ਤੁਹਾਨੂੰ ਆਮ ਆਦਮੀ ਪਾਰਟੀ ਦਾ? ਦੇਖੋ, ਨੰਬਰ ਇੱਕ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਜਦੋਂ ਤੋਂ ਉਦੈ ਹੋਇਆ, ਜਿਵੇਂ ਜਿਵੇਂ ਆਮ ਆਦਮੀ ਪਾਰਟੀ ਨੇ ਗਰੋ ਕਰਨ ਕੀਤਾ ਹੈ, ਤੇ ਫਿਰ ਉਸ ਤੋਂ ਬਾਅਦ ਸਿਖਰ ਤੋਂ ਬਾਅਦ ਜਦੋਂ ਥੱਲੇ ਆਉਣੀ ਸ਼ੁਰੂ ਹੋਈ ਹੈ, ਉਹਦੇ ਲਈ ਇੱਕ ਨਹੀਂ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਨੇ। ਉਹਦੇ 'ਚ ਖਾਸ ਤੌਰ ਦੇ ਉੱਤੇ ਕੇਂਦਰ ਦੇ ਵਿੱਚ ਜਿਹੜੀ ਉਹਨਾਂ ਦੀ ਪੋਲਿਟਿਕਸ ਹੈ, ਜਾਂ ਕਹਿ ਲਓ ਕੇਂਦਰ ਤੱਕ ਹੀ ਆ, ਦਿੱਲੀ ਪੰਜਾਬ ਤੱਕ ਸੀਮਿਤ ਹੈ। ਹੁਣ ਗੁਜਰਾਤ ਵੱਲ ਜਾਣ ਦੀ ਉਹਨਾਂ ਦੀ ਕੋਸ਼ਿਸ਼ ਹੈਗੀ ਆ। ਗੁਜਰਾਤ 'ਚ ਉਹਨਾਂ ਨੇ ਕਿਹਾ 182 ਦੀ 182 ਸੀਟਾਂ ਅਸੀਂ ਲੜਨੀ ਹੈ। ਹੋਰ ਤਾਂ ਕਿਤੇ ਹੈ ਨਹੀਂ। ਈਵਨ ਹਰਿਆਣੇ ਤੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਉਹ ਕਿਤੇ ਇਲੈਕਸ਼ਨ ਮੋਡ 'ਚ ਕਿਤੇ ਦਿਖਾਈ ਨਹੀਂ ਦਿੰਦੇ। ਤੇ ਪਰ ਜਿਹੜਾ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਗਈ, ਉਹਦਾ ਇੱਕ ਜਿਹੜਾ ਵੱਡਾ ਕਾਰਨ ਇਹ ਹੋਇਆ ਫੇਲਿਅਰ ਦਾ, ਬਈ ਜਿਹੜਾ ਤੁਸੀਂ ਆਹ ਗੱਲ ਕੀਤੀ ਉਹ ਤਾਂ ਆਪਣੀ ਥਾਂ ਦੇ ਉੱਤੇ ਹੈ। ਮੈਂ ਤਾਂ ਵੈਸੇ ਬਹੁਤਾ ਚਿਹਰਿਆਂ ਦੀ ਪੋਲਿਟਿਕਸ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਪਰ ਫਿਰ ਵੀ ਪਿਛਲੇ 30-35 ਸਾਲ ਤੋਂ ਚਿਹਰਿਆਂ ਦੀ ਪੋਲਿਟਿਕਸ ਹੀ ਜਿਹੜੀ ਜ਼ਿਆਦਾ ਇੰਪੋਰਟੈਂਟ ਬਣ ਗਈ ਹੈ। ਵਿਚਾਰ ਕਿਤੇ ਪਿੱਛੇ ਰਹਿ ਗਿਆ। ਇਸੇ ਕਰਕੇ ਜਿਹੜੇ ਆਮ ਤੌਰ ਦੇ ਉੱਤੇ ਜਿਹੜੇ ਸਧਾਰਨ ਲੋਕ ਆ, ਉਹਨਾਂ ਨੂੰ ਕਈ ਵਾਰੀ ਜਿਹੜੇ ਕੁਝ ਖਾਸ ਚਿਹਰੇ ਜਿਹੜੇ ਆ ਉਹ ਫਰੰਟ ਤੇ ਆ ਜਾਂਦੇ, ਉਹਨਾਂ ਚੋਂ ਮੁਕਤੀ ਦਿਖਾਈ ਦੇਣ ਲੱਗ ਪੈਂਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਆਈ, ਤੁਸੀਂ ਦੇਖੋਗੇ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚ ਕਿੰਨੇ ਕੁ ਲੋਕ ਸੀਗੇ। ਦਿੱਲੀ ਦੇ ਵਿੱਚ ਉਹਨਾਂ ਨੇ ਧਰਨਾ ਲਾਇਆ, 5000 ਦੇ ਕਰੀਬ ਹਾਜ਼ਰੀ ਰਹਿੰਦੀ ਸੀ। ਸਾਰੇ ਦੇਸ਼ ਦੇ ਮੀਡੀਆ ਨੇ ਉਹਨੂੰ ਜਿੱਦਾਂ ਮਤਲਬ ਚੱਕਿਆ, ਐ ਲੱਗਾ ਕਿ ਦੇਸ਼ ਬਦਲ ਜਾਏਗਾ। ਤੇ ਅੰਨਾ ਹਜ਼ਾਰੇ ਦੇ ਵਿੱਚ ਲੋਕ ਮੁਕਤੀ ਭਾਲਣ ਲੱਗ ਪਏ। ਫਿਰ ਵਿੱਚ ਰਾਮਦੇਵ ਤਾਂ ਕਾਫੀ ਦੇਰ ਤੋਂ ਐਕਟਿਵ ਹੈ, ਲੋਕ ਤਾਂ ਰਾਮਦੇਵ ਤੋਂ ਮੁਕਤੀ ਭਾਲਣ ਲੱਗ ਪਏ ਸੀ। ਫਿਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ 'ਚ ਚਿਹਰਿਆਂ ਦੀ ਪੋਲਿਟਿਕਸ ਨੇ ਜਿਹੜਾ ਵਿਚਾਰ ਨੂੰ ਜਿਹੜਾ ਇੱਕ ਕਿਸਮ ਦਾ ਸਾਈਡ 'ਤੇ ਸਿੱਟ ਦਿੱਤਾ ਹੈ। ਆਈਡੀਓਲੋਜੀ ਜਿਹੜੀ ਆ ਖੂੰਜੇ ਲੱਗਣ ਦਾ ਕਾਰਨ ਇਹ ਹੈ ਕਿ ਚਿਹਰੇ ਜਿਹੜੇ ਆ ਉਹਨਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਇਸੇ ਕਰਕੇ ਜਿਹੜਾ ਅਸੀਂ ਕਈ ਵਾਰੀ ਇੱਦਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ
ਮਨਪ੍ਰੀਤ ਬਾਦਲ ਦਾ ਇੱਕ ਪੂਰੇ ਦਾ ਪੂਰਾ ਵਰਤਾਰਾ ਸਾਹਮਣੇ ਆਉਂਦਾ ਹੈ ਤੇ ਲੋਕਾਂ ਨੂੰ ਲੱਗਦਾ ਹੈ ਕਿ ਲਓ ਜੀ ਹੁਣ ਪੰਜਾਬ ਬਚੇਗਾ, ਮਨਪ੍ਰੀਤ ਬਾਦਲ ਦੇ ਆਸਰੇ ਬਚੇਗਾ। ਫਿਰ ਆਮ ਆਦਮੀ ਪਾਰਟੀ ਦਾ ਜਿਸ ਕਿਸਮ ਦਾ ਆਉਂਦਾ ਉਹਦੇ 'ਚ ਲੱਗਦਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਬਚਾਏਗੀ। ਕਦੇ ਕਦੇ ਸਾਡੇ ਸਾਹਮਣੇ ਨਾਇਕ ਬਣ ਜਾਂਦਾ ਹੈ ਸੁਖਪਾਲ ਸੁਖਹਿਰਾ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ 30-35 ਸਾਲ ਤੋਂ ਨਾ ਚਿਹਰਿਆਂ ਦੀ ਜਿਹੜੀ ਸਿਆਸਤ ਹੈ, ਇਹ ਕੋਈ ਸਿਹਤਮੰਦ ਰਾਜਨੀਤੀ ਨਹੀਂ ਹੈ। ਆਮ ਤੌਰ ਦੇ ਉੱਤੇ ਪਹਿਲਾਂ ਕੀ ਹੁੰਦਾ ਸੀ ਵੀ ਚੋਣਾਂ ਹੋ ਜਾਂਦੀਆਂ ਸੀ, ਵਿਧਾਇਕ ਜਿਹਨਾਂ ਦੇ ਜ਼ਿਆਦਾ ਜਿੱਤ ਜਾਂਦੇ ਸੀ, ਜਿਸ ਪਾਰਟੀ ਦੇ ਉਹ ਬਹਿੰਦੇ ਸੀ ਤੇ ਆਪਣਾ ਲੀਡਰ ਚੁਣ ਲੈਂਦੇ ਸੀ। ਇਹ ਠੀਕ ਹੈ, ਇਸ ਲੀਡਰਸ਼ਿਪ ਦੇ ਵਿੱਚੋਂ ਜ਼ਿਆਦਾ ਪਾਪੂਲਰ ਲੀਡਰ ਜਿਹੜਾ ਕੋਈ ਨਾ ਕੋਈ ਪਹਿਲੇ ਪਤਾ ਹੁੰਦਾ ਤੇ ਉਹ ਨਿਕਲ ਆਉਂਦਾ ਹੁੰਦਾ ਤੇ ਉਹਨੂੰ ਲੋਕ ਚੁਣ ਲੈਂਦੇ ਸੀ। ਪਰ ਹੁਣ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਸੀਐਮ ਦਾ ਕੈਂਡੀਡੇਟ ਕੌਣ ਹੈ। ਸੋ ਸੀਐਮ ਦਾ ਕੈਂਡੀਡੇਟ ਤਾਂ ਸ਼੍ਰੋਮਣੀ ਅਕਾਲੀ ਦਲ 'ਚ ਵੀ ਆਪਾਂ ਦੇਖਿਆ ਵੀ ਕਿਹਾ ਜਾਂਦਾ ਸੀ ਵੀ ਬੀਬੀ ਸੁਰਿੰਦਰ ਕੌਰ ਬਾਦਲ ਤਾਂ ਆਖਰੀ ਸਾਹ ਵੀ ਇਸ ਉਮੀਦ 'ਚ ਕੱਢ ਗਏ ਕਿ ਵੀ ਸ਼ਾਇਦ ਮੇਰੇ ਪੁੱਤ ਨੂੰ ਮੁੱਖ ਮੰਤਰੀ ਬਣਾ ਦੇਣਗੇ, ਪਰ ਖੁਦ ਬਾਦਲ ਸਾਹਿਬ ਨੇ ਗੋਡੇ ਦੁਖਣ ਲੱਗ ਪਏ ਪਰ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡੀ। ਸੁਖਬੀਰ ਬਾਦਲ ਦਾ ਸੁਪਨਾ ਵਿੱਚ ਹੀ ਰਹਿ ਗਿਆ ਤੇ ਹੁਣ ਸ਼ਾਇਦ ਹੀ ਉਹਦਾ ਸੁਪਨਾ ਪੂਰਾ ਹੋਵੇ। ਤੇ ਇਧਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਅਨਾਰ 100 ਬਿਮਾਰ ਸੀ। ਜਿਹੜਾ ਵੀ ਆਇਆ ਇਸ ਆਮ ਆਦਮੀ ਪਾਰਟੀ, ਸੁੱਚਾ ਸਿੰਘ ਛੋਟੇਪੁਰ ਤੋਂ ਲੈ ਕੇ ਸੁਖਪਾਲ ਖਹਿਰੇ ਤੱਕ, ਉਹਨਾਂ ਸਾਰਿਆਂ ਦੀ ਅੱਖ ਇਸ ਗੱਲ ਤੇ ਸੀ ਵੀ ਮੁੱਖ ਮੰਤਰੀ ਜਿਹੜਾ ਉਹਦੀ ਕੁਰਸੀ ਮੈਨੂੰ ਮਿਲੇਗੀ। ਨਵਜੋਤ ਸਿੰਘ ਸਿੱਧੂ ਦਾ ਚੱਲ ਰਿਹਾ ਸੀ ਕਿਤੇ ਨਾ ਕਿਤੇ ਚਰਚਾ, ਤੇ ਕੈਪਟਨ ਅਮਰਿੰਦਰ ਨੇ ਵੀ ਇਲਜ਼ਾਮ ਲਾਇਆ ਵੀ ਉਹ ਜੀ ਅਰਵਿੰਦ ਕੇਜਰੀਵਾਲ ਨਾਲ ਕੁਝ ਮੀਟਿੰਗਾਂ ਕਰ ਚੁੱਕੇ ਆ। ਉਹਨਾਂ ਦੀ ਵੀ ਅੱਖ ਇਹ ਸੀ ਵੀ ਜੇ ਮੈਨੂੰ ਸੀਐਮ ਦਾ ਕੈਂਡੀਡੇਟ ਬਣਾਉਣਗੇ ਤਾਂ ਮੈਂ ਉੱਧਰ ਜਾਊਂਗਾ। ਜਾਂ ਜਦੋਂ ਮਨਪ੍ਰੀਤ ਬਾਦਲ ਜਾ ਰਹੇ ਸੀ ਉਦੋਂ ਸ਼ਰਤ ਇਹ ਰੱਖ ਦਿੱਤੀ ਗਈ ਕਿ ਤੁਸੀਂ ਆਪਣੀ ਪਾਰਟੀ ਮਰਜ ਕਰੋ, ਤਾਂ ਉਹਨਾਂ ਦੀ ਵੀ ਅੱਖ ਇਸੇ ਗੱਲ ਤੇ ਸੀ। ਸੋ ਉਧਰ ਭਗਵੰਤ ਮਾਨ ਦੇ ਅੱਖਾਂ 'ਚ ਤਾਂ ਬਹੁਤ ਦੇਰ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਨੱਚੀ ਜਾਂਦੀ ਹੈ। ਇਸ ਕਰਕੇ ਉਹਨਾਂ ਨੇ ਕਿਸੇ ਨੂੰ ਮਤਲਬ ਉਸ ਢੰਗ ਦੇ ਨਾਲ ਇਸ ਪਾਰਟੀ ਦੀ ਪ੍ਰਫੁੱਲਤਾ ਲਈ ਜਿਹੜੇ ਲੋਕ ਕੰਮ ਕਰਨਾ ਵੀ ਚਾਹੁੰਦੇ ਸੀ ਉਹ ਵੀ ਇੱਥੋਂ ਨਿਰਾਸ਼ ਹੋਏ ਤੇ ਸਾਈਡ ਤੇ ਹੋ ਗਏ। ਨਤੀਜੇ ਵੀ ਕੋਈ ਬਿਹਤਰ ਨਹੀਂ ਆਏ। ਫਿਰ ਜਿੱਤਣ ਤੋਂ ਬਾਅਦ 8 ਐਮਐਲਏ ਵੀ ਜਿਹੜੇ ਆ ਪੱਖ ਹੋ ਗਏ। ਸੋ ਚਿਹਰਾ ਤਾਂ ਕੋਈ ਉਸ ਲੈਵਲ ਦਾ ਨਹੀਂ ਹੈ ਇਸ ਵੇਲੇ। ਜਿੱਦਾਂ ਚਿਹਰਿਆਂ ਦੀ ਰਾਜਨੀਤੀ ਵੀ ਗੱਲ ਕਰਨੀ ਹੋਵੇ ਤਾਂ ਭਗਵੰਤ ਮਾਨ ਤੋਂ ਬਿਨਾਂ ਕੋਈ ਵੱਡਾ ਚਿਹਰਾ ਉਹਨਾਂ ਕੋਲ ਹੁਣ ਹੈ ਨਹੀਂ। ਤੇ ਭਗਵੰਤ ਮਾਨ ਨੂੰ ਮੈਚੁਰ ਪੋਲੀਟੀਸ਼ੀਅਨ ਨਹੀਂ ਸਮਝਿਆ ਜਾਂਦਾ। ਉਹ ਠੀਕ ਹੈ ਕਿ ਆਪਣੇ ਸੰਗਰੂਰ 'ਚੋਂ ਜਿੱਤ ਗਏ ਤੇ ਦੂਜੀ ਵਾਰੀ ਵੀ ਜਿੱਤ ਗਏ। ਪਹਿਲੀ ਵਾਰ 3 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ, ਦੂਜੀ ਵਾਰ 1 ਲੱਖ ਵੋਟਾਂ ਨਾਲ ਜਿੱਤੇ, ਪਰ ਜਿੱਤ ਤਾਂ ਜਿੱਤਿਆ। ਸੋ ਉਹਨਾਂ ਦਾ ਆਪਣੇ ਹਲਕੇ ਦੇ ਵਿੱਚ ਤਾਂ ਇੱਕ ਆਧਾਰ ਬੇਸ ਬਣਿਆ ਹੋਇਆ ਹਾਲੇ ਵੀ, ਪਰ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਐਜ਼ ਏ ਚੀਫ ਮਿਨਿਸਟਰ ਦੇ ਕੈਂਡੀਡੇਟ ਦੇ ਤੌਰ ਤੇ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਇਹ ਆਮ ਆਦਮੀ ਪਾਰਟੀ ਦੀ ਵੱਡੀ ਮੁਸ਼ਕਲ ਬਣੀ ਹੋਈ ਹੈ। ਤੇ ਪੰਜਾਬੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਕੇਜਰੀਵਾਲ ਵੀ ਅਗਰ ਚਾਹਵੇ ਕਿਸੇ ਤਰੀਕੇ ਨਾਲ ਕਿ ਪੰਜਾਬ ਦਾ, ਕਿਉਂਕਿ ਹੁਣ ਦਿੱਲੀ 'ਚ ਤਾਂ ਉਹਨਾਂ ਕੋਲ ਕੁਝ ਰਿਹਾ ਨਹੀਂਗਾ, ਤੇ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਉੱਥੇ ਡਿਪਟੀ ਸੀਐਮ ਨੇ ਉਹ ਵੀ ਵੈਸੇ ਸੂਝਵਾਨ ਵਿਅਕਤੀ ਨੇ, ਸ਼ਾਇਦ ਕੇਜਰੀਵਾਲ ਹੀ ਚਾਹੁੰਦੇ ਹੋਣ ਕਿ ਦਿੱਲੀ ਵਾਲਾ ਭਾਰ ਮੈਂ ਉਹਨਾਂ ਤੇ ਪਾ ਕੇ ਤੇ ਕਿਤੇ ਹੋਰ ਐਸੀ ਜਗ੍ਹਾ ਲੱਭਾਂ। ਉਹ ਗੁਜਰਾਤ ਦੀਆਂ ਵੀ ਉਹ ਕਹਿੰਦੇ ਕਿ ਸਾਰੀ ਸਟੇਟ ਦੀਆਂ ਇਲੈਕਸ਼ਨ ਅਸੀਂ ਲੜ ਰਹੇ ਹਾਂ। ਅੱਗੇ ਵੀ ਇੱਕ ਵਾਰੀ ਉਹਨਾਂ ਵਾਹਵਾ ਵੱਡਾ ਖਲਾਰਾ ਪਾ ਰਿਹਾ ਸੀ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਸਾਬਤ ਕਰਨ ਲਈ। ਤੇ ਕੀ ਕਿਤੇ ਨਾ ਕਿਤੇ ਗੱਲ ਧੁਖਦੀ ਅਜੇ ਵੀ ਆ ਕਿ ਕੇਜਰੀਵਾਲ ਪੰਜਾਬ ਦੇ ਸੀਐਮ ਬਣ ਕੇ ਤੇ ਪੰਜਾਬ ਨੂੰ ਦਿੱਲੀ ਦੀ ਤਰ੍ਹਾਂ ਇੱਕ ਮਾਡਲ ਬਣਾਉਣਾ ਚਾਹੁੰਦੇ ਨੇ। ਹਾਲਾਂਕਿ ਪੰਜਾਬ ਦੀਆਂ ਸਮੱਸਿਆਵਾਂ ਦਿੱਲੀ ਨਾਲੋਂ ਬਹੁਤ ਜ਼ਿਆਦਾ ਵੱਖਰੀਆਂ ਨੇ। ਇੱਥੋਂ ਦੀ ਆਰਥਿਕ ਹਾਲਤ ਬਹੁਤ ਮਾੜੀ ਆ ਤੇ ਨਾ ਹੀ ਉੱਥੇ ਦਿੱਲੀ ਵਰਗੇ ਵਪਾਰ ਦੇ ਕੇਂਦਰ ਨੇ ਜਿੱਥੋਂ ਟੈਕਸ ਦੀ ਅਗਰਾਈ ਹੁੰਦੀ ਆ ਤੇ ਦਿੱਲੀ ਗੌਰਮੈਂਟ 'ਚ ਫੰਡਾਂ ਦੀ ਕੋਈ ਘਾਟ ਨਹੀਂ ਆਉਂਦੀ। ਤੇ ਕੀ ਪੰਜਾਬੀ ਜਿਹੜੇ ਨੇ ਉਹ ਕੇਜਰੀਵਾਲ ਹੋਰਾਂ ਨੂੰ ਜੇ ਆਈਡੀਅਲ ਤੌਰ ਤੇ ਵੇਖੀਏ ਵੀ ਉਹ ਬਹੁਤ ਭਲਾ ਵੀ ਕਰ ਸਕਦੇ ਹੋਣ, ਤੇ ਤਾਂ ਵੀ ਜਿਹੜੀਆਂ ਸਾਡੀਆਂ ਧਾਰਮਿਕ ਜਿਹੜੇ ਬਣੇ ਹੋਏ ਸਾਡੇ ਦਿਮਾਗ ਦੇ ਵਿੱਚ ਧਾਰਨਾਵਾਂ ਨੇ ਉਹਦਾ ਕਰਕੇ ਉਹਨਾਂ ਦੀ ਐਕਸੈਪਟੈਂਸ ਵੀ ਮੈਨੂੰ ਲੱਗਦਾ ਹੈ ਕਿ ਪੰਜਾਬ 'ਚ ਬਹੁਤ ਘੱਟ ਹੈ। ਤੁਹਾਨੂੰ ਵੀ ਕਿਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਹਾਲਾਤ ਇੱਦਾਂ ਦੇ ਬਣ ਸਕਦੇ ਆ ਕਿ ਜੇ ਆਮ ਆਦਮੀ ਪਾਰਟੀ ਇਹ ਸਾਬਤ ਕਰਦੇ ਕਿ ਅਸੀਂ ਦਿੱਲੀ ਵਾਂਗੂ ਐਜੂਕੇਸ਼ਨ, ਹੈਲਥ ਤੇ ਬਾਕੀ ਬੇਰੁਜ਼ਗਾਰੀ ਜਾਂ ਹੋਰ ਮਸਲੇ ਜਿਹੜੇ ਆ ਉਹਨਾਂ ਨੂੰ ਸੁਲਝਾਉਣ ਦੇ ਸਮਰੱਥ ਆ, ਤੇ ਲੋਕ ਪੰਜਾਬ ਦੇ ਕੇਜਰੀਵਾਲ ਨੂੰ ਮੌਕਾ ਦੇ ਸਕਦੇ ਆ? ਦੇਖੋ ਉਹਦੇ 'ਚ 2-3 ਗੱਲਾਂ ਹੈ ਹਰਜੀਤ ਗਿੱਲ ਜੀ। ਜਿਹੜਾ ਪਹਿਲਾ ਦੌਰ ਸੀ ਨਾ, ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਆਈਆਂ ਲੰਘ ਕੇ ਗਈਆਂ, ਜਿਹ 'ਚ 20 ਸੀਟਾਂ ਜਿੱਤੀਆਂ ਆਮ ਆਦਮੀ ਪਾਰਟੀ ਨੇ, ਉਹ ਸਮਾਂ ਇਦਾਂ ਦਾ ਸੀ ਵੀ ਜੇ ਉਸ ਸਮੇਂ ਅਰਵਿੰਦ ਕੇਜਰੀਵਾਲ ਐਜ਼ ਏ ਕੈਂਡੀਡੇਟ ਸੀਐਮ ਦੇ ਪ੍ਰੋਜੈਕਟ ਹੋਏ ਹੁੰਦੇ ਪੰਜਾਬ ਦੇ ਵਿੱਚ, ਭਾਵੇਂ ਥੱਲੇ ਜਿਹੜਾ ਆ ਬਹੁਤ ਸਾਰੇ ਲੋਕ ਜਿਹੜੇ ਆ ਕਈ ਵਾਰੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਦਿੰਦੇ ਆ ਜਿਹੜੀਆਂ ਟਿੱਪਣੀਆਂ ਭਾਸ਼ਾ ਦੀ ਮਰਿਆਦਾ 'ਚ ਨਹੀਂ ਹੁੰਦੀਆਂ,
ਇਦਾਂ ਦਾ ਫਜ਼ੂਲ ਜਿਹਾ ਚਰਚਾ ਉਦੋਂ ਵੀ ਛੇੜਿਆ ਗਿਆ ਸੀ। ਪਰ ਉਹਦੇ ਬਾਵਜੂਦ ਸ਼ਾਇਦ ਬਿਹਤਰ ਨਤੀਜੇ ਹੋਣੇ ਸੀ, ਕਿਉਂਕਿ ਉਦੋਂ ਅਰਵਿੰਦ ਕੇਜਰੀਵਾਲ ਦੀ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਲੋਕਪ੍ਰਿਯਤਾ ਬਣੀ ਹੋਈ ਸੀ। ਤੇ ਪਰ ਉਦੋਂ ਉਹਨਾਂ ਨੂੰ ਇਸ ਢੰਗ ਦੇ ਨਾਲ ਇੱਥੇ ਪ੍ਰੋਜੈਕਟ ਨਹੀਂ ਕੀਤਾ ਗਿਆ। ਜੇ ਉਦੋਂ ਪ੍ਰੋਜੈਕਟ ਕੀਤੇ ਹੁੰਦੇ ਤਾਂ 20 ਦੀ ਥਾਂ ਦੇ ਉੱਤੇ ਕਿਤੇ ਜ਼ਿਆਦਾ ਸੀਟਾਂ ਵੀ ਉਹਨਾਂ ਨੇ ਜਿੱਤਣੀਆਂ ਸੀ, ਜੋ ਮੈਨੂੰ ਲੱਗਦਾ, ਮੇਰੀ ਭਾਵਨਾ ਆ ਜਾਂ ਮੇਰਾ ਨਜ਼ਰੀਆ, ਜਾਂ ਮੈਂ ਜੋ ਦੇਖਦਾ ਪੰਜਾਬ ਦੇ ਵਿੱਚ। ਦੂਜਾ ਜਿਹੜਾ ਆ ਵੀ ਹੁਣ ਜਿਹੜੀ ਸਥਿਤੀ ਆ ਉਹਦੇ 'ਚ ਥੋੜਾ ਟਫ ਹੋਏਗਾ ਅਰਵਿੰਦ ਕੇਜਰੀਵਾਲ ਦਾ ਆਉਣਾ, ਪਰ ਉਹਨਾਂ ਦਾ ਕਿਤੇ ਨਾ ਕਿਤੇ ਇਰਾਦਾ ਤਾਂ ਇਹ ਹੈ ਵੀ ਪੰਜਾਬ ਵਰਗੀ ਸਟੇਟ ਦਾ ਚੀਫ ਮਿਨਿਸਟਰ ਜੇ ਬਣਿਆ ਜਾਵੇ ਤਾਂ ਬੈਟਰ ਹੈ, ਪਰ ਹੁਣ ਥੋੜਾ ਟਫ ਹੋਏਗਾ। ਇੱਕ ਤਾਂ ਉਹਨਾਂ ਦੇ ਖਿਲਾਫ ਪ੍ਰਚਾਰ ਜਿਹੜਾ ਜਿਸ ਭਾਸ਼ਾ 'ਚ ਕੀਤਾ ਜਾਂਦਾ, ਮੈਂ ਉਹਨਾਂ ਸਹਿਮਤ ਨਹੀਂ ਹੈ। ਤੁਸੀਂ ਵੀ ਕਿਹਾ ਕਿ ਜਿਹੜਾ ਵੀ ਦੇਸ਼ ਦਾ ਨਾਗਰਿਕ ਹੈ ਕਿਤੋਂ ਵੀ ਚੋਣ ਲੜ ਸਕਦਾ ਹੈ, ਕੋਈ ਏਦਾਂ ਦੀ ਦਿੱਕਤ ਨਹੀਂ ਹੈ। ਜਦ ਰਾਜ ਸਭਾ ਦਾ ਮੈਂਬਰ ਕਿਤੋਂ ਵੀ ਬਣਾਇਆ ਜਾ ਸਕਦਾ। ਸਾਡੇ ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਹਨ ਸਿੰਘ ਹੋਰੀ ਆਸਾਮ ਤੋਂ ਰਾਜ ਸਭਾ ਦੇ ਮੈਂਬਰ ਬਣਦੇ ਰਹੇ, ਪੰਜਾਬ ਤੋਂ ਤਾਂ ਰਾਜ ਸਭਾ ਦੇ ਮੈਂਬਰ ਵੀ ਨਹੀਂ ਉਹ ਬਣੇ। ਨਹੀਂ, ਪਰ ਤਾਂ ਫਿਰ ਦਸਾਂਝ ਇੱਕ ਸਾਹਿਬ, ਮੁਲਕ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਆ ਕਿ ਵਿਧਾਨ ਸਭਾ ਦੀ ਚੋਣ ਲੜਨ ਲਈ ਉਸ ਸਟੇਟ ਦਾ ਵੋਟਰ ਹੋਣਾ ਬਹੁਤ ਜ਼ਰੂਰੀ ਆ। ਕਿਤੇ ਨਾ ਕਿਤੇ ਇਹ ਕੋਈ ਟੈਕਨੀਕਲ ਜੀ ਗੱਲ ਹੈ, ਮੈਨੂੰ ਇਹਦੇ ਬਾਰੇ ਬਹੁਤੀ ਕਲੈਰਿਟੀ ਨਹੀਂ, ਪਰ ਮੈਨੂੰ ਲੱਗਦਾ ਹੈ ਕਿ ਕੋਈ ਵੀ ਵਿਅਕਤੀ ਯੂਪੀ ਤੋਂ ਆ ਕੇ ਪੰਜਾਬ 'ਚ ਪੇਪਰ ਨਹੀਂ ਭਰ ਸਕਦਾ ਅਨਲੈਸ ਉਹਦਾ ਵੋਟ ਪੰਜਾਬ 'ਚ ਨਾ ਹੋਵੇ। ਉਹ ਤਾਂ ਚਲੋ ਥੋੜੀ ਜਿਹੀ ਇੱਕ ਤਾਂ ਉਹ ਇੱਕ ਪ੍ਰੋਸੈਸ ਆ, ਉਹ ਤਾਂ ਪਤਾ ਜਿਹਨੇ ਚੋਣ ਲੜਨੀ ਆ 4 ਮਹੀਨੇ ਪਹਿਲਾਂ ਆਪਣੀ ਵੋਟ ਬਣਾ ਲਊਗਾ। ਨਹੀਂ, ਇੱਥੇ ਤੁਹਾਨੂੰ ਕੋਈ ਯਾਦ ਦਿੱਕਤ ਹੋਣਾ ਨਹੀਂ ਹੈ। ਖਡੂਰ ਸਾਹਿਬ ਤੋਂ ਭਾਈ ਜਿਹੜੇ ਉਹ ਬੜੇ ਅੱਛੇ ਸੰਗੀਤਕਾਰ ਨੇ, ਉਹਨਾਂ ਨੂੰ ਲਿਆਂਦਾ ਸੀ ਬਲਦੀਪ ਸਿੰਘ। ਬਲਦੀਪ ਸਿੰਘ, ਤੇ ਉਹਨਾਂ ਦਾ ਇਸ ਆਧਾਰ ਤੇ ਉਹਨਾਂ ਨੂੰ ਟਿਕਟ ਨਹੀਂ ਸੀ ਮਤਲਬ ਮਿਲ ਸਕੀ ਕਿ ਉਹਨਾਂ ਦਾ ਵੋਟਰ ਸੂਚੀ 'ਚ ਨਾਂ ਨਹੀਂ ਸੀ ਹੈਗਾ ਜੀ। ਚਲੋ ਇਹ ਤਾਂ ਚਲੋ ਟੈਕਨੀਕਲੀ ਗੱਲਾਂ ਹੈਗੀਆਂ, ਉਹ ਤਾਂ ਹੋ ਸਕਦੀਆਂ, ਸਾਰੀਆਂ ਚੀਜ਼ਾਂ ਹੋ ਜਾਂਦੀਆਂ ਹੁੰਦੀਆਂ। ਪਰ ਮਸਲਾ ਇਹ ਆ ਵੀ ਜਿਹੜੀ ਭਾਸ਼ਾ ਦਾ ਇਸਤੇਮਾਲ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੀਤਾ ਗਿਆ, ਮਤਲਬ ਲਾਲਾ ਸ਼ਬਦ ਵਰਤਿਆ ਗਿਆ ਵੀ ਪੰਜਾਬ ਤੇ ਹੁਣ ਲਾਲੇ ਆ ਕੇ ਰਾਜ ਕਰਨਗੇ, ਮੈਂ ਇਦਾਂ ਦੀ ਭਾਸ਼ਾ ਨਾਲ ਸਹਿਮਤ ਨਹੀਂ ਹੈ। ਹਾਂ, ਜਿਹੜੀ ਰਾਜਨੀਤਿਕ ਤੌਰ ਦੇ ਉੱਤੇ ਜਿਹੜੀ ਕੋਈ ਵਿਚਾਰਧਾਰਕ ਤੌਰ ਦੇ ਉੱਤੇ ਜਿਹੜਾ ਇੱਕ ਏਜੰਡੇ ਦੇ ਤੌਰ ਦੇ ਉੱਤੇ ਜਿਹੜੀ ਉਹਨਾਂ ਦੀ ਪੋਲਿਟਿਕਸ ਆ, ਉਹਦੀ ਨੁਕਤਾਚੀਨੀ ਕਰਨਾ, ਉਹਦੀ ਆਲੋਚਨਾ ਕਰਨਾ ਸਾਡਾ ਰਾਈਟ ਹੈ, ਸਾਡਾ ਹੱਕ ਹੈ। ਮਸਲਾ ਇਹ ਹੈ ਵੀ ਹੁਣ ਥੋੜਾ ਜਿੱਦਾਂ ਮੈਂ ਕਿਹਾ ਕਿ ਉਹਨਾਂ ਲਈ ਮੁਸ਼ਕਲ ਹੋਏਗਾ, ਪਰ ਹਾਲੇ ਵੀ ਜਿੱਦਾਂ ਦਿੱਲੀ ਜਿਹੜੀ ਆ ਉਹ ਛਾਂਗ ਦਿੱਤੀ ਗਈ ਹੈ, ਤੇ ਕਿਤੇ ਨਾ ਕਿਤੇ ਚਰਚਾ ਰਹਿੰਦੀ ਹੈ ਵੀ ਸ਼ਾਇਦ ਅਰਵਿੰਦ ਕੇਜਰੀਵਾਲ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਡਾਇਰੈਕਟਲੀ ਆ ਕੇ ਐਕਟਿਵ ਹੋ ਸਕਦੇ ਆ, ਮਨੀਸ਼ ਸਿਸੋਦੀਆ ਨੂੰ ਦਿੱਲੀ ਸੰਭਾਲ ਸਕਦੇ ਆ। ਪਰ ਮਸਲਾ ਸਿਰਫ ਤੇ ਸਿਰਫ ਉਹਨਾਂ ਦੇ ਇਸ ਏਜੰਡੇ ਦਾ ਹੈ ਕਿ ਉਹ ਪੰਜਾਬ ਦੇ ਏਜੰਡੇ ਤੇ ਕੀ ਕਰਨਾ ਚਾਹੁੰਦੇ ਆ। ਉਹਨਾਂ ਨੇ ਅੱਜ ਤੱਕ ਆਮ ਆਦਮੀ ਪਾਰਟੀ ਨੇ ਸਹੀ ਰੂਪ ਦੇ ਵਿੱਚ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਤੇ ਆਪਣੀ ਜਿਹੜੀ ਨੀਤੀ ਹੈ ਜਾਂ ਪਾਲਿਸੀ ਆ ਉਹ ਸਪਸ਼ਟ ਨਹੀਂ ਕੀਤੀ ਵੀ ਪੰਜਾਬ ਦੇ ਪਾਣੀਆਂ ਬਾਰੇ ਉਹ ਕੀ ਸੋਚਦੇ ਆ। ਮਤਲਬ ਹਰਿਆਣੇ 'ਚ ਜਾ ਕੇ ਕੁਝ ਹੋਰ ਬੋਲਦੇ ਆ, ਪੰਜਾਬ 'ਚ ਕੁਝ ਹੋਰ ਬੋਲਦੇ ਆ। ਬਿਲਕੁਲ ਉਸੇ ਤਰ੍ਹਾਂ ਦੀ ਪੋਲਿਟਿਕਸ ਜਿੱਦਾਂ ਦੀ ਕਾਂਗਰਸ ਤੇ ਬੀਜੇਪੀ ਕਰ ਰਹੀ ਹੈ, ਵੀ ਉਹਨਾਂ ਦਾ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਲੀਡਰਸ਼ਿਪ ਹੈ ਕੁਝ ਹੋਰ ਕਹੂਗੀ ਪੰਜਾਬ ਤੇ ਹਰਿਆਣੇ ਬਾਰੇ, ਤੇ ਹਰਿਆਣੇ ਦੀ ਲੀਡਰਸ਼ਿਪ ਕੁਝ ਹੋਰ ਕਹੂਗੀ, ਪੰਜਾਬ ਦੀ ਲੀਡਰਸ਼ਿਪ ਕੁਝ ਹੋਰ ਕਹੂਗੀ। ਇਹ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦਾ ਪੱਕਾ ਕੰਮ ਇਹੀ ਹੈ। ਇਹੀ ਜਿਹੜਾ ਲਗਭਗ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਕਰਦੇ ਰਹੇ ਆ। ਸੋ ਜੇ ਪੰਜਾਬ ਜਾ ਕੇ ਲੜਨਾ ਤੇ ਪੰਜਾਬ ਦੇ ਏਜੰਡੇ ਤੇ ਕੰਮ ਕਰਨਾ ਪਊਗਾ, ਜਿਹੜਾ ਉਹਨਾਂ ਲਈ ਬਹੁਤ ਜ਼ਿਆਦਾ ਮੁਸ਼ਕਲ ਹੋਏਗਾ। ਪੰਜਾਬ ਦੀ ਪਾਣੀਆਂ ਬਾਰੇ ਉਹਨਾਂ ਦੀ ਕੀ ਸਮਝ ਹੈ, ਚੰਡੀਗੜ੍ਹ ਬਾਰੇ ਕੀ ਸਮਝ ਹੈ, ਪੰਜਾਬੀ ਬੋਲਦੇ ਇਲਾਕਿਆਂ ਬਾਰੇ ਉਹਨਾਂ ਦੀ ਨਹੀਂ ਇਕੱਲੀ, ਉਹਨਾਂ ਦੀ ਪਾਰਟੀ ਦਾ ਕੀ ਪ੍ਰੋਗਰਾਮ ਹੈ, ਕੀ ਕਹਿੰਦੀ ਹੈ ਪਾਰਟੀ। ਸੋ ਇਹ ਆ ਮੈਨੂੰ ਲੱਗਦਾ ਸਭ ਤੋਂ ਵੱਡਾ ਮੁੱਦਾ, ਵੀ ਜਿਹਨੇ ਵੀ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਚਾਹ ਰੱਖਣੀ ਹੈ ਵੀ ਮੈਂ ਉਸ ਕੁਰਸੀ ਤੇ ਬੈਠਣਾ ਹੈ, ਫਿਰ ਉਹਨੂੰ ਆਪਣਾ ਬਿਲਕੁਲ ਸਾਫ਼ ਸਪਸ਼ਟ ਕਰਨਾ ਪਊਗਾ ਵੀ ਹਾਂ ਉਹ ਚਾਹੁੰਦੇ ਕੀ ਆ ਪੰਜਾਬ ਲਈ, ਉਹ ਪੰਜਾਬ ਚ ਆ ਕੇ ਪੰਜਾਬ ਲਈ ਕੀ ਚਾਹੁੰਦੇ ਆ, ਕੀ ਵੱਖਰਾ ਕਰਨਗੇ, ਉਹ ਕੀ ਅਲਟਰਨੇਟ ਪੋਲਿਟਿਕਸ ਕਰਨਗੇ। ਇਹ ਮਸਲਾ, ਇਹਦੇ ਤੇ ਉਹ ਕਾਫੀ ਫੇਲਿਅਰ ਹੈ ਉਹਨਾਂ ਦੀ, ਤੇ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਇਸ ਤਰੀਕੇ ਦੇ ਨਾਲ ਪੋਸੀਬਲ ਹੋਣਾ ਹੈ। ਪਰ ਪੋਲਿਟਿਕਸ ਹੁੰਦੀ ਹੈ, ਕਿਹੜੇ ਵੇਲੇ ਪੋਲਿਟਿਕਸ ਦੇ ਵਿੱਚ ਕੀ ਵਾਪਰ ਜਾਣਾ ਕੁਝ ਨਹੀਂ ਕਿਹਾ ਜਾ ਸਕਦਾ। ਤੇ ਬਾਕੀ ਦੇਖਦੇ ਹਾਂ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਜਾਂ ਖੁਦ ਭਗਵੰਤ ਮਾਨ ਜਿਹੜੀਆਂ ਉਹਨਾਂ ਦੀਆਂ ਇੱਛਾਵਾਂ ਉਹ ਕਿੱਥੇ ਤੱਕ ਫੈਲੀਆਂ ਹੋਈਆਂ, ਉਹ ਵੀ ਇੱਕ ਕਾਰਨ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਹਾਲਤ ਬਣੀ ਹੈ ਉਹਦੇ ਲਈ ਉਹ ਵੀ ਜ਼ਿੰਮੇਵਾਰ ਜੀ। ਦਸਾਂਝ ਸਾਹਿਬ, ਕਾਂਗਰਸ ਦੇ ਇੱਕ ਚੰਗੇ ਸਿਆਣੇ ਲੀਡਰ ਮੈਂ ਕਹੂੰਗਾ, ਪੜ੍ਹੇ ਲਿਖੇ ਲੀਡਰ ਨੇ ਮਨੀਸ਼ ਤਿਵਾੜੀ, ਤੇ ਯੂਪੀਏ ਦੀ ਜਦੋਂ ਸਰਕਾਰ ਹੁੰਦੀ ਸੀ ਤੇ ਉਹਦੇ ਵਿੱਚ ਉਹਨਾਂ ਕੋਲ ਨੈਸ਼ਨਲ ਬੁਲਾਰਾ ਉਹਨਾਂ ਨੂੰ ਬਣਾਇਆ ਹੋਇਆ ਸੀ ਪਾਰਟੀ ਨੇ, ਔਰ ਬੜਾ ਅੱਛਾ ਉਹ ਬੋਲਦੇ ਵੀ ਨੇ, ਔਰ ਅਨੰਦਪੁਰ ਸਾਹਿਬ ਤੋਂ ਮੌਜੂਦਾ ਐਮਪੀ ਵੀ ਨੇ ਉਹ। ਤੇ ਇੱਕ ਸਮਾਂ ਤੇ ਆਇਆ ਸੀ ਵੈਸੇ ਉਹ ਇਲੈਕਸ਼ਨ ਤੋਂ ਭੱਜਣਾ ਚਾਹੁੰਦੇ ਸੀ, ਉਦੋਂ ਉਹਨਾਂ ਨੇ ਆਪਣੇ ਹਾਰਟ ਪੇਸ਼ੈਂਟ ਹੋਣ ਦੀ ਗੱਲ ਕਹੀ ਸੀਗੀ, ਪਰ ਇਲੈਕਸ਼ਨ ਫਿਰ ਲੜੀ ਵੀ ਗਈ, ਜਿੱਤ ਵੀ ਗਏ।
ਉਹਨਾਂ ਦਾ ਇੱਕ ਬਿਆਨ ਆਇਆ ਹੈ ਕਿ ਕਾਂਗਰਸ ਜਿਹੜੀ ਆ ਉਹ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੇ ਹੱਕ 'ਚ ਖੜੀ ਆ ਤੇ ਅੱਜ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ। ਤੇ ਦੂਜੇ ਪਾਸੇ ਮੈਂ ਜਿਵੇਂ ਸ਼ਬਦ ਵਰਤਿਆ ਕਿ ਉਹ ਬੜੇ ਵੱਡੇ ਲੀਡਰ ਨੇ, ਸਿਆਣੇ ਲੀਡਰ ਨੇ, ਤੇ ਪੰਜਾਬ ਦੇ ਵਿੱਚ ਹੁਣ ਜਿਹੜੀ ਇਹ ਸਾਰੀ ਚਰਚਾ ਚੱਲ ਰਹੀ ਆ ਕਿ ਇੱਕ ਹਿੰਦੂ ਲੀਡਰ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇ ਜਾਂ ਇੱਕ ਦਲਿਤ ਨੂੰ ਇਦਾਂ ਬਣਾਇਆ ਜਾਵੇ, ਪ੍ਰਧਾਨ ਬਣਾਇਆ ਜਾਵੇ, ਮਨੀਸ਼ ਤਿਵਾੜੀ ਦਾ ਨਾਂ ਕਿਤੇ ਜ਼ਿਕਰ 'ਚ ਨਹੀਂ ਆਇਆ। ਕੀ ਕਾਰਨ ਹੈ? ਮਨੀਸ਼ ਤਿਵਾੜੀ ਕਾਫੀ ਲੰਮੇ ਸਮੇਂ ਤੋਂ ਬਹੁਤਾ ਐਕਟਿਵ ਨਹੀਂ ਹੈ। ਵੈਸੇ ਜਿਸ ਤਰ੍ਹਾਂ ਦੀ ਭਾਰਤ ਦੀ ਹਾਲਤ ਹੈ ਉਹਦੇ 'ਚ, ਜਿਵੇਂ ਜਿੱਦਾਂ ਤੁਸੀਂ ਵੀ ਦੱਸਿਆ ਕਿ ਯੂਪੀ ਵੇਲੇ ਉਹ ਸਪੋਕਸਪਰਸਨ ਰਹੇ ਨੇ, ਮੁੱਖ ਬੁਲਾਰੇ ਦੇ ਤੌਰ ਤੇ ਕਾਫੀ ਉਹ ਸਕਰੀਨ ਤੇ ਨਜ਼ਰ ਆਉਂਦੇ ਰਹਿੰਦੇ ਸੀ। ਪਰ ਬਾਅਦ ਵਿੱਚ ਜਿਹੜਾ ਜ਼ਿਕਰ ਤੁਸੀਂ ਵੀ ਕੀਤਾ, ਇਲੈਕਸ਼ਨ ਤੋਂ ਭੱਜਦੇ ਵੀ ਨਜ਼ਰ ਆਏ ਸੀ, ਆਪਣੇ ਆਪ ਨੂੰ ਦਿਲ ਦਾ ਮਰੀਜ਼ ਵੀ ਦੱਸਿਆ ਸੀ, ਤੇ ਉਸ ਤੋਂ ਬਾਅਦ ਬਹੁਤੇ ਐਕਟਿਵ ਨਹੀਂ ਰਹੇ। ਤੇ ਦੂਜੀ ਗੱਲ ਹੈ ਕਿ ਉਹ ਪੰਜਾਬ ਦੇ ਵਿੱਚ ਬਹੁਤੇ ਐਕਟਿਵ ਹੈ ਵੀ ਨਹੀਂ, ਉਹ ਨੈਸ਼ਨਲ ਪੋਲਿਟਿਕਸ ਦੇ ਵਿੱਚ ਹੀ ਸੀਗੇ। ਤੇ ਪੰਜਾਬ ਦੇ ਵਿੱਚ ਜਿੱਦਾਂ ਕਈ ਵਾਰੀ ਏਦਾਂ ਵੀ ਅੰਬਿਕਾ ਸੋਨੀ ਨੂੰ ਪੰਜਾਬ 'ਚ ਭੇਜ ਦਿੱਤਾ ਜਾਂਦਾ ਸੀ ਚੋਣ ਲੜਨ ਵਾਸਤੇ, ਉਹ ਸਿਰਫ ਚੋਣ ਲੜਨ ਵਾਸਤੇ ਇਹ ਲੋਕ ਆਉਂਦੇ ਆ। ਉੱਦਾਂ ਇਹ ਬਹੁਤਾ ਦਿੱਲੀ ਮਤਲਬ ਰਹਿ ਕੇ ਜਿਹੜੀ ਨੈਸ਼ਨਲ ਪੋਲਿਟਿਕਸ ਹੈ ਕਾਂਗਰਸ ਦੀ, ਉਹਦੇ ਵਿੱਚ ਇਨਵੋਲਵ ਰਹਿੰਦੇ ਆ। ਸੋ ਪੰਜਾਬ ਦੇ ਵਿੱਚ ਕੋਈ ਹਿੰਦੂ, ਕੋਈ ਦਲਿਤ, ਇਹ ਤਾਂ ਪੋਲਿਟਿਕਸ ਆਪਣੇ ਥਾਂ ਦੇ ਉੱਤੇ ਹੈ। ਪਰ ਮਨੀਸ਼ ਤਿਵਾੜੀ ਜਾਂ ਕਿਸੇ ਹੋਰ ਲੀਡਰ ਦਾ ਦਿੱਲੀੋਂ ਆ ਕੇ ਕੋਈ ਪੰਜਾਬ ਦੇ ਵਿੱਚ ਉਹਨਾਂ ਦਾ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੂੰ ਸਰਗਰਮ ਕਰਨਾ, ਕੋਈ ਮੈਨੂੰ ਲੱਗਦਾ ਠੀਕ ਵੀ ਨਹੀਂ ਹੈ। ਪਹਿਲਾਂ ਹੀ ਕਾਂਗਰਸ ਪਾਰਟੀ ਦੇ ਥੱਲੇ ਜਿਹੜੇ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਹੀ, ਉਹਨਾਂ ਦਾ ਬਹੁਤ ਕਾਫੀ ਰੌਲਾ ਆਪੋ ਵਿੱਚ ਹੀ ਪਿਆ ਹੋਇਆ। ਨਵਜੋਤ ਸਿੰਘ ਸਿੱਧੂ ਨੂੰ ਕਿਹਾ ਹਾਈ ਕਮਾਂਡ ਨੇ ਵੀ ਤੂੰ ਭਾਈ ਦਿੱਲੀ ਆ ਜਾ, ਉਹ ਕਹਿੰਦਾ ਮੈਂ ਪੰਜਾਬ ਛੱਡ ਕੇ ਨਹੀਂ ਜਾਣਾ। ਨਾਲ ਉਹਨਾਂ ਨੇ ਕਿਹਾ ਵੀ ਮੈਂ ਕੈਪਟਨ ਅਮਰਿੰਦਰ ਦੀ ਲੀਡਰਸ਼ਿਪ 'ਚ ਕੰਮ ਵੀ ਨਹੀਂ ਕਰਨਾ। ਜੋ ਸਾਡੇ ਕੋਲ ਜਾਣਕਾਰੀਆਂ ਮਿਲ ਰਹੀਆਂ ਵੀ ਜੇ ਤੁਸੀਂ ਮੈਨੂੰ ਡਿਪਟੀ ਸੀਐਮ ਵੀ ਬਣਾ ਦੋਗੇ ਤੇ ਫਿਰ 8 ਮਹੀਨੇ ਰਹਿ ਗਏ ਤੇ ਮੈਨੂੰ ਕੈਪਟਨ ਨੇ ਕੰਮ ਤਾਂ ਕਰ ਨਹੀਂ ਦੇਣਾ। ਸੋ ਇਸ ਕਰਕੇ ਮਤਲਬ ਟਕਰਾਅ ਦੀ ਸਥਿਤੀ ਆ ਪੰਜਾਬ 'ਚ ਰਹਿੰਦੇ ਹੋਏ ਲੀਡਰਾਂ ਦੀ ਵੀ, ਕਾਂਗਰਸ ਪਾਰਟੀ ਦੇ ਅੰਦਰ ਟਕਰਾਅ, ਤੇ ਕੋਈ ਹੋਰ ਇੱਕ ਲੀਡਰ ਲਿਆ ਕੇ ਪੰਜਾਬ 'ਚ ਬਿਠਾ ਦੇਣਾ ਤੇ ਹੋਰ ਜ਼ਿਆਦਾ ਸੰਕਟ ਦੀ ਸਥਿਤੀ ਪੈਦਾ ਹੋਏਗੀ। ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਬਾਕੀ ਲੀਡਰ ਨੇ ਔਖੇ ਵੀ ਨੇ ਕੈਪਟਨ ਅਮਰਿੰਦਰ ਤੋਂ, ਤੇ ਉਹਨਾਂ ਲਈ ਹੋਰ ਜ਼ਿਆਦਾ ਮੁਸ਼ਕਲ ਦੀ ਸਥਿਤੀ ਬਣੇਗੀ। ਸੋ ਮੈਨੂੰ ਨਹੀਂ ਲੱਗਦਾ ਕਿ ਮਨੀਸ਼ ਤਿਵਾੜੀ ਨੂੰ ਕੋਈ ਪੰਜਾਬ ਦੇ ਵਿੱਚ ਕੋਈ ਜਿਹੜੀਆਂ ਸਰਗਰਮੀਆਂ ਚੱਲ ਰਹੀਆਂ ਨੇ ਇਲੈਕਸ਼ਨ 'ਚ ਖਾਸ ਤੌਰ ਦੇ ਉੱਤੇ, ਵੀ ਉਹਨਾਂ ਨੂੰ ਕੋਈ ਜ਼ਿਆਦਾ ਵੱਡਾ ਮਹੱਤਵਪੂਰਨ ਕੋਈ ਅਹੁਦਾ ਦੇ ਕੇ ਪੰਜਾਬ ਦੇ ਵਿੱਚ ਲਿਆਂਦਾ ਜਾ ਸਕਦਾ। ਦਸਾਂਝ ਸਾਹਿਬ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਆ ਕਿ ਭਗਵੰਤ ਮਾਨ ਜਿੰਨਾ ਮਰਜ਼ੀ ਪਾਪੂਲਰ ਲੀਡਰ ਹੈ ਆਪਣੇ ਹਲਕੇ 'ਚ, ਪਰ ਪੰਜਾਬ ਦੇ ਲੋਕ ਸਮਝਦੇ ਨੇ ਕਿ ਉਹ ਐਜ ਏ ਸੀਐਮ ਪੰਜਾਬ ਦੀ ਅਗਵਾਈ ਕਰਨ ਲਈ ਇੱਕ ਯੋਗ ਕੈਂਡੀਡੇਟ ਨਹੀਂ ਆ। ਤੇ ਪਰ ਕਈ ਵਾਰ ਇਦਾਂ ਦਾ ਆਪਾਂ ਦੇਖਦੇ ਹਾਂ, ਅੱਜ ਕੱਲ੍ਹ ਸਭ ਤੋਂ ਵੱਧ ਚਰਚਾ 'ਚ ਨਾਮ ਆ ਰਾਜਕੁਮਾਰ ਵੇਰਕਾ ਦਾ। ਤੇ ਡਾਕਟਰ ਰਾਜਕੁਮਾਰ ਵੇਰਕਾ ਉਹਨਾਂ ਨੂੰ ਕਹਿੰਦੇ, ਵੈਸੇ ਸ਼ਾਇਦ ਆਰਐਮਪੀ ਡਾਕਟਰ ਕਦੀ ਉਹ ਰਹੇ ਹੋਣਗੇ, ਡਾਕਟਰ ਤੇ ਹੈ ਨਹੀਂ ਗੇ, ਤੇ ਨਾ ਹੀ ਕੋਈ ਬਹੁਤੇ ਪੜ੍ਹੇ ਲਿਖੇ ਆ, ਤੇ ਨਾ ਹੀ ਮੈਂ ਕਦੀ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਕੰਮਕਾਰ ਵੇਖਿਆ। ਜੇ ਉਹਨਾਂ ਦੇ ਹਲਕੇ ਦੇ ਲੋਕਾਂ ਨੂੰ ਉੱਥੇ ਜਾ ਕੇ ਪੁੱਛਿਆ ਜਾਵੇ ਤੇ ਉਹ ਬਹੁਤ ਸਧਾਰਨ ਜਿਹੇ ਇੱਕ ਕੱਦ-ਬੁੱਧ ਦਾ ਵਿਅਕਤੀ ਹੈ, ਕੋਈ ਬਹੁਤ ਜ਼ਿਆਦਾ ਇੰਟੈਲੀਜੈਂਟ ਜਾਂ ਨਹੀਂ। ਪਰ ਉਹ ਪ੍ਰਸਥਿਤੀਆਂ ਕਈ ਵਾਰ ਐਸੀਆਂ ਬਣ ਜਾਂਦੀਆਂ ਨੇ ਕਿ ਦਲਿਤ ਚਿਹਰਾ ਚਾਹੀਦਾ ਆ ਜਾਂ ਕੁਛ ਚਾਹੀਦਾ, ਤੇ ਇਹੋ ਜਿਹੇ ਵਿਅਕਤੀ ਜਿਹੜੇ ਆ ਵੱਡੀਆਂ ਪਾਰਟੀਆਂ 'ਚ ਐਕਸੈਪਟੇਬਲ ਹੋ ਜਾਂਦੇ ਨੇ। ਜੇ ਰਾਜਕੁਮਾਰ ਵੇਰਕਾ ਬਾਰੇ ਕੋਈ ਅੰਮ੍ਰਿਤਸਰ ਦੇ ਕਿਸੇ ਬੰਦੇ ਨੂੰ ਪੁੱਛ ਕੇ ਵੇਖੇ ਤੇ ਉਹ ਕਹੇਗਾ ਕਿ ਇਹ ਵਿਅਕਤੀ ਕੌਂਸਲਰ ਬਣਨ ਦੇ ਵੀ ਕਾਬਲ ਨਹੀਂ ਆ, ਜਿਹੜਾ ਐਮਐਲਏ ਵੀ ਬਣ ਕੇ ਬੈਠਾ ਹੋਇਆ। ਤੇ ਉਹਦਾ ਨਾਂ ਕਦੀ ਪ੍ਰਧਾਨਗੀ ਲਈ ਆ ਜਾਂਦਾ ਹੈ ਤੇ ਕਦੀ ਡਿਪਟੀ ਸੀਐਮ ਲਈ ਆ ਜਾਂਦਾ ਹੈ, ਤੇ ਲੋਕੀ ਉਹਨੂੰ ਐਕਸੈਪਟ ਕਰ ਲੈਂਦੇ ਨੇ। ਤੇ ਫਿਰ ਕੀ ਕਾਰਨ ਆ ਕਿ ਜਿਹੜੀ ਆਮ ਆਦਮੀ ਪਾਰਟੀ ਕੋਲ ਚੰਗੇ ਭਲੇ ਲੀਡਰ ਵੀ ਹੈਗੇ ਨੇ, ਪੜ੍ਹੇ ਲਿਖੇ ਲੋਕ ਵੀ ਨੇ, ਉਹਨਾਂ ਦੇ ਉੱਤੇ ਸਵਾਲ ਜ਼ਿਆਦਾ ਨਹੀਂ ਥੋੜ੍ਹੇ ਜਿਹੇ ਚੁੱਕੇ ਜਾਂਦੇ? ਨਹੀਂ, ਕੋਈ ਡਾਕਟਰ ਰਾਜਕੁਮਾਰ ਵੇਰਕਾ ਇੱਕ ਐਮਐਲਏ ਬਣ ਗਿਆ ਹਲਕੇ 'ਚ, ਉਹਨਾਂ ਨੂੰ ਵੋਟਾਂ ਪੈ ਗਈਆਂ, ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਤੌਰ ਦੇ ਉੱਤੇ ਜਿੱਤ ਗਏ ਉਹ ਮਸਲਾ ਵੱਖਰਾ ਆ। ਜਿਹੜਾ ਮਸਲਾ ਉਹਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਆ ਜਾਂ ਬਾਕੀ ਕੋਈ ਵੱਡਾ ਉਹਦਾ ਹੋਰ ਦੇਣ ਦਾ, ਉਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ, ਉਹ ਲੋਕ ਥੋੜਾ ਸਿੱਧਾ ਚੁਣ ਰਹੇ ਉਹਨੂੰ। ਤੇ ਜਦੋਂ ਤੁਸੀਂ ਸੀਐਮ ਦਾ ਕੈਂਡੀਡੇਟ ਕੋਈ ਕਿਸੇ ਨੂੰ ਐਲਾਨ ਦਿਓ ਤਾਂ ਪਰ ਦਸਾਂਝ ਸਾਹਿਬ, ਆਮ ਆਦਮੀ ਪਾਰਟੀ ਵੀ ਤੇ ਆਪਣੇ ਲੀਡਰ ਚੁਣਨ ਦਾ ਹੱਕ ਆਪ ਰੱਖਦੀ ਹੈ ਨਾ, ਉਹਨੇ ਕਿਹੜਾ ਲੋਕਾਂ ਕੋਲ ਰੈਫਰੈਂਡਮ ਕਰਾ ਕੇ ਰੱਖਣਾ? ਬਿਲਕੁਲ 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 ਰੱਖਦੀ ਹੈ, ਪਰ ਉਹ ਜਦੋਂ ਵਿਧਾਇਕ ਚੁਣੇ ਜਾਣਗੇ, ਇੰਨੇ ਵਿਧਾਇਕ ਹੋਣਗੇ ਵੀ ਹਾਂ ਵੀ ਉਹਨਾਂ ਦੇ ਕੋਲ ਸਰਕਾਰ ਬਣਾਉਣ ਜੋਗੇ ਵਿਧਾਇਕ ਆ, ਤਾਂ ਚੁਣ ਲੈਣ ਜਿਹਨੂੰ ਮਰਜ਼ੀ। ਕੋਈ ਲੋਕ ਦੀ ਸਵਾਲ ਕਰੇਗਾ ਉਠਾ ਕੇ ਉੱਤੇ। ਮਤਲਬ ਹੁਣ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਬਣਾਉਣ, ਚਾਹੇ ਸੁਨੀਲ ਜਾਖੜ ਨੂੰ ਬਣਾਉਣ, ਚਾਹੇ ਨਵਜੋਤ ਸਿੱਧੂ ਨੂੰ ਬਣਾਉਣ, ਜਿੱਤਣ ਤੋਂ ਬਾਅਦ ਹੀ ਬਣੇਗਾ ਨਾ। ਜਿੱਤ ਤੋਂ ਪਹਿਲਾਂ ਜਦੋਂ ਤੁਸੀਂ ਅਨਾਉਂਸ ਕਰ ਦਿੰਦੇ ਹੋ ਵੀ ਹਾਂ ਸਾਡਾ ਸੀਐਮ ਦਾ ਕੈਂਡੀਡੇਟ ਆ, ਉਦੋਂ ਉਹਦੇ ਤੇ ਨੁਕਤਾਚੀਨੀ ਲੋਕ ਜ਼ਿਆਦਾ ਕਰਦੇ ਆ ਵੀ ਨਹੀਂ ਇਹ ਕਾਬਲ ਹੈ ਜਾਂ ਨਹੀਂ ਹੈ। ਬਾਅਦ ਚ ਜਿੱਤਣ ਤੋਂ ਬਾਅਦ ਜਦੋਂ ਤੁਹਾਡੇ ਕੋਲ ਐਮਐਲਏ ਹੈਗੇ ਆ, ਫਿਰ ਤੁਸੀਂ ਜਿਹਨੂੰ ਮਰਜ਼ੀ ਬਣਾ ਦਿਓ, ਲੋਕ ਕੀ ਕਰਨਗੇ? ਲੋਕਾਂ ਨੂੰ ਤਾਂ ਪ੍ਰਵਾਨ ਕਰਨਾ ਹੀ ਪੈਣਾ ਨਾ।
ਉਹਦਾ ਵਿਰੋਧ ਕਰਕੇ ਵੀ ਲੋਕ ਕੀ ਕਰਨਗੇ? ਕਿਉਂਕਿ ਜੋ ਸਰਕਾਰ ਹੀ ਬਣ ਗਈ ਆ ਤੇ ਉਹਦੇ ਚ ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜਾਵੇ, ਚਾਹੇ ਜਿਹੜਾ ਮਰਜ਼ੀ ਪ੍ਰਧਾਨ ਮੰਤਰੀ ਬਣ ਜਾਵੇ। ਸੋਨੀਆ ਗਾਂਧੀ ਦਾ ਵਿਰੋਧ ਹੁੰਦਾ ਸੀ, ਡਾਕਟਰ ਮਨਮੋਹਨ ਸਿੰਘ ਵਿੱਚੋਂ ਕੱਢ ਲਿਆਂਦੇ ਪ੍ਰਧਾਨ ਮੰਤਰੀ, ਤੇ ਲੋਕਾਂ ਨੇ ਬੱਲੇ ਬੱਲੇ ਕਰਾਤੀ। ਤੇ ਖਾਸ ਤੌਰ ਤੇ ਸਿੱਖ ਹਲਕਿਆਂ ਦੇ ਵਿੱਚ ਤਾਂ ਇਹ ਹੋ ਗਿਆ ਵੀ ਸਾਡਾ ਕਮਾਲ ਹੀ ਹੋ ਗਈ, ਤੇ ਅਸੀਂ ਤਾਂ ਸਾਡਾ ਤਾਂ ਮਤਲਬ ਸਿੱਖ ਭਾਈਚਾਰੇ ਦਾ ਏਦਾਂ ਸੋਚਣ ਲੱਗ ਪਏ ਵੀ ਸਾਡੇ ਸਾਰੇ ਮਸਲੇ ਹੱਲ ਹੈ। ਤਾਂ ਸਟੇਟ ਦਾ ਹੈੱਡ ਜਿਹੜਾ ਹੁੰਦਾ ਉਹਨੇ ਸਟੇਟ ਦੇ ਮੁਤਾਬਕ ਉਹਦੇ ਮੁਤਾਬਕ ਕੰਮ ਕਰਦਾ ਹੁੰਦਾ। ਤੇ ਜਿਹੜੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀਆਂ ਦੇ ਚਿਹਰੇ ਜਿਹੜੇ ਇਲੈਕਸ਼ਨ ਤੋਂ ਪਹਿਲਾਂ ਉਦੋਂ ਹੋਰ ਤਰ੍ਹਾਂ ਦਾ ਰਿਐਕਸ਼ਨ ਲੋਕਾਂ ਦਾ ਹੁੰਦਾ। ਇਲੈਕਸ਼ਨ ਹੋ ਗਈ, ਚੋਣ ਜਿੱਤ ਗਈ ਇੱਕ ਪਾਰਟੀ, ਤੇ ਜਿਹੜਾ ਮਰਜ਼ੀ ਕੈਂਡੀਡੇਟ ਉਹ ਬਣਾ ਕੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਣਾ ਕੇ ਬਿਠਾ ਦੇਣ, ਤੇ ਉਹ 'ਚ ਲੋਕ ਕੁਝ ਕਰ ਵੀ ਨਹੀਂ ਸਕਦੇ ਹੁੰਦੇ। ਲੋਕਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਪਹਿਲਾਂ ਕਰ ਲਈ ਹੁੰਦੀ ਹੈ, ਫਿਰ ਤਾਂ 5 ਸਾਲ ਬਾਅਦ ਹੀ ਲੋਕ ਰਿਐਕਟ ਕਰਨਗੇ ਨਾ ਜੀ। ਜਿਹੜੀ ਮੌਜੂਦਾ ਸਰਕਾਰ ਆ, ਜਿਵੇਂ ਤੁਸੀਂ ਕਹਿ ਰਹੇ ਹੋ ਕਿ 7-8 ਮਹੀਨੇ ਇਹਨਾਂ ਦੇ ਰਹਿ ਗਏ ਨੇ, ਤੇ ਇਹ ਆਪਣੀਆਂ ਪ੍ਰਾਪਤੀਆਂ ਗਿਣਾ ਰਹੇ। ਮੈਂ ਸੁਣ ਪੜ੍ਹ ਰਿਹਾ ਕਿ ਪੰਜਾਬ 'ਚ ਕਈ ਥਾਂ ਬੋਰਡ ਲਾਏ ਨੇ ਕਿ ਅਸੀਂ 86% ਜਿਹੜੇ ਆ ਵਾਅਦੇ ਆਪਣੇ ਮੈਨੀਫੈਸਟੋ ਦੇ ਉਹ ਪੂਰੇ ਕਰ ਦਿੱਤੇ ਆ। ਤੇ ਦੂਜੇ ਪਾਸੇ ਰੋਜ਼ ਹੀ ਜਿਹੜੇ ਵਿਚਾਰੇ ਅਧਿਆਪਕ ਨੇ ਉਹਨਾਂ ਦਾ ਪਟਿਆਲੇ 'ਚ ਕੁੱਟ ਕਟਾਪਾ ਦੀਆਂ ਖਬਰਾਂ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ। ਤੇ ਲਗਾਤਾਰ ਜਿਹੜੀ ਬੇਰੁਜ਼ਗਾਰਾਂ ਦੀ ਫੌਜ ਆ ਉਹ ਸਰਕਾਰ ਕੋਲੋਂ ਕੁੱਟ ਖਾਣ ਨੂੰ ਰੋਜ਼ ਕਿਤੇ ਨਾ ਕਿਤੇ ਮੁਜ਼ਾਹਰਾ ਕਰ ਰਹੀ ਹੁੰਦੀ ਆ। ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਗਲੀ ਇਲੈਕਸ਼ਨ ਸਿਰ 'ਤੇ ਆ ਤੇ ਲੋਕ ਲੁਭਾਊ ਪ੍ਰੋਗਰਾਮ ਬੜੇ ਲੀਕੇ ਜਾਂਦੇ ਆ, ਬੜੀਆਂ ਗੱਫੇ ਦਿੱਤੇ ਜਾਂਦੇ ਆ, ਤੇ ਕੀ ਕਾਰਨ ਆ ਕਿ ਜਿਹੜਾ ਪੁਲਿਸ ਇਹਨਾਂ ਰਿਪਰੈਸ਼ਨ ਕਰ ਰਹੀ ਆ ਉਹ ਕਾਂਗਰਸ ਦੇ ਖਿਲਾਫ ਨਹੀਂ ਭੁਗਤੂਗੀ ਗੱਲਬਾਤ ਸਾਰੀ? ਇਸ ਗੱਲ ਦਾ ਡਰ ਨਹੀਂ ਇਹਨਾਂ ਨੂੰ ਕਿਤੇ ਸਤਾਉਂਦਾ ਜੀ? ਪਹਿਲੀ ਗੱਲ ਤਾਂ ਇਹ ਆ ਹਰਜੀਤ ਗਿੱਲ ਜੀ, ਸੱਚ ਨੂੰ ਇਸ਼ਤਿਹਾਰ ਦੀ ਜ਼ਰੂਰਤ ਨਹੀਂ ਹੁੰਦੀ। ਜੇ ਤੁਸੀਂ ਲੋਕਾਂ ਲਈ ਕੁਝ ਕੀਤਾ ਹੈ ਤਾਂ ਤੁਹਾਨੂੰ ਅਖਬਾਰਾਂ ਦੇ ਵਿੱਚ 2-2 ਸਫ਼ਿਆਂ ਦੀ ਇਸ਼ਤਿਹਾਰ ਦੇਣ ਦੀ ਜ਼ਰੂਰਤ ਨਹੀਂ, ਵੱਡੇ ਵੱਡੇ ਬੋਰਡ ਲਾਉਣ ਦੀ ਜ਼ਰੂਰਤ ਨਹੀਂ। ਲੋਕਾਂ ਨੂੰ ਪਤਾ ਹੁੰਦਾ ਕਿ ਇਹ ਸਰਕਾਰ ਨੇ ਸਾਡੇ ਲਈ ਕੀ ਕੀਤਾ। ਸਾਂ ਸਾਹਿਬ ਤੇ ਤੁਸੀਂ ਭੁੱਲਦੇ ਹੋ ਤੁਸੀਂ ਕਹਿੰਦੇ ਆ ਇਸ਼ਤਿਹਾਰ ਹੈ ਤੇ ਵਪਾਰ ਹੈ, ਕਿਉਂਕਿ ਸਿਆਸਤ ਹੁਣ ਵਪਾਰ ਹੈ, ਇਸ ਕਰਕੇ ਇਸ਼ਤਿਹਾਰ ਬਹੁਤ ਜ਼ਰੂਰੀ ਆ। ਇਸੇ ਕਰਕੇ ਮੈਂ ਜਿਹੜਾ ਲਫ਼ਜ਼ ਵਰਤਿਆ ਉਹ ਵਰਤਿਆ ਵੀ ਸੱਚ ਨੂੰ ਇਸ਼ਤਿਹਾਰ ਦੀ ਜ਼ਰੂਰਤ ਨਹੀਂ ਹੁੰਦੀ, ਸਿਆਸਤ ਨੂੰ ਇਸ਼ਤਿਹਾਰ ਦੀ ਜ਼ਰੂਰਤ ਹੁੰਦੀ ਹੈ ਜੀ। ਜੇ ਸਿਆਸਤ ਸੱਚੀ ਹੋਵੇ ਤਾਂ ਫਿਰ ਇਸ਼ਤਿਹਾਰ ਦੀ ਕੋਈ ਜ਼ਰੂਰਤ ਨਹੀਂ। ਜੇ ਸਿਆਸਤ ਝੂਠ ਦੇ ਆਧਾਰ ਤੇ ਖੜੀ ਹੋਵੇ ਫਿਰ ਇਸ਼ਤਿਹਾਰ ਹੀ ਚਾਹੀਦਾ, ਫਿਰ ਕੁਝ ਨਹੀਂ ਚਾਹੀਦਾ ਹੋਰ। ਇਹੀ ਕੁਝ ਹੈ। ਮਤਲਬ ਈਵਨ ਅਰਵਿੰਦ ਕੇਜਰੀਵਾਲ ਨੇ, ਜਿਹਦਾ ਤੁਸੀਂ ਜ਼ਿਕਰ ਕੀਤਾ, ਸਾਰੇ ਲੋਕ ਸਮਝਦੇ ਵੀ ਹੈ ਵੀ ਬੜਾ ਚੰਗਾ ਕੰਮ ਕੀਤਾ ਜੀ 2-3 ਸੈਕਟਰਸ ਦੇ ਵਿੱਚ। ਉਹਦੇ ਬਾਵਜੂਦ ਵੀ ਜੇ ਤੁਸੀਂ ਉਹਨਾਂ ਦਾ ਇਸ਼ਤਿਹਾਰਬਾਜ਼ੀ ਦਾ ਖਰਚਾ ਕੱਢੋਗੇ ਤਾਂ ਹੈਰਾਨੀ ਹੁੰਦੀ ਹੈ ਵੀ ਦਿੱਲੀ ਵਰਗੀ ਜਿਹੜੀ ਛੋਟੀ ਜਿਹੀ ਸਟੇਟ ਹੈ, ਪੂਰਨ ਸਟੇਟ ਵੀ ਹੈ ਨਹੀਂ, ਉੱਥੋਂ ਦੇ ਮੁੱਖ ਮੰਤਰੀ ਨੇ ਇਸ਼ਤਿਹਾਰਬਾਜ਼ੀ ਦੇ ਉੱਤੇ ਕਿੰਨੇ ਕਰੋੜਾਂ ਰੁਪਏ ਜਿਹੜੇ ਖਰਚੇ ਆ। ਇਹਦੇ ਨਰਿੰਦਰ ਮੋਦੀ ਦਾ ਜੇ ਤੁਸੀਂ ਉਹਨਾਂ ਦਾ ਖਰਚਾ ਕੱਢੋਗੇ, ਮੇਰੇ ਕੋਲ ਅੰਕੜੇ ਹੁਣ ਨਹੀਂ ਹੈ, ਹਜ਼ਾਰਾਂ ਕਰੋੜ ਰੁਪਏ ਜਿਹੜੇ ਆ 70 ਸਾਲਾਂ ਦੇ ਵਿੱਚ ਬਰਬਾਦ ਕਰ ਦਿੱਤੇ ਗਏ ਆ, ਸਿਰਫ ਆਪਣੀ ਇਮੇਜ ਬਣਾਉਣ ਲਈ। ਸਰਕਾਰ ਦੀਆਂ ਯੋਜਨਾਵਾਂ ਦੀ ਜਿਹੜੀ ਇਸ਼ਤਿਹਾਰਬਾਜ਼ੀ ਉਹ ਵੱਖਰੀ ਹੈ, ਸਿਰਫ ਆਪਣੀ ਇਮੇਜ ਬਣਾਉਣ ਲਈ ਜੋ ਕੁਝ ਕੀਤਾ ਨਰਿੰਦਰ ਮੋਦੀ ਨੇ। ਇੱਦਾਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ, ਹੁਣ ਜਿਸ ਕਿਸਮ ਦੇ ਨਾਲ ਇਹ ਸਰਕਾਰ ਦਾ ਆਖਰੀ ਵਰ੍ਹਾ ਆ, ਤੇ ਵਾਅਦਿਆਂ ਦੀ ਗੱਲ ਕਰੀਏ ਤਾਂ ਕੋਈ ਏਦਾਂ ਦਾ ਵਾਅਦਾ ਨਹੀਂ ਹੈ ਜਿਹੜਾ ਸੱਚਮੁੱਚ ਉਹ ਗਿਣਾ ਸਕਣ। ਅਸੀਂ ਸਭ ਤੋਂ ਪਹਿਲਾਂ ਰੁਜ਼ਗਾਰ ਦੀ ਗੱਲ ਆਪਾਂ ਮਾੜੀ ਜੀ ਦੇਖ ਲੈਂਦੇ ਹਾਂ ਵੀ ਰੁਜ਼ਗਾਰ ਦੀ ਹਾਲਤ ਇਹ ਹੈ ਵੀ ਜਿਹੜੇ ਵੱਖ-ਵੱਖ ਜਿਹੜੇ ਸਰਕਾਰੀ ਮਹਿਕਮੇ ਹੈ ਉਹਨਾਂ 'ਚ ਜਿਹੜੀਆਂ ਅਸਾਮੀਆਂ ਖਾਲੀ ਹੋ ਗਈਆਂ, ਉਹ ਭਰੀਆਂ ਨਹੀਂ ਗਈਆਂ, ਉਹ ਖਤਮ ਕਰ ਦਿੱਤੀਆਂ ਗਈਆਂ। ਤੇ ਜੇ ਕੋਈ ਰੱਖੇ ਰੁੱਖੇ ਵੀ ਗਏ ਵੱਖ-ਵੱਖ ਮਹਿਕਮਿਆਂ ਦੇ ਵਿੱਚ ਤਾਂ ਉਹ ਕੰਟਰੈਕਟ ਤੇ ਰੱਖੇ ਗਏ, ਬੜੀ ਬੁਰੀ ਹਾਲਤ ਦੇ ਵਿੱਚ ਉਹ ਕੰਮ ਕਰ ਰਹੇ ਆ। ਉਹਨਾਂ ਨੂੰ ਪੱਕੇ ਨਹੀਂ ਕਰਨਾ ਕਦੀ ਵੀ, ਤਾਂ ਹੀ ਉਹ ਜਿਹੜੇ ਕੁਝ ਪੱਕੇ ਹੋਣ ਦੇ ਨਾਂ ਦੇ ਉੱਤੇ ਜਿਹੜੇ ਐਜੀਟੇਟਡ ਨੇ ਸਾਡੇ ਨੌਜਵਾਨ ਵੀ ਸਾਨੂੰ ਪੱਕੇ ਕਰੋ, ਕੁਝ ਰੁਜ਼ਗਾਰ ਜਿਹੜਾ ਮੰਗਦੇ ਆ ਵੀ ਜਿੱਦਾਂ ਦਾ ਵੀ ਮਰਜ਼ੀ ਆ ਸਾਨੂੰ ਰੁਜ਼ਗਾਰ ਦਿਓ, ਤੇ ਉਹ ਰੋਜ਼ ਪਟਿਆਲੇ ਜਾਂਦੇ ਆ ਤੇ ਰੋਜ਼ ਹੀ ਉਹਨਾਂ ਦੇ ਡਾਂਗ ਵਰਦੀ ਹੈ। ਰੁਜ਼ਗਾਰ ਮੇਲਿਆਂ ਦਾ ਇੱਕ ਡਰਾਮਾ ਰਚਿਆ ਗਿਆ ਪੰਜਾਬ ਦੇ ਵਿੱਚ, ਜਿਹਦੇ 'ਚ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੂੰ ਇਨਵੋਲਵ ਕਰ ਦਿਆ ਗਿਆ ਤੇ ਪੇਸ਼ ਇਹ ਕੀਤਾ ਗਿਆ, ਦੇਖੋ ਅਸੀਂ ਰੁਜ਼ਗਾਰ ਮੇਲੇ ਲਾ ਰਹੇ ਹਾਂ। ਬਾਕੀ ਵੀ ਕਿਸੇ ਵੀ ਮਤਲਬ ਮਸਲੇ ਦੇ ਉੱਤੇ ਆਪਾਂ ਜੇ ਗੱਲ ਕਰ ਲਈਏ, ਜੇ ਉਹਨਾਂ ਦਾ ਮੈਨੀਫੈਸਟੋ ਚੱਕ ਕੇ ਦੇਖ ਲਈਏ, ਸਮਾਰਟਫੋਨ ਦੇਣ ਦੀ ਗੱਲ ਸੀ, ਤੇ ਪਹਿਲੀ ਗੱਲ ਤਾਂ ਵਾਅਦਾ ਹੀ ਜਿਹੜਾ ਸਮਾਰਟਫੋਨ ਦੇਣ ਦਾ, ਮੈਂ ਸਮਝਦਾ ਕਿ ਉਹ ਫਜ਼ੂਲ ਕਿਸਮ ਦਾ ਵਾਅਦਾ ਸੀ। ਜੇ ਨੌਜਵਾਨ ਕੋਲ ਰੁਜ਼ਗਾਰ ਹੋਏਗਾ, ਉਹਦੀ ਨੌਕਰੀ ਹੋਏਗੀ, ਆਪ ਹੀ ਆਪਣਾ ਸਮਾਰਟਫੋਨ ਖਰੀਦ ਲਏਗਾ। ਏਦਾਂ ਜੇ ਔਰਤਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਆਖਰੀ ਵਰ੍ਹੇ 'ਚ ਜਾ ਕੇ, ਤੇ ਉਹਦਾ ਸੱਚ ਵੀ ਆਪਾਂ ਨੂੰ ਪਤਾ ਹੈ ਕਿ ਕਿੰਨੀਆਂ ਕੁ ਸਰਕਾਰੀ ਬੱਸਾਂ ਚੱਲਦੀਆਂ। ਤੇ ਜੇ ਔਰਤਾਂ ਨੂੰ ਸਨਮਾਨਯੋਗ ਥਾਂ ਮਿਲੀ ਹੋਵੇ ਪੰਜਾਬ ਦੇ ਵਿੱਚ, ਘਰ ਤੋਂ ਲੈ ਕੇ ਕੰਮਕਾਜ ਵਾਲੀਆਂ ਥਾਵਾਂ ਦੇ ਉੱਤੇ, ਤੇ ਕੰਮ ਮਿਲਿਆ ਹੋਵੇ ਬਰਾਬਰ,
ਤੇ ਬਰਾਬਰ ਦੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਕੰਮ ਕਰਨ ਦੀ ਜਿਹੜੀ ਉਹਨਾਂ ਦੀ ਬਰਾਬਰ ਦੀ ਸ਼ਕਤੀ ਹੈ ਇੱਕ ਮਰਦ ਦੇ ਬਰਾਬਰ, ਤੇ ਉਹਨਾਂ ਨੂੰ ਬਰਾਬਰ ਦੀ ਵੇਜ ਮਿਲੀ ਹੋਵੇ, ਤਾਂ ਉਹਨਾਂ ਨੂੰ ਮੁਫਤ ਬੱਸ ਸਫ਼ਰ ਦੀ ਜ਼ਰੂਰਤ ਨਹੀਂ ਹੈ। ਕਿਸਾਨਾਂ ਨੂੰ ਜੇ ਉਹਨਾਂ ਦੀ ਲਾਗਤ ਦੇ ਮੁਤਾਬਕ ਮੁਨਾਫਾ ਜਿਹੜਾ ਉਹਨਾਂ ਦਾ ਵਿੱਚ ਕਿਰਤ ਸ਼ਾਮਲ ਕਰਕੇ ਉਹਨਾਂ ਦੀ ਜਿਣਸ ਦੀ ਕੀਮਤ ਮਿਲਦੀ ਹੋਵੇ, ਤੇ ਉਹਨਾਂ ਨੂੰ ਮੁਫਤ ਬਿਜਲੀ ਦੀ ਜ਼ਰੂਰਤ ਨਹੀਂ ਹੈ। ਜਿਹੜੀਆਂ ਸਬਸਿਡੀਆਂ ਬੰਦ ਕਰਨ ਦੀ ਗੱਲ ਕਰਦੇ ਆ ਇਹ, ਉਸ ਸਬਸਿਡੀ ਦੀ ਲੋੜ ਹੀ ਕਿਉਂ ਪੈਂਦੀ ਹੈ? ਕਿਸਾਨਾਂ ਨੂੰ ਕਰਜ਼ਾ ਹੀ ਕਿਉਂ ਲੈਣਾ ਪੈਂਦਾ? ਸੋ 3 ਲੱਖ ਕਰੋੜ ਦੇ ਕਰੀਬ ਕਰਜ਼ਾ ਹੈ ਪੰਜਾਬ ਦੇ ਸਿਰ ਦੇ ਉੱਤੇ। ਇਹ ਕਰਜ਼ਾ ਕਿਉਂ ਚੜਿਆ? ਇਹ 'ਚ ਫੇਲਿਅਰ ਕਿਹਦੀ ਹੈ? ਇਹ ਹੁਣ ਦੀ ਸਰਕਾਰ ਤੇ ਪਿਛਲੀਆਂ ਸਰਕਾਰਾਂ ਸਾਰੀਆਂ ਰਲ ਕੇ ਇੱਕੋ ਜਿਹਾ ਸੋਚਦੀਆਂ, ਇੱਕੋ ਜਿਹਾ ਕਰਦੀਆਂ। ਸੋ ਇਸ ਕਰਕੇ ਕੁਝ ਨਹੀਂ ਹੈ ਇਦਾਂ ਦਾ ਵੀ ਜਿਹੜਾ ਗਣਾਇਆ ਜਾ ਸਕੇ ਵੀ ਹਾਂ ਸੱਚਮੁੱਚ ਸ਼ਾਬਾਸ਼ ਦੀ ਹੱਕਦਾਰ ਹੈ ਪੰਜਾਬ ਦੀ ਕੈਪਟਨ ਅਮਰਿੰਦਰ ਦੀ ਸਰਕਾਰ। ਨਹੀਂ ਤਾਂ ਫਿਰ ਥਾਂ ਥਾਂ ਦੇ ਉੱਤੇ ਵਿਰੋਧ ਕਿਉਂ ਹੁੰਦਾ? ਦੂਜੀ ਗੱਲ, ਕਿਸਾਨ ਅੰਦੋਲਨ ਹੈ। ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਕਿ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਤੋਂ ਵੱਖਰੀ ਨਹੀਂ ਹੈ। ਉਹ ਵੀ ਨਹੀਂ ਚਾਹੁੰਦੇ ਕਿ ਕਿਸਾਨਾਂ ਦਾ ਮਸਲਾ ਹੱਲ ਹੋਵੇ, 3 ਖੇਤੀ ਕਾਨੂੰਨ ਵਾਪਸ ਹੋਣ। ਸਿਰਫ ਤੇ ਸਿਰਫ ਇੱਕ ਇਲੈਕਸ਼ਨ ਹੈ, ਚੋਣ ਸਾਹਮਣੇ ਖੜੀ ਹੈ, ਇਸ ਕਰਕੇ ਇਸ ਤਰ੍ਹਾਂ ਦਾ ਵਰਤਾਓ ਜਿਹਾ ਕੀਤਾ ਜਾ ਰਿਹਾ ਦਿਖਾਵੇ ਦੇ ਤੌਰ ਤੇ ਵੀ ਅਸੀਂ ਕਿਸਾਨਾਂ ਨਾਲ ਹੈ। ਆ ਚੋਣਾਂ ਹੋ ਲੈਣ ਦਿਓ। ਜੇ ਕਿਸਾਨਾਂ ਦਾ ਅੰਦੋਲਨ ਚੱਲਦਾ ਰਿਹਾ ਨਾ, ਜੇ ਸਰਕਾਰ ਜ਼ਿੱਦ ਤੇ ਅੜੀ ਰਹੀ, ਚੋਣਾਂ ਤੋਂ ਬਾਅਦ ਜੇ ਇਹੀ ਕੈਪਟਨ ਅਮਰਿੰਦਰ ਫੇਰ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ, ਤਾਂ ਫਿਰ ਤੁਸੀਂ ਉਹਨਾਂ ਦਾ ਵਰਤਾਓ ਦੇਖ ਲਿਓ ਕਿ ਕਿਸਾਨਾਂ ਦੇ ਨਾਲ ਕਿੱਦਾਂ ਦਾ ਹੁੰਦਾ। ਜਿੱਦਾਂ ਦਾ ਅਧਿਆਪਕਾਂ ਨਾਲ ਪਟਿਆਲੇ 'ਚ ਹੁੰਦਾ, ਉਦਾਂ ਦਾ ਹੀ ਪੰਜਾਬ 'ਚ ਕਿਸਾਨਾਂ ਨਾਲ ਹੋਣਾ। ਸਭ ਤੋਂ ਪਹਿਲਾਂ ਕਿਸਾਨਾਂ ਦੇ ਤੰਬੂ ਜਿਹੜੀ ਹੈ ਕੈਪਟਨ ਅਮਰਿੰਦਰ ਦੀ ਸਰਕਾਰ ਉਖਾੜੇਗੀ ਇੱਥੇ, ਜੇ ਅਗਲੀ ਵਾਰ ਫਿਰ ਕੈਪਟਨ ਅਮਰਿੰਦਰ ਦੀ ਸਰਕਾਰ ਆਉਂਦੀ ਹੈ ਤਾਂ, ਜੇ ਐਜੀਟੇਸ਼ਨ ਇੱਦਾਂ ਜੀ। ਇੱਥੇ 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 ਦਸਾਂਝ ਸਾਹਿਬ, ਉੱਦਾਂ ਜੇ ਥੋੜ੍ਹੀ ਜਿਹੀ ਕਾਮਨ ਸੈਂਸ ਨਾਲ ਸੋਚੀਏ ਤੇ ਕਿਸਾਨ ਜਥੇਬੰਦੀਆਂ ਨੇ ਜਿੱਡਾ ਵੱਡਾ ਅੰਦੋਲਨ ਖੜਾ ਕੀਤਾ, ਤੇ ਆਪਾਂ ਮੰਨਦੇ ਹਾਂ ਕਿ ਭਾਵੇਂ ਉਹਨਾਂ ਦੇ ਮੁੱਖ ਮੁੱਦੇ 3-4 ਕਿਸਾਨੀ ਨਾਲ ਸੰਬੰਧਿਤ ਨੇ, ਪਰ ਪੰਜਾਬ ਨਾਲ ਸੰਬੰਧਿਤ ਜਿੱਦਾਂ ਬੇਰੁਜ਼ਗਾਰੀ ਦਾ ਮੁੱਦਾ ਤੇ ਨੌਜਵਾਨ ਕੁੱਟ ਖਾ ਰਹੇ ਆ, ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਅੰਦੋਲਨ ਨੂੰ ਆਪਣੀ ਬੁੱਕਲ 'ਚ ਲੈ ਕੇ ਆਪਣੀ ਸ਼ਕਤੀ ਵਧਾਉਣੀ ਨਹੀਂ ਚਾਹੀਦੀ ਕਿ ਇਹੋ ਜਿਹੀਆਂ ਡਿਮਾਂਡ ਵੀ ਇਸ ਅੰਦੋਲਨ ਦਾ ਹਿੱਸਾ ਬਣਨ ਕਿ ਪੰਜਾਬ ਨੂੰ ਅਸੀਂ ਬਚਾਉਣਾ ਆ, ਉਹਨਾਂ ਦੀ ਬੇਰੁਜ਼ਗਾਰੀ ਖਤਮ ਕਰਨੀ ਆ, ਬੱਚਿਆਂ ਨੂੰ ਵਿਦੇਸ਼ਾਂ ਤੋਂ ਜਾਣ ਤੋਂ ਰੋਕਣਾ ਆ, ਇੱਥੇ ਸਵੈ ਰੁਜ਼ਗਾਰ ਦੇ ਪ੍ਰਬੰਧ ਕਰਨੇ ਆ, ਐਗਰੀਕਲਚਰ ਦੇ ਨਾਲ ਸੰਬੰਧਿਤ ਇੰਡਸਟਰੀ ਡਿਵੈਲਪ ਕਰਾਉਣੀ ਆ। ਇਹੋ ਜਿਹੀਆਂ ਮੰਗਾਂ ਵੀ ਜਿਹੜੀਆਂ ਨੇ ਅਗਰ ਜੁੜ ਜਾਣ ਤੇ ਜਿਹੜੇ ਅੱਡ-ਅੱਡ ਤੌਰ ਤੇ ਲੜ ਰਹੇ ਲੋਕ ਨੇ ਉਹ ਇੱਕ ਧਾਰਾ 'ਚ ਬੱਝ ਕੇ ਸਮੁੱਚੇ ਪੰਜਾਬ ਲਈ ਯਤਨਸ਼ੀਲ ਹੋਣ, ਤੇ ਇਹ ਜਿਹੜਾ ਪ੍ਰੈਸ਼ਰ ਵਧੇਗਾ, ਨਹੀਂ ਸਰਕਾਰਾਂ ਨੂੰ ਝੁਕਣ ਲਈ ਮਜਬੂਰ ਕਰਨ ਲਈ ਕੋਈ ਜ਼ਿਆਦਾ ਵੱਡੀ ਸ਼ਕਤੀ ਨਹੀਂ ਬਣ ਜਾਏਗੀ? ਦੇਖੋ, ਇਹ ਤਾਂ ਇਸ ਐਜੀਟੇਸ਼ਨ ਦੀ ਜਿਹੜੀ ਆਤਮਾ ਹੈ ਉਹ ਇੱਥੇ ਖੜੀ ਹੈ। ਜੇ ਤੁਸੀਂ ਕਿਸੇ ਵੀ ਕਿਸੇ ਵੀ ਕਿਸਾਨ ਆਗੂ ਨੂੰ ਸੁਣੋਗੇ ਬੋਲਦਿਆਂ ਹੋਇਆ, ਉਹ ਸਾਰੀਆਂ ਗੱਲਾਂ ਨਾਲ ਹੀ ਕਰਦੇ ਆ। ਜੇ ਪੰਜਾਬ ਦੇ ਵਿੱਚ 3 ਦਿਨ ਦਾ ਧਰਨਾ ਲਾਇਆ ਪਟਿਆਲੇ ਦੇ ਵਿੱਚ ਕਿਸਾਨਾਂ ਨੇ, ਉਹਦੇ 'ਚ ਪੰਜਾਬ ਸਰਕਾਰ ਨਾਲ ਸੰਬੰਧਿਤ ਮੁੱਦੇ ਸ਼ਾਮਲ ਸੀਗੇ। ਪਰ ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਹਾਂ ਵੀ ਮਤਲਬ ਜਿਹੜੀਆਂ 32 ਕਿਸਾਨ ਜਥੇਬੰਦੀਆਂ ਇਕੱਠੀਆਂ, 471 ਕਿਸਾਨ ਜਥੇਬੰਦੀਆਂ ਸਾਰੇ ਦੇਸ਼ 'ਚ ਇਕੱਠੀਆਂ, ਜਦੋਂ ਕੋਈ ਇੱਕ ਕਾਲ ਆਉਂਦੀ ਹੈ ਤੇ ਉਹਦੇ ਵਿੱਚ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੀ ਜਾਂਦੀਆਂ, ਉਸ ਕਾਲ ਦੀ ਸਮਰਥਨ ਦੇ ਵਿੱਚ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੀ ਜਾਂਦੀਆਂ, ਨੌਜਵਾਨਾਂ ਦੀਆਂ ਜਥੇਬੰਦੀਆਂ ਵੀ ਜਾਂਦੀਆਂ, ਟੀਚਰ ਵੀ ਜਾਂਦੇ ਆ। ਹਰ ਸ਼ਨੀਚਰਵਾਰ ਤੇ ਐਤਵਾਰ ਨੂੰ ਜਿਹੜੇ ਦਿੱਲੀ ਦੇ ਮੋਰਚੇ, ਉੱਥੇ ਜ਼ਿਆਦਾ ਗਿਣਤੀ ਜਿਹੜੀ ਆ ਅਧਿਆਪਕਾਂ ਦੀ ਹੁੰਦੀ ਹੈ। ਜਿਹੜੇ ਅਧਿਆਪਕ ਵੱਖ-ਵੱਖ ਫੀਲਡ ਦੇ ਵਿੱਚ ਸੰਘਰਸ਼ੀਲ ਹੈ, ਪਰ ਇੱਕ ਸਟੈਪ ਬਾਈ ਸਟੈਪ ਹੁੰਦੀ ਹੈ ਲੜਾਈ। ਬਹੁਤ ਜ਼ਿਆਦਾ ਖਲਾਰਾ, ਜਿਹੜਾ ਇੱਕ ਲਫ਼ਜ਼ ਤੁਸੀਂ ਅਰਵਿੰਦ ਕੇਜਰੀਵਾਲ ਬਾਰੇ ਵਰਤਿਆ ਸੀ ਵੀ ਖਲਾਰਾ ਪਾ ਲਿਆ ਉਹਨੇ, ਖਲਾਰਾ ਹੁਣ ਗੁਜਰਾਤ 'ਚ ਵੀ ਪਾ ਰਹੇ ਨੇ, ਉਹਦੇ ਬਾਰੇ ਆਪਾਂ ਹਾਲੇ ਗੱਲ ਕਰਨੀ ਸੀ, ਰਹਿ ਗਈ, ਚਲੋ ਫੇਰ ਕਰ ਲਾਂਗੇ। ਸੋ ਅਲਟੀਮੇਟਲੀ ਇੱਕ ਅੰਦੋਲਨ ਦੀ ਇੱਕ ਬਕਾਇਦਾ ਕਰੈਕਟਰ ਡਿਵੈਲਪ ਹੁੰਦਾ। ਜੇ ਤੁਸੀਂ ਉਸ ਅੰਦੋਲਨ ਦਾ ਜਿਹੜਾ ਇੱਕ ਕੈਨਵਸ ਹੈ ਉਹਨੂੰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਬਹੁਤ ਕੁਝ ਆਲੇ ਦੁਆਲੇ ਇਕੱਠਾ ਕਰ ਲਓਗੇ, ਤਾਂ ਫਿਰ ਜਿਹੜਾ ਇੱਕ ਅਨੁਸ਼ਾਸਨ ਜਾਂ ਡਿਸਿਪਲਿਨ ਦੇ ਵਿੱਚ ਜਿਹੜੀ ਚੀਜ਼ ਚੱਲ ਰਹੀ ਹੈ ਉਹਨੂੰ ਨਿਭਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੁੰਦਾ। ਕੋਈ ਅੰਦੋਲਨ ਮੁਕਤ ਹੋ ਜਾਣਾ। ਮੈਨੂੰ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਪੰਜਾਬ ਦਾ ਅਰਥਚਾਰਾ ਆ ਜਾਂ ਸਾਡਾ ਜਿਹੜਾ ਕਲਚਰ ਹੈ, ਸੱਭਿਆਚਾਰ ਹੈ, ਜਿਹਦੇ ਵਿੱਚ ਸਾਡੀ ਮਤਲਬ ਰੋਜ਼ੀ ਰੋਟੀ ਦਾ ਮਸਲਾ ਵੀ ਜੁੜਿਆ ਹੋਇਆ, ਇਕੱਲਾ ਸੱਭਿਆਚਾਰ ਨੂੰ ਮੈਂ ਗਾਉਣ ਵਜਾਉਣ ਵਾਲੀ ਗੱਲ ਨਹੀਂ ਕਰ ਰਿਹਾ ਜਾਂ ਉਹ ਨਹੀਂ ਕਰ ਰਿਹਾ, ਇਹਦੇ 'ਚ ਇਹਨਾਂ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਜੇ ਇੱਕ ਅਧਿਆਪਕ ਆ ਤੇ ਉਹ ਨਾਲ ਖੇਤੀ ਵੀ ਕਰ ਰਿਹਾ ਹੈ ਪਾਰਟ ਟਾਈਮ ਦੇ ਵਿੱਚ, ਇੱਕ ਕੋਈ ਵਿਦਿਆਰਥੀ ਆ ਤੇ ਉਹ ਵੀ ਆਪਣੇ ਕਾਲਜ ਸਕੂਲ ਤੋਂ ਬਾਅਦ ਜਾ ਕੇ ਤੇ ਖੇਤੀ ਦਾ ਧੰਦਾ ਕਰ ਰਿਹਾ ਹੁੰਦਾ, ਆਪਣੇ ਮਾਪਿਆਂ ਦਾ ਹੱਥ ਵੰਡਾ ਰਿਹਾ ਹੁੰਦਾ,
ਹਾਲਾਂਕਿ ਇਹ ਰਿਵਾਜ ਹੁਣ ਹੌਲੀ ਹੌਲੀ ਘਟ ਰਿਹਾ, ਬੱਚੇ ਕਰਨਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਖੇਤੀ ਹੁਣ ਲਾਹੇਵੰਦਾ ਧੰਦਾ ਨਹੀਂ ਆ। ਪਰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਕਿਸਾਨ ਦੀ ਜਿਹੜੀ ਗੱਲ ਆਪਾਂ ਕਰਦੇ ਹਾਂ ਜਦੋਂ, ਉਹਦੇ ਵਿੱਚ ਸਾਰਾ ਕੁਝ ਹੀ ਰਲ ਗੱਡ ਹੋ ਜਾਂਦਾ। ਉਹਦੇ ਵਿੱਚ ਮੁਲਾਜ਼ਮ ਵੀ ਆ ਜਾਂਦੇ ਆ, ਉਹਦੇ 'ਚ ਵਿਦਿਆਰਥੀ ਵੀ ਆ ਜਾਂਦੇ, ਉਹ 'ਚ ਬੇਰੁਜ਼ਗਾਰ ਵੀ ਆ ਜਾਂਦੇ ਆ। ਮੈਂ ਤਾਂ ਗੱਲ ਕਰਦਾ ਕਿ ਇੱਕ ਸਾਂਝਾ ਜਿਹਾ ਯਤਨ ਜਿਹੜਾ ਇੱਕ ਸ਼ਕਤੀਸ਼ਾਲੀ ਚੀਜ਼ ਦਾ ਉਭਾਰ ਜਿਹੜਾ ਉਹ ਪੈਦਾ ਹੋਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਨੇ ਕਿਤੇ। ਬਹੁਤ ਠੀਕ ਗੱਲ ਹੈ ਤੁਹਾਡੀ, ਮੈਂ ਸਹਿਮਤ ਵੀ ਹਾਂ ਇਹਦੇ ਨਾਲ। ਦੂਜੀ ਗੱਲ ਹੈ, ਕਿਸਾਨ ਅੰਦੋਲਨ 'ਚ ਜਿਹੜੀਆਂ ਐਕਟਿਵ ਜਥੇਬੰਦੀਆਂ ਉਹ ਇਹਨਾਂ ਚੀਜ਼ਾਂ ਨੂੰ ਛੱਡ ਥੋੜ੍ਹਾ ਰਹੀਆਂ, ਉਹ ਉਹਨਾਂ ਚੀਜ਼ਾਂ ਨੂੰ ਨਾਲ ਲੈਂਦੀਆਂ ਹੈ। ਪਰ ਉਸ ਅੰਦੋਲਨ ਦਾ ਇੱਕ ਕਰੈਕਟਰ ਡਿਵੈਲਪ ਹੋਇਆ ਹੈ। ਜੇ ਤੁਸੀਂ ਆਪਾਂ ਇਹ ਚਾਹੁੰਦੇ ਆ ਕਿ ਨੌਜਵਾਨ ਵਿਦਿਆਰਥੀ ਸਾਰੇ ਜਿਹੜੇ ਆ ਉਹ ਇੱਕ ਸਾਂਝਾ ਪਲੇਟਫਾਰਮ ਉਸਰ ਜਾਏ, ਉਸਰੇਗਾ ਉਹ ਸਟੈਪ ਬਾਈ ਸਟੈਪ ਹੁੰਦਾ ਹੈ। ਹਾਲੇ ਤਾਂ ਪਰ ਜਿਹੜੇ ਖਤਰੇ ਵੀ ਆ ਬਰਾਬਰ ਖੜੇ ਹੋ, ਤੁਸੀਂ ਇਹ ਦੇਖ ਸਕਦੇ ਹੋ ਵੀ ਜਵਾਨੀ ਦੇ ਨਾਂ ਦੇ ਉੱਤੇ ਨੌਜਵਾਨੀ ਦੇ ਨਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੁਝ ਲੋਕ ਜਿਹੜੇ ਇਸ ਅੰਦੋਲਨ ਦੇ ਵਿੱਚ ਭੇਜੇ ਗਏ ਤੇ ਇਸ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋਈ, ਉਹ ਸਾਡੇ ਸਾਹਮਣੇ ਹੈ। ਇਹ ਖਤਰੇ ਬਰਕਰਾਰ ਹੈ। SFS ਨਾਂ ਦੀ ਇੱਕ ਵਿਦਿਆਰਥੀਆਂ ਦੀ ਜਥੇਬੰਦੀ ਹੈ, ਅਸੀਂ ਉਹਦੇ ਸਪੋਰਟਰ ਰਹੇ ਹਾਂ, ਹਮਾਇਤੀ ਰਹੇ ਹਾਂ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕਨੂਪ੍ਰਿਆ ਵਾਲੀ, ਚਲੋ ਕਨੂਪ੍ਰਿਆ ਹੁਣ ਪ੍ਰੈਜ਼ੀਡੈਂਟ ਨਹੀਂ ਹੈ। ਹਾਂਜੀ ਹਾਂਜੀ। SFS ਜਿਹੜੀ ਹੈ ਹਾਲੇ ਵੀ ਐਕਟਿਵ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ, ਭਾਵੇਂ ਜਿਹੜੀ ਇਸ ਵੇਲੇ ਉਹਨਾਂ ਦੀ ਪ੍ਰਧਾਨਗੀ ਨਹੀਂ ਹੈ, ਉੱਥੇ ਉਹਨਾਂ ਦੀ ਟੀਮ ਨਹੀਂ ਹੈ, ਪਰ ਉਹ ਐਕਟਿਵ ਨੇ। ਹੁਣ SFS ਇਸ ਪਲੇਟਫਾਰਮ ਦਾ ਹਿੱਸਾ ਵੀ ਨਹੀਂ ਕਿਸਾਨਾਂ ਦੇ ਅੰਦੋਲਨ ਦਾ, ਹਮਾਇਤੀ ਜ਼ਰੂਰ ਰਹੀ ਹੈ। ਪਰ SFS ਨੇ ਜਿੱਦਾਂ ਡਾਇਰੈਕਸ਼ਨ ਦੇਣੀ ਸ਼ੁਰੂ ਕਰ ਦਿੱਤੀ ਇਸ ਅੰਦੋਲਨ 'ਚ, ਜਿਵੇਂ 26 ਜਨਵਰੀ ਦੀਆਂ ਘਟਨਾਵਾਂ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਰਹੀ, ਜਿਵੇਂ ਉਹ ਤੋਂ ਬਾਅਦ ਵੀ ਲਗਾਤਾਰ ਕਿਸਾਨ ਲੀਡਰਸ਼ਿਪ ਦੇ ਖਿਲਾਫ ਬੋਲਦੇ ਰਹੇ ਆ, ਫਿਰ ਇਸ ਤਰ੍ਹਾਂ ਦੀ ਵਿਦਿਆਰਥੀ ਜਥੇਬੰਦੀ ਜਾਂ ਇਸ ਤਰ੍ਹਾਂ ਦੀਆਂ ਕੁਝ ਜਥੇਬੰਦੀਆਂ ਨੂੰ ਇਕੱਠੇ ਕਰਕੇ ਕੀ ਕੱਢਣ ਪਾਉਣ ਨੂੰ ਰਹਿ ਜਾਏਗਾ, ਕਿਉਂਕਿ ਅਨੁਸ਼ਾਸਨ ਨਹੀਂ ਰਹਿੰਦਾ ਇਹਦੇ 'ਚ। ਪਲੇਟਫਾਰਮ ਬਣੇਗਾ, ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੇ ਇਦਾਂ ਦੇ ਪਲੇਟਫਾਰਮ ਬਣਾਏ ਵੀ ਹੋਏ ਆ, ਜਿਹ 'ਚ ਅਧਿਆਪਕ ਵੀ ਆ, ਬਾਕੀ ਸਰਕਾਰੀ ਮਹਿਕਮੇ ਵੀ ਆ, ਉਹ ਸਾਰੇ ਇਕੱਠੇ ਪਲੇਟਫਾਰਮ ਹੈਗੇ ਆ। ਕਿਸਾਨ ਤੇ ਬਾਕੀ ਜਿਹੜੇ ਲੋਕ ਆ ਉਹ ਵੀ ਇਕੱਠੇ ਹੋ ਕੇ ਚੱਲਦੇ ਆ। ਪਰ ਇਸ ਅੰਦੋਲਨ ਦਾ ਜਿਹੜਾ ਕਰੈਕਟਰ ਹੈ ਤੇ ਜਿੰਨੇ ਲੋਕ ਇਹਦੇ 'ਚ ਸ਼ਾਮਲ ਨੇ ਜਥੇਬੰਦੀਆਂ, ਹੁਣ 32 ਜਥੇਬੰਦੀਆਂ ਦੇ ਵਿੱਚੋਂ ਵੀ 2-3 ਜਥੇਬੰਦੀਆਂ ਕਈ ਵਾਰੀ ਬਹੁਤ ਅਜੀਬ ਕਿਸਮ ਦੇ ਹਾਲਾਤ ਪੈਦਾ ਕਰ ਦਿੰਦੀਆਂ ਤੇ ਬਾਰ-ਬਾਰ ਉਹਦਾ ਚੋਂ ਕਈਆਂ ਨੂੰ ਸਸਪੈਂਡ ਕਰਨਾ ਪੈਂਦਾ, ਫਿਰ ਉਹ ਬਹਾਲ ਹੁੰਦੇ ਆ। ਸੋ ਇਹ ਖਲਾਰਾ ਪੈ ਜਾਏਗਾ ਜੇ ਅਸੀਂ ਇਦਾਂ ਸੋਚਣ ਲੱਗ ਪਏ ਵੀ ਹਾਂ ਸਾਰਾ ਕੁਝ ਹੀ ਅਸੀਂ ਇਕੱਠਾ ਕਰ ਲਾਂਗੇ। ਦੂਜੀ ਗੱਲ, ਉਹਦੇ ਉਸ ਲੀਡਰਸ਼ਿਪ ਤੇ ਹਰਜੀਤ ਗਿੱਲ ਜੀ ਇੰਨਾ ਜ਼ਿਆਦਾ ਜ਼ਬਰਦਸਤ ਮਾਨਸਿਕ ਪ੍ਰੈਸ਼ਰ ਹੈ ਨਾ। ਇੱਕ ਪਾਸੇ ਸਰਕਾਰ ਨਾਲ ਲੜਾਈ, ਇੱਕ ਪਾਸੇ ਸਰਕਾਰ ਦਾ ਵਾਰਤਾ ਦਾ ਮਸਲਾ, ਦੂਜੇ ਪਾਸੇ ਸਾਜ਼ਿਸ਼ਾਂ ਸਰਕਾਰ ਦੀਆਂ, ਤੀਜੇ ਪਾਸੇ ਜਿਹੜਾ ਆ ਸਾਡੇ ਅੰਦਰ ਹੀ ਬੈਠੇ ਜਿਹੜੇ ਸਾਡੇ ਦੁਸ਼ਮਣ। ਕਈ ਫਰੰਟਾਂ ਦੇ ਉੱਤੇ ਫਿਰ ਮੌਸਮ ਦੇ ਨਾਲ ਜਿਹੜਾ ਲੜਿਆ ਜਾ ਰਿਹਾ ਹੈ, ਕਈ ਫਰੰਟਾਂ ਦੇ ਉੱਤੇ ਲੜਾਈ ਹੈ। ਤੇ ਮੈਂ ਤਾਂ ਧੰਨ ਸਮਝਦਾ ਸਾਡੀ ਕਿਸਾਨ ਲੀਡਰਸ਼ਿਪ ਨੂੰ। ਪਹਿਲੀ ਗੱਲ ਤਾਂ 32 ਇਕੱਠੇ ਹੋ ਗਏ, 471 ਜਿਹੜੇ ਟੋਟਲ ਦੇਸ਼ ਇਕੱਠੇ ਕਰ ਲਏ। ਦੂਜੀ ਗੱਲ ਹੈ ਕਿ ਸਾਂਝੀ ਸਮਝਦਾਰੀ ਇੱਕ ਬਣ ਗਈ। ਤੀਜੀ ਗੱਲ ਹੈ ਕਿ ਉਹਦੀ ਸਮਝਦਾਰੀ ਜਿਹੜੀ ਬਣੀ ਹੋਈ ਹੈ ਉਹਨੂੰ ਨਿਭਾ ਰਹੇ ਨੇ ਲਗਾਤਾਰ 7 ਮਹੀਨਿਆਂ ਤੋਂ। ਇਹ ਕੋਈ ਛੋਟੀ ਅਚੀਵਮੈਂਟ ਨਹੀਂ ਹੈ। ਅਸੀਂ ਬਹੁਤੀ ਤਵੱਕੋ ਨਾ ਰੱਖਿਆ ਕਰੀਏ ਵੀ ਜਿੱਦਾਂ ਅਸੀਂ ਬਾਕੀਆਂ ਤੇ ਤਵੱਕੋ ਰੱਖ ਲੈਂਦੇ ਆ ਵੀ ਪੰਜਾਬ ਨੂੰ ਆਹ ਬੰਦਾ ਆਇਆ ਨੇ ਬਦਲ ਦੇਣਾ। ਜਥੇਬੰਦੀਆਂ ਦੀ ਵੀ ਇੱਕ ਸੀਮਤ ਭੂਮਿਕਾ ਹੁੰਦੀ ਹੈ। ਹੌਲੀ ਹੌਲੀ ਸਟੈਪ ਬਾਈ ਸਟੈਪ ਸਾਰੀਆਂ ਚੀਜ਼ਾਂ ਚੱਲਦੀਆਂ। ਨਹੀਂ, ਜਥੇਬੰਦੀਆਂ ਜ਼ਰੂਰ ਦਸਾਂਝ ਸਾਹਿਬ, ਉਹਨਾਂ ਦੇ ਵਿੱਚ ਵੀ ਬਹੁਤ ਸੂਝਵਾਨ ਵਿਅਕਤੀ ਨੇ, ਤਾਂ ਹੀ ਐਡਾ ਵਧੀਆ ਜਿੱਦਾਂ ਤੁਸੀਂ ਗਣਾਇਆ ਪ੍ਰਾਪਤੀਆਂ ਉਹਨਾਂ ਦੀਆਂ, ਕਿ ਐਡਾ ਵੱਡਾ ਅੰਦੋਲਨ ਖੜਾ ਬਿਲਡ ਕਰਨ 'ਚੋਂ ਕਾਮਯਾਬ ਹੋ ਰਹੀਆਂ ਨੇ ਔਰ ਲਗਾਤਾਰ ਲੜਾਈ ਦੇ ਰਹੀਆਂ ਨੇ, ਇੰਨੀਆਂ ਚੀਜ਼ਾਂ ਨਾਲ ਲੜ ਰਹੀਆਂ ਨੇ। ਇਹ 'ਚ ਕੋਈ ਸ਼ੱਕ ਨਹੀਂ ਕਿ ਉਹ ਬਹੁਤ ਤਜਰਬੇਕਾਰ ਲੋਕ ਨੇ ਔਰ ਬੜੀ ਸੂਝ ਰੱਖਦੇ ਨੇ। ਪਰ ਕਈ ਵਾਰ ਇੱਦਾਂ ਬਾਹਰ ਬੈਠਿਆਂ ਲੋਕਾਂ ਨੂੰ, ਸਾਡੇ ਵਰਗਿਆਂ ਨੂੰ ਮਹਿਸੂਸ ਹੁੰਦਾ ਆ ਕਿ ਜਿੱਦਾਂ ਚੱਲਦੇ ਇਸ ਸੰਘਰਸ਼ ਦੇ ਵਿੱਚ ਇੱਕ ਵਾਰੀ ਦਮ ਮਾਰ ਕੇ ਤੇ ਮੁੱਢ ਤੋਂ ਨਵੀਂ ਸਟ੍ਰੈਟਜੀ ਬਣਾ ਕੇ ਲਿਆਉਣ ਦੀ ਲੋੜ ਆ। ਜਿਹੜੀਆਂ ਚੀਜ਼ਾਂ ਦਾ ਸਰਕਾਰ ਤੇ ਅਸਰ ਨਹੀਂ ਹੋਇਆ ਉਹਦੇ 'ਚ ਕੋਈ ਤਬਦੀਲੀ ਕਰਕੇ ਕੁਝ ਹੋਰ ਨਵੇਂ ਪੈਂਤੜੇ ਬਣਾ ਕੇ ਵੀ ਵੇਖੇ ਜਾ ਸਕਦੇ। ਟ੍ਰੇਡ ਯੂਨੀਅਨ 'ਚ ਵੀ ਇੱਦਾਂ ਹੀ ਹੁੰਦਾ ਆ, ਹੋਰ ਨਾ ਜਥੇਬੰਦਕ ਲੜਾਈਆਂ 'ਚ ਵੀ ਇੱਦਾਂ ਹੀ ਹੁੰਦਾ ਆ ਕਿ ਜੇ ਇੱਕ ਫਾਰਮੂਲਾ ਲਗਾਤਾਰ ਅਸੀਂ ਵੇਖਿਆ ਕਿ ਅਮਨ ਵਾਲਾ ਫਾਰਮੂਲਾ, ਬੈਠੇ ਰਹਿਣ ਵਾਲਾ, ਕੁੱਟ ਖਾਈ ਜਾਣ ਵਾਲਾ ਨਹੀਂ ਹੁੰਦਾ, ਤੇ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਲਿਖਿਆ ਜਾਂਦਾ ਆ ਜਿਹੜਾ ਬਹਾਨਾ ਬਣਾ ਕੇ ਦੂਜੇ ਲੋਕ ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਨੇ। ਤੇ ਜਥੇਬੰਦੀਆਂ ਵੀ ਜ਼ਰੂਰ ਅੰਦਰ ਖਾਤੇ ਸੋਚਦੀਆਂ ਹੋਣਗੀਆਂ ਕਿ ਜਿਹੜੇ ਅਸੀਂ ਤਰੀਕੇ ਨਾਲ ਚੱਲ ਰਹੇ ਹਾਂ, ਜੇ ਉਹਦਾ ਅਸਰ ਨਹੀਂ ਹੋ ਰਿਹਾ, ਇਹ ਢੀਠ ਸਰਕਾਰ ਆ ਜਾਂ ਬੜੀ ਬੇਸ਼ਰਮੀ ਨਾਲ ਉਹ ਕੰਮ ਕਰ ਰਿਹਾ, ਤੇ ਸਾਨੂੰ ਆਪਣੇ ਪੈਂਤੜੇ ਕਿਤੇ ਨਾ ਕਿਤੇ ਕੁਝ ਬਦਲਣੇ ਪੈਣਗੇ। ਬਿਲਕੁਲ, ਉਹ ਤਾਂ ਦੇਖੋ ਡੇ ਬਾਈ ਡੇ ਹੁੰਦਾ ਹੈ। ਡੇ ਬਾਈ ਡੇ ਜਥੇਬੰਦੀਆਂ ਬੈਠ ਕੇ ਜਦੋਂ ਚਰਚਾ ਕਰਦੀਆਂ, ਉਹ ਸੋਚਦੀਆਂ ਵੀ ਹੁਣ ਸਾਡੀ ਅਗਲੀ ਰਣਨੀਤੀ ਜਾਂ ਅਗਲੇ ਦਾਅ ਪੇਚ ਕੀ ਹੋਣਗੇ।
ਉਹਦੇ ਵਿੱਚੋਂ ਐਕਸ਼ਨ ਨਿਕਲ ਕੇ ਆਉਂਦੇ ਆ। ਉਹਦੇ ਵਿੱਚੋਂ ਇੱਕ ਸਿਆਣਪ ਵਾਲੀ ਗੱਲ ਇਹ ਨਿਕਲੀ ਵੀ ਜਿਹੜਾ ਪਾਰਲੀਮੈਂਟ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ, ਉਹਨੂੰ ਸਮਿਆਂ ਰਹਿੰਦਿਆਂ ਪੋਸਟਪੋਨ ਕੀਤਾ ਗਿਆ, ਜਿਹਦੀ ਨੁਕਤਾਚੀਨੀ ਵੀ ਹੋਈ, ਪਰ ਮੈਂ ਸਮਝਦਾ ਬੜਾ ਸਹੀ ਫੈਸਲਾ ਸੀ, ਕਿਉਂਕਿ ਜੋ 26 ਜਨਵਰੀ ਦਾ ਐਕਸਰਸਾਈਜ਼ ਹੋਈ ਸੀ, ਦੁਬਾਰਾ ਉਦਾਂ ਦਾ ਵਾਪਰਨ ਦੀ ਜਿਹੜੀ ਸੰਭਾਵਨਾ ਪੈਦਾ ਹੋ ਸਕਦੀ ਸੀ। ਕੁਝ ਲੋਕ ਜਿਹੜੇ ਐਕਟਿਵ ਸੀ ਉਹ ਸਾਰਾ ਕੁਝ ਕਰਨ ਵਾਸਤੇ, ਉਹਨਾਂ ਨੂੰ ਮੌਕਾ ਮਿਲਦਾ ਸੀ। ਤੇ ਤੀਜੀ ਗੱਲ ਜਿਹੜੀ ਹੈ ਵੀ ਦੁਨੀਆ ਦਾ ਕੋਈ ਵੀ ਜਿਹੜਾ ਇਸ ਡੈਮੋਕ੍ਰੈਟਿਕ ਸੈਟਅਪ ਦੀ ਮੈਂ ਗੱਲ ਕਰਦਾ, ਜਦੋਂ ਤੁਸੀਂ ਵਿਵਸਥਾ ਦੀ ਨੂੰ ਬਦਲਣ ਦੀ ਲੜਾਈ ਨਹੀਂ ਲੜ ਰਹੇ, ਤੁਸੀਂ ਵਿਦਨ ਸਿਸਟਮ ਹੀ ਲੜ ਰਹੇ ਹੋ ਕੁਝ ਆਪਣੀਆਂ ਮੰਗਾਂ ਵਾਸਤੇ। ਸੋ ਦੁਨੀਆ ਦੀ ਕੋਈ ਵੀ ਇਸ ਵਿਵਸਥਾ ਦੇ ਵਿੱਚ ਲੜੀ ਜਾਂਦੀ ਲੜਾਈ ਜਿਹੜੀ ਹੈ ਉਹ ਅਮਨਪੂਰਵਕ ਢੰਗ ਨਾਲ ਜਿਹੜੀ ਚੱਲਦੀ ਹੈ ਉਹੀ ਸਫਲ ਹੁੰਦੀ ਹੈ। ਜਦੋਂ ਉਹ ਅਹਿੰਸਕ ਹੋ ਜਾਂਦੇ ਆ ਤਾਂ ਫਿਰ ਲੜਾਈਆਂ ਖਤਮ ਹੋ ਜਾਂਦੀਆਂ, ਉਹਦਾ ਸਾਰਾ ਕੁਝ ਹੀ ਤਬਾਹ ਹੋ ਜਾਂਦਾ ਹੈ ਤੇ ਨਵੇਂ ਸਿਰਿਓਂ ਫਿਰ ਬੜਾ ਲੰਮਾ ਸਮਾਂ ਪੈ ਜਾਂਦਾ ਹੁੰਦਾ ਕੋਈ ਨਵੀਂ ਐਜੀਟੇਸ਼ਨ ਖੜੀ ਹੋਣ ਨੂੰ। ਸੋ ਕਿਸਾਨ ਜਥੇਬੰਦੀਆਂ ਜਾਂ ਬਾਕੀ ਲੀਡਰਸ਼ਿਪ ਇਹ ਨਹੀਂ ਹੈ ਕਿ ਰੋਜ਼ ਨਹੀਂ ਸੋਚਦੇ, ਉਹ ਬੜਾ ਕੁਝ ਸੋਚਦੇ ਆ, ਬੜਾ ਕੁਝ ਇੰਪਲੀਮੈਂਟ ਵੀ ਕਰਦੇ ਆ। ਸਮਾਂ ਤੇ ਸਥਾਨ ਜਿਹੜਾ ਹੈ, ਟਾਈਮ ਤੇ ਸਪੇਸ ਜਿਹੜੀ ਹੈ, ਬੜਾ ਕੁਝ ਇੰਪੋਰਟੈਂਟ ਹੈ, ਇਹ ਤੈਅ ਕਰਦਾ ਹੁੰਦਾ। ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਵਧਣਗੀਆਂ, ਵੱਧ ਵੀ ਰਹੀਆਂ। ਅਸੀਂ ਜਦੋਂ ਪੰਜਾਬ ਤੋਂ ਅੰਦੋਲਨ ਚੱਲਿਆ ਸੀ, ਕਿਸੇ ਨੇ ਨਹੀਂ ਸੀ ਸੋਚਿਆ ਵੀ ਇਹ ਦੁਨੀਆ ਦਾ ਸਭ ਤੋਂ ਲੰਮਾ ਅੰਦੋਲਨ ਬਣ ਜਾਏਗਾ। 200 ਦਿਨ ਪੂਰੇ ਹੋ ਗਏ ਨੇ ਇਸ ਅੰਦੋਲਨ ਨੂੰ ਦਿੱਲੀ ਦੇ ਬਾਰਡਰ ਦੇ ਉੱਤੇ। ਦੁਨੀਆ ਦੇ ਇਤਿਹਾਸ 'ਚ ਇਸ ਤਰ੍ਹਾਂ ਦਾ ਸ਼ਾਂਤਮਈ ਅੰਦੋਲਨ ਮਤਲਬ ਕਿਤੇ ਨਹੀਂ ਹੋਇਆ। ਮਤਲਬ ਲਗਾਤਾਰ ਹੁਣ 7 ਮਹੀਨੇ ਹੋ ਜਾਣੇ ਆ ਪੂਰੇ, ਤੇ ਇਹਨੇ ਦੁਨੀਆ ਨੂੰ ਵੀ ਇੱਕ ਰਸਤਾ ਦਿਖਾਇਆ, ਤੇ ਇਹਨੇ ਵੀ ਰਸਤਾ ਦਿਖਾਇਆ ਵੀ ਇਹ ਲੜਾਈ ਕੇਵਲ ਇੱਕ ਸਰਕਾਰ ਦੇ ਖਿਲਾਫ 3 ਖੇਤੀ ਕਾਨੂੰਨ ਵਾਪਸ ਲੈਣ ਦੀ ਲੜਾਈ ਨਹੀਂ ਹੈ, ਇਹ ਵਰਲਡ ਕਾਰਪੋਰੇਟ ਦੇ ਖਿਲਾਫ ਲੜਾਈ ਹੈ। ਇਹਦੀਆਂ ਜਿਹੜੇ ਇਹਦੇ ਸਕੇਲ ਜਿਹੜੇ ਆ ਬਹੁਤ ਵੱਡੇ ਨੇ, ਤੇ ਇਸ ਅੰਦੋਲਨ ਨੇ ਆਉਂਦੇ ਹੋਏ ਅੰਦੋਲਨਾਂ ਦਾ ਜਿਹੜਾ ਪੁਲ ਜਿਹੜਾ ਆ ਉਹਦੇ ਤੌਰ ਤੇ ਕੰਮ ਕਰ ਰਿਹਾ। ਸੋ ਇਸ ਕਰਕੇ ਮੈਂ ਸਮਝਦਾ ਹੈ ਕਿ ਸਟੈਪ ਬਾਈ ਸਟੈਪ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਜੁੜਨਗੀਆਂ। ਤੇ ਜਦੋਂ ਪੰਜਾਬ ਤੋਂ ਤੁਰਿਆ ਸੀ, ਕਿਸੇ ਨੂੰ ਨਹੀਂ ਸੀ ਇਸ ਗੱਲ ਦੀ ਉਮੀਦ ਕਿ ਹਰਿਆਣਾ ਵੀ ਨਾਲ ਆ ਜਾਏਗਾ, ਰਾਜਸਥਾਨ ਦੇ ਕਿਸਾਨ ਵੀ ਹੋਣਗੇ। ਰਾਕੇਸ਼ ਟਕੈਤ ਨੂੰ ਕਿਸੇ ਨੇ ਤਸੱਵਰ ਵੀ ਨਹੀਂ ਸੀ ਕੀਤਾ ਹੋਣਾ ਉਦੋਂ, ਜਦੋਂ ਸ਼ੁਰੂ ਦੇ ਵਿੱਚ ਅੰਦੋਲਨ ਚੱਲਿਆ ਦਿੱਲੀ ਦੇ ਸਰਹੱਦਾਂ ਵੱਲ ਨੂੰ। ਸੋ ਇਸ ਕਰਕੇ ਅੱਜ ਰਾਕੇਸ਼ ਟਕੈਤ ਜਿਹੜਾ ਆ ਉਹ ਸ਼ਾਇਦ ਇੱਕ ਚਿਹਰਾ ਬਣ ਗਿਆ ਕਿਸਾਨ ਅੰਦੋਲਨ ਦਾ। ਤੇ ਅਲਟੀਮੇਟਲੀ ਮੈਂ ਸਮਝਦਾ ਹੈ ਕਿ ਇਸ ਅੰਦੋਲਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਜਿਹੜੀ ਸਿਆਣੀ ਲੀਡਰਸ਼ਿਪ ਹੈ ਉਹ ਬੜਾ ਕੁਝ ਸੋਚਦੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਦਾ ਸਰੂਪ ਹੋਰ ਬਦਲਣਾ ਆ, ਇਹਨੇ ਹੋਰ ਵਿਆਪਕ ਹੋਣਾ ਆ। ਕਿਸ ਰੁਖ ਨੂੰ ਵਿਆਪਕ ਹੋਏਗਾ, ਕਿਵੇਂ ਹੋਏਗਾ, ਸਟ੍ਰੈਟਜੀਜ਼ ਕੀ ਹੁੰਦੀਆਂ, ਉਹ ਹੌਲੀ ਹੌਲੀ ਡੇ ਬਾਈ ਡੇ ਸਾਡੇ ਸਾਹਮਣੇ ਆਉਣਗੇ। ਬਿਲਕੁਲ ਦਸਾਂ ਸਰ, ਸਮਾਂ ਕਾਫੀ ਹੋ ਗਿਆ। ਮੇਰੇ ਸਵਾਲ ਤੇ ਬੜੇ ਚੱਲ ਰਹੇ ਸੀ ਇਸ ਮਾਮਲੇ ਨੂੰ ਲੈ ਕੇ ਕਿ ਜਿਹੜੀ ਵੋਟ ਦੀ ਸਿਆਸਤ ਆ ਉਹਦੇ ਤੋਂ ਖੜਾ ਤੇ ਨਹੀਂ ਆਪਾਂ ਛਡਾ ਸਕਦੇ। ਜਿਹੜਾ ਸਿਸਟਮ ਆ ਵਿਦਨ ਸਿਸਟਮ ਲੜਾਈ ਜਦੋਂ ਲੜਨ ਦੀ ਅਸੀਂ ਗੱਲ ਕਰਦੇ ਹਾਂ, ਤੇ ਫਿਰ ਜਿਹੜਾ ਇਲੈਕਸ਼ਨ ਦਾ ਦੌਰ ਆ ਉਹ ਬੜਾ ਅਹਿਮ ਹੁੰਦਾ ਅਗਲੀਆਂ ਨੀਤੀਆਂ ਦੇ ਵਾਸਤੇ। ਤੇ ਜਿਹੜੇ ਇਲੈਕਸ਼ਨ ਵਾਲੇ ਲੋਕ ਨੇ ਜਿਹੜੇ ਇਹ ਰਾਜਨੀਤੀ ਚਲਾ ਰਹੇ ਨੇ, ਉਹਨਾਂ ਦਾ ਧਿਆਨ ਜਿਹੜਾ ਆ ਉਹ ਕਿਸਾਨ ਮੁੱਦੇ ਨੂੰ ਮੁੱਖ ਮੁੱਦਾ ਨਾ ਬਣੇ ਉਹਦੇ ਵੱਲ ਲੱਗਾ ਹੋਇਆ ਵਾ। ਉਹ ਬੇਅਦਬੀ ਵਾਲਾ ਮੁੱਦਾ ਜਿਹੜਾ ਉਹਨੂੰ ਉਭਾਰ ਰਹੇ ਨੇ। ਜਿਸ ਤਰੀਕੇ ਨਾਲ ਸਿੱਟ ਦੀਆਂ ਹੁਣ ਲਗਾਤਾਰ ਇਨਕੁਆਇਰੀ ਵਾਲੀਆਂ ਮੀਟਿੰਗਾਂ ਹੋ ਰਹੀਆਂ, ਹੁਣ ਬਾਦਲ ਸਾਹਿਬ ਦੇ ਸੰਮਣ ਨੇ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ, ਪਹਿਲਾਂ 16 ਨੂੰ ਹੁਣ 22 ਨੂੰ। ਤੇ ਇਦਾਂ ਲੱਗਦਾ ਕਿਤੇ ਨਾ ਕਿਤੇ ਗੱਲ ਫਿਰ 2017 ਵਾਲੇ ਮੁੱਦਿਆਂ ਦੇ ਉੱਤੇ ਹੀ ਕੇਂਦਰ ਕੀਤੀ ਜਾ ਰਹੀ ਆ। ਤੇ ਉਹ ਭਾਵੇਂ ਇਹੋ ਹੀ ਲੋਕ ਕਰਨ ਵਾਲੇ ਤੇ ਇਹੋ ਹੀ ਉਹਨਾਂ ਨੂੰ ਬਚਾਉਣ ਵਾਲੇ ਨੇ, ਪਰ ਉਹ ਲੋਕ ਫਿਰ ਲੋਕਾਂ ਨੂੰ ਉਸੇ ਮਸਲੇ 'ਚ ਉਲਝਾਈ ਜਾ ਰਹੇ ਨੇ। ਜਿਹੜੇ ਹਕੀਕੀ ਮੁੱਦੇ ਨੇ ਉਹਨਾਂ ਦੇ ਉੱਤੇ ਜਿਹੜਾ ਵਾ ਲੋਕਾਂ ਨੂੰ ਸੋਚਣ ਲਈ ਮਜਬੂਰ ਜਿਹੜੇ ਆ ਹੋਣਾ ਪਏਗਾ। ਨਹੀਂ ਤਾਂ ਫਿਰ ਜੇ ਫਿਰ ਬੇਅਦਬੀ ਵਾਲਾ ਮੁੱਦਾ ਜਾਂ ਗੋਲੀ ਕਾਂਡ ਦਾ ਮੁੱਦਾ ਹੀ ਛਾਇਆ ਰਿਹਾ ਤੇ ਫਿਰ ਪੰਜਾਬ ਦੀ ਸਿਆਸਤ 'ਚ ਕੋਈ ਬਦਲ ਹੁੰਦਾ ਨਜ਼ਰ ਨਹੀਂ ਆ ਰਿਹਾ। ਦੇਖੋ, ਜਿਹੜੀ ਐਂਟੀ ਪੀਪਲ ਪੋਲਿਟਿਕਸ ਹੁੰਦੀ ਆ ਉਹਨਾਂ ਨੇ ਇਸੇ ਤਰ੍ਹਾਂ ਕਰਨਾ ਹੁੰਦਾ। ਜਿਹੜੇ ਨੌਨ ਇਸ਼ੂਜ਼ ਨੇ, ਮੈਂ ਇਹ ਨਹੀਂ ਕਹਿੰਦਾ ਕਿ ਬੇਅਦਬੀ ਦਾ ਇਸ਼ੂ ਨਹੀਂ ਹੈ, ਉਹ ਬਹੁਤ ਸੀਰੀਅਸ ਇਸ਼ੂ ਆ, ਉਹਨੂੰ ਹੱਲ ਕੀਤਾ ਜਾਣਾ ਚਾਹੀਦਾ ਸੀ। 4 ਸਾਲ ਕਿਉਂ ਨਹੀਂ ਹੱਲ ਕੀਤਾ ਗਿਆ? ਉਹਦਾ ਕਾਰਨ ਸੀ ਬਈ ਆਖਰੀ ਵਰ੍ਹੇ ਦੇ ਵਿੱਚ ਉਹ ਮੁੱਦਾ ਫਿਰ ਤੋਂ ਜਿਉਂਦਾ ਕਰਨਾ, ਤੇ ਇਸ ਤੋਂ ਬਿਨਾਂ ਜਿਹੜੇ ਕੁਝ ਨੌਨ ਇਸ਼ੂਜ਼ ਨੇ ਉਹਨਾਂ ਨੂੰ ਇਸ਼ੂ ਬਣਾਉਣਾ ਹੈ। ਜਿਹੜੇ ਸੱਚਮੁੱਚ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਪਰਦੇ ਦੇ ਪਿੱਛੇ ਧੱਕਣਾ ਹੈ। ਇਸੇ ਕਰਕੇ ਕਰੋਨਾ ਕਾਲ ਦੇ ਵਿੱਚ ਜਿਹੜੀਆਂ ਸਰਕਾਰਾਂ ਦੀ ਫੇਲਰ ਰਹੀ ਹੈ ਉਹਨੂੰ ਮੁੱਦਾ ਨਹੀਂ ਬਣ ਦਿੱਤਾ ਜਾਏਗਾ। ਮੀਡੀਆ ਦਾ ਵੱਡਾ ਹਿੱਸਾ ਉਹਨਾਂ ਦੀ ਇਸ ਗੱਲ ਲਈ ਹੈਲਪ ਕਰਦਾ ਹੈ। ਇਸੇ ਕਰਕੇ ਕਿਸਾਨ ਅੰਦੋਲਨ ਜਿਹੜਾ ਦੁਨੀਆ ਜਿਹਨੂੰ ਦੇਖ ਰਹੀ ਹੈ, ਦੁਨੀਆ ਦੇ ਵਿੱਚ ਜਿਸ ਅੰਦੋਲਨ ਦੀ ਚਰਚਾ ਆ, ਉਸ ਅੰਦੋਲਨ ਨੂੰ ਮੁੱਖ ਮੁੱਦਾ ਨਹੀਂ ਬਣ ਦਿੱਤਾ ਜਾਏਗਾ, ਕੁਝ ਹੋਰ ਮੁੱਦੇ ਲਿਆਂਦੇ ਜਾਣਗੇ।
ਇਹ ਐਂਟੀ ਪੀਪਲ ਪੋਲਿਟਿਕਸ ਦਾ ਸੁਭਾਅ ਹੁੰਦਾ, ਉਹਦੇ ਸੁਭਾਅ ਦੇ ਮੁਤਾਬਕ ਹੀ ਉਹਨੂੰ ਇੰਪਲੀਮੈਂਟ ਸਾਰੀਆਂ ਚੀਜ਼ਾਂ ਨੂੰ ਕੀਤਾ ਜਾਂਦਾ ਹੈ। ਸੋ ਦੇਸ਼ 'ਚ ਵੀ ਤੇ ਪੰਜਾਬ ਦੇ ਵਿੱਚ ਵੀ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਪ੍ਰੋ ਪੀਪਲ ਪੋਲਿਟਿਕਸ ਜਿਹੜੀ ਆ ਉਹ ਮੰਨਫੀ ਹੈ। ਜਿਹੜੇ ਕੁਝ ਯਤਨ ਹੁੰਦੇ ਨੇ ਥੋੜੇ ਬਹੁਤ, ਉਹਨਾਂ ਯਤਨਾਂ ਦੇ ਵਿੱਚ ਵੀ ਜਿਹੜੀ ਅਗਵਾਈ ਜਿਹਨਾਂ ਲੋਕਾਂ ਕੋਲ ਹੁੰਦੀ ਆ, ਬਾਅਦ ਵਿੱਚ ਫਿਰ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹ ਵੀ ਸਾਨੂੰ ਠੱਗ ਕੇ ਜਿਹੜੇ ਆ ਆਪਣੀ ਸਹੀ ਥਾਂ ਤੇ ਪਹੁੰਚ ਗਏ, ਜਿੱਥੋਂ ਤੁਰੇ ਸੀ ਉੱਥੇ ਆ ਗਏ ਨੇ ਵਾਪਸ। ਇਹ ਸਾਰੀਆਂ ਚੀਜ਼ਾਂ ਨੇ। ਤੇ ਜਿਹੜੇ ਅੰਦੋਲਨ ਹੁੰਦੇ ਆ, ਜਿਨ੍ਹਾਂ ਅੰਦੋਲਨਾਂ ਦਾ ਥੋੜਾ ਦ੍ਰਿਸ਼ਟੀਕੋਣ ਤੇ ਨਜ਼ਰੀਆ ਜਿਹੜਾ ਆ ਬੜਾ ਸਪਸ਼ਟ ਹੋਵੇ, ਸਾਫ਼ ਹੋਵੇ, ਲੋਕ ਹਿੱਤੂ ਹੋਵੇ, ਉਹ ਅੰਦੋਲਨ ਜਿਹੜੇ ਆ ਨਵੀਆਂ ਉਮੀਦਾਂ ਪੈਦਾ ਕਰਦੇ ਆ। ਮੇਰਾ ਇੱਕ ਮੰਨਣਾ ਇਹ ਹੈ ਹਰਜੀਤ ਗਿੱਲ ਜੀ, ਵੀ ਇਲੈਕਸ਼ਨ ਪੋਲਿਟਿਕਸ ਜਿਹੜੀ ਹੈ ਨਾ, ਘੱਟੋ ਘੱਟ ਪੰਜਾਬ ਦਾ ਭਲਾ ਚਾਹਣ ਵਾਲੇ ਜਿਹੜੇ ਲੋਕ ਆ, ਉਹਨਾਂ ਨੂੰ ਇਲੈਕਸ਼ਨ ਪੋਲਿਟਿਕਸ 5 ਸਾਲ ਵਾਸਤੇ ਛੱਡ ਦੇਣੀ ਚਾਹੀਦੀ ਆ, ਅਗਲੀਆਂ ਇਲੈਕਸ਼ਨ ਤੱਕ। ਜਿਹੜੇ ਆ ਦਿਨ ਤੇ ਉਸ ਤੋਂ ਬਾਅਦ ਅਗਲੀ ਸਰਕਾਰ ਆਏਗੀ, 4-4.5 ਸਾਲ ਲਗਾਤਾਰ ਜਨਤਕ ਸੰਘਰਸ਼ਾਂ ਦੇ ਉੱਤੇ ਟੇਕ ਰੱਖਣੀ ਚਾਹੀਦੀ ਹੈ। ਜੇ ਸੱਚਮੁੱਚ ਜਿਹੜੀਆਂ ਪਤਾ ਹੁਣ CPI ਹੈ, ਮੰਨ ਲਓ ਭਾਰਤੀ ਕਮਿਊਨਿਸਟ ਪਾਰਟੀ ਹੈ, CPM ਹੈ, ਜਾਂ RMPI ਹੈ, ਜਾਂ ਕਮਿਊਨਿਸਟ ਪਾਰਟੀਆਂ ਨੇ, ਜਾਂ ਕੁਝ ਹੋਰ ਛੋਟੀਆਂ ਪਾਰਟੀਆਂ ਨੇ, ਪ੍ਰੋਗਰੈਸਿਵ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਨੇ, ਦਾਅਵਾ ਕਰਦੀਆਂ ਜਿਹੜੀਆਂ, ਉਹ ਸਾਰੀਆਂ ਪਾਰਟੀਆਂ ਕਿਤੇ ਇੱਕ ਕਾਮਨ ਪ੍ਰੋਗਰਾਮ ਬਣਾ ਕੇ 4-5 ਸਾਲ ਚੋਣਾਂ ਦਾ ਖਹਿੜਾ ਛੱਡ ਕੇ ਸਿਰਫ ਜਨਤਕ ਫਰੰਟ ਦੇ ਉੱਤੇ ਲੜਾਈ ਦਾ ਮੈਦਾਨ ਮੱਲਣ, ਉਹਦੇ ਚੋਂ ਸ਼ਾਇਦ ਕੋਈ ਉਮੀਦ ਨਵੀਂ ਪੈਦਾ ਹੋਈ। ਲੜ ਲੈਣ, ਫਿਰ ਜਦੋਂ ਚੋਣਾਂ ਜੋਗੇ ਹੋਣ ਉਦੋਂ ਲੜ ਲੈਣ। ਮੈਂ ਕੋਈ ਜਿਹੜਾ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹਦਾ ਵਿਰੋਧੀ ਨਹੀਂ ਹੈ, ਪਰ 5-7 ਸਾਲ ਜਿਹੜਾ ਹੈ ਨਾ ਐਜੀਟੇਸ਼ਨ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ। ਹਰ ਉਸ ਪੰਜਾਬੀ ਨੂੰ, ਜਿਹੜਾ ਬੰਦਾ ਪੰਜਾਬ ਦਾ ਭਲਾ ਚਾਹੁੰਦਾ, ਇਲੈਕਸ਼ਨ ਦਾ ਖਹਿੜਾ ਛੱਡ ਕੇ, ਤੇ ਜਿਹੜੇ ਇਹ ਇਲੈਕਸ਼ਨ 'ਚ ਜਿਹੜੇ ਲੋਕ ਚਿਹਰੇ ਦਿਖਾਈ ਦਿੰਦੇ, ਇਹਨਾਂ ਨੂੰ ਕਹਿ ਲਓ ਵੀ ਮੈਦਾਨ ਦੇ ਵਿੱਚ ਕਿਤੇ ਨਾ ਕਿਤੇ ਸਵਾਲ ਕਰ ਕਰਕੇ ਭਜਾਉਣ ਦੀ ਜ਼ਰੂਰਤ ਹੈ ਜੀ। ਬਿਲਕੁਲ ਦਸਾਂਝ ਸਾਹਿਬ, ਸਮਾਂ ਕਾਫੀ ਹੋ ਗਿਆ ਅੱਜ ਦੇ ਦਿਨ ਲਈ, ਇੰਨਾ ਕਾਫੀ ਆ। ਮੈਂ ਕੱਲ ਚਾਹਾਂਗਾ ਕਿ ਕੱਲ ਆਪਾਂ ਜਿਹੜਾ ਮੁੱਦਾ ਆ ਇਲੈਕਸ਼ਨ ਦਾ, ਮੁੱਦਿਆਂ ਦੀ ਗੱਲ ਤੇ ਆਪਾਂ ਕਰ ਲਈ ਥੋੜੀ ਬਹੁਤੀ, ਕਿ ਜਿਹੜਾ ਮੈਨੀਫੈਸਟੋ ਦਿੰਦੀਆਂ ਨੇ ਪਾਰਟੀਆਂ, ਇਹਨੂੰ ਲੀਗਲ ਦਸਤਾਵੇਜ਼ ਬਣਾਉਣ ਦੀ ਗੱਲ ਕਈ ਵਾਰ ਚੱਲੀ ਆ, ਤੇ ਜਿਹੜੇ ਪੰਜਾਬ ਦਾ ਇੰਟੈਲੈਕਚੁਅਲ ਵਰਗ ਆ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਹ ਇਲੈਕਸ਼ਨ 'ਚ ਰਹਿੰਦੇ ਸਮੇਂ ਤੱਕ ਕੋਰਟਾਂ ਦਾ ਸਹਾਰਾ ਲੈ ਕੇ, ਕਾਨੂੰਨ ਦਾ ਸਹਾਰਾ ਲੈ ਕੇ ਇਸ ਪਾਸੇ ਵੀ ਕੋਈ ਉਦਮ ਕਰਨਾ ਚਾਹੀਦਾ ਆ। ਤੇ ਬਹੁਤ ਸਾਰੀਆਂ ਜਿਹੜੀਆਂ ਰਿਫਾਈਨ ਡੈਮੋਕ੍ਰੇਸੀ ਨੇ, ਨਾਰਵੇ, ਸਵੀਡਨ, ਵਰਲਡ ਦੀਆਂ ਜਿਹੜੀਆਂ ਚੰਗੇ ਮੁਲਕ ਨੇ, ਜਿਹੜੇ ਬੜੇ ਟੌਪ ਦੇ ਮੁਲਕ ਨੇ, ਉਹਨਾਂ ਵਿੱਚ ਰੀਕਾਲ ਕਰਨ ਵਾਲਾ ਵੀ ਵਿਧਾਨ ਹੁੰਦਾ ਆ। ਤੇ ਇਸ ਮੁੱਦੇ 'ਤੇ ਮੈਂ ਤੁਹਾਡੇ ਨਾਲ ਕੱਲ੍ਹ ਗੱਲ ਕਰਨਾ ਚਾਹਾਂਗਾ ਕਿ ਕੀ ਸਮਾਂ ਰਹਿੰਦਿਆਂ ਇਹੋ ਜਿਹੀ ਮੰਗ ਅਗਰ ਤੂਲ ਫੜ ਜਾਂਦੀ ਆ, ਤੇ ਕੋਰਟਾਂ ਦਾ ਸਹਾਰਾ ਲੈ ਕੇ ਕੋਈ ਇੱਦਾਂ ਦਾ ਕਾਨੂੰਨ ਬਣਾਇਆ ਜਾ ਸਕੇ ਕਿ ਜਿਹੜਾ ਮੈਨੀਫੈਸਟੋ ਆ ਉਹ ਲੀਗਲ ਦਸਤਾਵੇਜ਼ ਹੋਵੇ, ਤੇ ਲੋਕਾਂ ਨੂੰ ਰੀਕਾਲ ਕਰਨ ਦਾ ਅਧਿਕਾਰ ਮਿਲ ਜਾਏ, ਜਿਹੜਾ ਵਿਅਕਤੀ ਉਹਨਾਂ ਦੀਆਂ ਉਮੀਦਾਂ 'ਤੇ ਪੂਰਾ ਨਹੀਂ ਉਤਰਦਾ। ਕੱਲ੍ਹ ਆਪਾਂ ਇਸ ਵਿਸ਼ੇ 'ਤੇ ਗੱਲ ਕਰਾਂਗੇ, ਤੁਸੀਂ ਥੋੜ੍ਹਾ ਜਿਹਾ ਵੇਖ ਲਿਓ ਇਹਦੇ ਬਾਰੇ ਵੀ। ਤੇ ਇੱਕ ਮੇਰੇ ਖਿਆਲ ਚੰਗਾ ਭਖਵਾ ਮੁੱਦਾ ਜਿਹੜਾ ਹੈ ਬਣਨਾ ਚਾਹੀਦਾ ਅਗਲੀ ਇਲੈਕਸ਼ਨ ਤੋਂ ਪਹਿਲਾਂ। ਜੀ ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ, ਤੇ ਟੀਵੀ ਪੰਜਾਬੀ ਦੁਨੀਆ ਦੇ ਦਰਸ਼ਕਾਂ ਲਈ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਕੱਲ ਹੋਵੇਗੀ ਮੁਲਾਕਾਤ। ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਦਸਾਂਝ ਸਾਹਿਬ, ਤੇ ਆਪਣੇ ਦਰਸ਼ਕਾਂ ਦਾ ਵੀ ਕਰਦੇ ਹਾਂ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ। ਬਹੁਤ ਬਹੁਤ ਸ਼ੁਕਰੀਆ ਜੀ।